ਜਿਵੇਂ ਕਹਿੰਦੇ ਆ ਕਿ ਕੋਰ ਕੰਪੀਟੈਂਸੀ, ਜਿਹੜੀ ਚੀਜ਼ ਤੁਹਾਨੂੰ ਆਉਂਦੀ ਆ ਉਹੀ ਕਰੋ, ਬਾਕੀ ਦੇ ਪੰਗੇ ਲੈਣ ਦੀ ਕੀ ਲੋੜ ਹੈਗੀ ਆ। ਸੋ ਇਹ ਮਲਟੀ ਸਪੈਸ਼ਲਿਟੀ 'ਚ ਨਹੀਂ ਜਾਏਗਾ, ਆਈ ਦਾ ਹੀ ਰਹੇਗਾ। ਪਰ ਆਈ 'ਚ ਬਹੁਤ ਡੂੰਘਾਈ ਤੱਕ ਜਾਵਾਂਗੇ, ਜਿੱਥੇ ਤੱਕ ਜਾ ਸਕਦੇ ਹਾਂ। ਟ੍ਰੇਨਿੰਗ ਲਈ ਜਾਵਾਂਗੇ, ਰਿਸਰਚ ਲਈ ਜਾਵਾਂਗੇ, ਪਬਲੀਕੇਸ਼ਨ ਲਈ ਜਾਵਾਂਗੇ, ਪੇਸ਼ੈਂਟ ਐਜੂਕੇਸ਼ਨ 'ਚ ਜਾਵਾਂਗੇ। ਹੁਣ ਇਹ ਤਾਂ ਇਹ ਜੇ ਤੁਸੀਂ ਇਹ ਕਹਿ ਰਹੇ ਹੋ ਡਾਕਟਰ ਨੂੰ ਕਿ ਭਾਈ ਤੂੰ ਆਪਦੀ ਫੀਸ ਘਟਾ, ਪਤਾ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਕਹਿ ਰਹੇ 5 ਸਟਾਰ ਵਾਲੇ ਹੋਟਲ ਨੂੰ ਕਹਿ ਰਹੇ ਹੋ ਕਿ ਮੈਨੂੰ 98 'ਚ ਚਾਹ ਦੇ ਦੇ। ਉਹਨੇ ਸ਼ੀ ਆਸਕਡ ਮੀ ਕਿ ਤੁਸੀਂ ਏਅਰ ਕੰਡੀਸ਼ਨ ਬਣਾਇਆ ਹੈਗਾ, ਤੁਸੀਂ ਚਾਰਜਸ ਜ਼ਿਆਦਾ ਰੱਖੇ ਹੈਗੇ ਨੇ, ਫੁੱਲੀ ਕਾਰਪੇਟਡ ਹੈਗਾ, ਵੀ ਆਰ ਅ ਪੂਅਰ ਕੰਟਰੀ, ਜਿਹੜੇ ਲੋਕੀ ਨਹੀਂ ਅਫੋਰਡ ਕਰ ਸਕਦੇ ਉਹ ਕੀ ਕਰਨਗੇ? 10-10 ਕਿਲੋਮੀਟਰ ਏਰੀਏ 'ਚ ਅਸੀਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਸਾਡਾ ਬੰਦਾ ਜਾਂਦਾ ਹੈਗਾ, ਗੁਰਦੁਆਰੇ ਜਾ ਕੇ ਅਨਾਊਂਸਮੈਂਟ ਕਰਦੇ ਆ ਕਿ ਵੀ ਇਹ ਚੱਲ ਪਿਆ ਹੈਗਾ, ਜਿਹਨੇ ਆਉਣਾ ਆਹ ਤਰੀਕ ਹੈਗੀ ਤੁਹਾਡੇ ਪਿੰਡ ਲਈ, ਆ ਜਾਓ, ਸਾਰਿਆਂ ਦਾ ਫ੍ਰੀ ਚੈੱਕਅਪ ਹੋਏਗਾ। ਅੱਜ ਕੱਲ੍ਹ ਅਸੀਂ ਇੱਕ ਸੈੱਲ ਤੇ ਲੈਵਲ ਤੇ ਦੇਖ ਸਕਦੇ ਹਾਂ, ਤੇ ਇਸੇ ਕਰਕੇ ਸਾਡੀ ਡਾਇਗਨੋਸਿਸ ਜਿਹੜਾ ਹੈਗਾ ਐਕੂਰੇਟ ਹੁੰਦਾ। ਜੇ ਡਾਇਗਨੋਸਿਸ ਹੀ ਨਹੀਂ ਸਹੀ ਹੋਊਗਾ ਤਾਂ ਟ੍ਰੀਟਮੈਂਟ ਕਿਵੇਂ ਹੋਏਗਾ? ਉਹ ਕਹਿੰਦਾ ਨਹੀਂ, ਤੁਹਾਡੇ ਚਾਰਜਸ ਜ਼ਿਆਦਾ, ਮੈਂ ਨਹੀਂ ਮੈਂ ਅਫੋਰਡ ਨਹੀਂ ਕਰ ਸਕਦਾ। ਮੈਂ ਕਿਹਾ ਠੀਕ ਆ ਜੀ, ਤੁਸੀਂ ਸਭ ਕੁਝ ਨਾਲ ਲੈ ਕੇ ਜਾਣਾ ਹੈਗਾ, ਤੁਸੀਂ ਆਪਣੇ ਡਰੈਸ ਵੀ ਲੈ ਕੇ ਜਾਣੀ ਹੈ, ਤੁਸੀਂ ਚੱਪਲਾਂ ਵੀ ਨਾਲ ਲੈ ਕੇ ਜਾਣੀਆਂ, ਸਾਰੀਆਂ ਦਵਾਈਆਂ ਲੈ ਕੇ ਜਾਣੀਆਂ, ਆਪਰੇਟਿੰਗ ਮਾਈਕਰੋਸਕੋਪ ਲੈ ਕੇ ਜਾਣੀ ਹੈਗੀ, ਹਰ ਚੀਜ਼ ਉੱਥੋਂ ਕੁਝ ਨਹੀਂ ਮਿਲਦਾ ਹੈਗਾ। ਤੇ ਚੈਲੰਜਿੰਗ ਸਿਚੁਏਸ਼ਨਸ ਹੈਗੀਆਂ ਉੱਥੇ। ਮਤਲਬ ਕਈ ਦਫਾ ਜਿਵੇਂ ਅਸੀਂ ਯੂਗੈਂਡਾ ਪਹਿਲੇ ਕੈਂਪ ਤੇ ਗਏ ਸੀਗੇ, ਉੱਥੇ ਇੱਕ ਜਗ੍ਹਾ ਹੈਗੀ ਹੈ ਗੁਲੂ, ਨਾਰਥ ਆਫ ਯੂਗੈਂਡਾ। ਉਸ ਵੇਲੇ ਉੱਥੇ ਲੜਾਈ ਚੱਲ ਰਹੀ ਸੀਗੀ ਤੇ ਰਾਤ ਨੂੰ ਤੁਹਾਨੂੰ ਗੋਲੀਆਂ ਸੁਣਦੀਆਂ ਸੀਗੀਆਂ ਚੱਲਦੀਆਂ। ਤੇ ਜਿੱਥੇ ਅਸੀਂ ਕੈਂਪ ਲਗਾਇਆ, ਸਰਜਰੀ ਕੀਤੀ, ਉਹ ਜਗ੍ਹਾ ਤੇ ਲੋਕਲਾਂ ਨੇ ਸਾਨੂੰ ਦੱਸਿਆ, ਲੋਕਲ ਬੰਦਿਆਂ ਨੇ ਦੱਸਿਆ ਕਿ ਜੀ ਇੱਥੇ 8 ਸਾਲ ਬਾਅਦ ਕੋਈ ਡਾਕਟਰ ਆਇਆ ਹੈ। ਐਂ ਥੋੜ੍ਹਾ ਜ਼ਿੰਦਗੀ ਚੱਲਦੀ, ਯੂ ਆਰ ਨਾਟ ਟੈਨਿਸ ਬਾਲ ਕੇ ਜਿਹਨੇ ਇੱਧਰ ਮਾਰੀ ਉਹ ਚਲੀ ਜਾ ਰਿਹਾ। ਤੁਹਾਡੀ ਜ਼ਿੰਦਗੀ ਤੁਹਾਡੇ ਕੰਟਰੋਲ 'ਚ ਹੈਗੀ, ਉਹਨੂੰ ਆਪਦੇ ਹਿਸਾਬ ਨਾਲ ਜੀਓ, ਆਪਦੇ ਹਿਸਾਬ ਨਾਲ ਜੀਓ, ਆਪਣੇ ਟਰਮਸ 'ਤੇ ਜੀਓ, ਆਪਣੇ ਹਿਸਾਬ ਨਾਲ ਜੀਓ। ਤੁਸੀਂ ਬਿਜ਼ਨਸ ਚੱਲ ਜਾਏਗਾ, ਤੁਹਾਡੇ ਕੋਲ ਪੈਸਾ ਆ ਜਾਏਗਾ, ਤੁਸੀਂ ਕਾਰ ਵਧੀਆ ਲੈ ਲਓਗੇ, ਤੁਸੀਂ ਘਰ ਵਧੀਆ ਲੈ ਲਓਗੇ, ਤੁਸੀਂ ਦੁਆਵਾਂ ਨਹੀਂ ਖਰੀਦ ਸਕਦੇ। ਜਿਹੜਾ ਮੇਰਾ ਛੋਟੇ ਹੁੰਦੇ ਖਾਬ ਸੀਗਾ ਉਹ ਤਾਂ ਪਾਇਲਟ ਬਣਨ ਦਾ ਸੀਗਾ, ਡਾਕਟਰ ਬਣਨ ਦਾ ਤਾਂ ਹੈ ਹੀ ਨਹੀਂ ਸੀਗਾ। ਪਰ it's all predestined. We should improve our OPD. ਗਰਮੀ ਬੜੀ ਹੁੰਦੀ ਆ, 에ਅਰ ਕੰਡੀਸ਼ਨਿੰਗ ਕਰ ਸਕਦੇ ਹਾਂ OPD ਨੂੰ। ਤੇ ਗੈਸ ਮੈਨੂੰ ਕੀ ਜਵਾਬ ਮਿਲਿਆ? ਮੈਨੂੰ ਜਵਾਬ ਮਿਲਿਆ ਕਿ ਡਾਕਟਰ ਗਰੇਵਾਲ ਹਰ ਕੋਲ 24 ਘੰਟੇ ਆ, ਕੋਈ ਉਹਨੂੰ 48 ਬਣਾ ਸਕਦਾ, ਕੋਈ ਉਹਨੂੰ 72 ਬਣਾ ਸਕਦਾ, ਤੇ ਕੋਈ ਉਹਨੂੰ 12 ਇੱਕ ਵੀ ਬਣਾ ਸਕਦਾ। ਤੁਸੀਂ ਇਹ ਦੇਖ ਲਓ, 3 ਜੂਨ ਨੂੰ ਮੈਂ ਸਰਜਰੀ ਸ਼ੁਰੂ ਕੀਤੀ ਆ, ਤੇ ਮੇਰਾ ਖਿਆਲ ਆ ਮੈਂ ਘਰੋਂ ਬਾਹਰ 6 ਮਹੀਨੇ ਬਾਅਦ ਗਿਆ ਹੋਊਗਾ। ਤੇ ਜੇ ਤੁਸੀਂ ਪੈਸੇ ਵੱਲ ਸੋਚਦੇ ਰਹੋਗੇ ਤਾਂ ਮਿਹਨਤ ਨਹੀਂ ਹੋਏਗੀ। ਮਿਹਨਤ ਤਾਂ ਹੋਏਗੀ ਜੇ ਤੁਹਾਡੀ 100% ਫੋਕਸ, 100% ਰੈਮ ਕੰਮ ਕਰਨ 'ਚ, ਪੈਸਾ ਆਏਗਾ। ਜੇ ਜਲਦੀ ਪੈਸਾ ਚਾਹੀਦਾ ਤਾਂ AK-47 ਲੈ ਲਓ, ਬੈਂਕ ਲੁੱਟ ਲਓ। ਉਸ ਵੇਲੇ ਉਹ ਜਿੰਨੇ ਦਾ ਕੰਪਿਊਟਰ ਲਿਆ ਸੀ ਉਹਨੇ 'ਚ ਇੱਕ ਪਲਾਟ ਮਿਲ ਜਾਂਦਾ ਸੀਗਾ ਉਦੋਂ ਚੰਡੀਗੜ੍ਹ 'ਚ ਘਰ ਲੈਣ ਨਾਲ। ਸਤਿ ਸ਼੍ਰੀ ਅਕਾਲ, ਮੈਂ ਕੁਲਪ੍ਰੀਤ ਬਰਾੜ। ਇੱਕ ਵਾਰ ਤੁਹਾਡਾ ਸਭ ਦਾ ਫਿਰ ਤੋਂ ਸਵਾਗਤ ਹੈ ਕੁਲਪ੍ਰੀਤ ਬਰਾੜ ਟਾਕਸ ਤੇ। ਅੱਜ ਦੇ ਜੋ ਆਪਣੇ ਗੈਸਟ ਨੇ, ਮੈਂ ਇਹਨਾਂ ਤੋਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ। ਜੇ ਮੈਂ ਅੱਜ ਇੰਨੀ ਡਿਸਿਪਲਿਨਡ ਹਾਂ ਔਰ ਇੰਨੀ ਕੰਸਿਸਟੈਂਟ ਹਾਂ ਤਾਂ ਜਸਟ ਬਿਕੋਜ਼ ਆਫ ਹਿਮ। ਮੇਰੇ ਫਾਦਰ ਸਾਹਿਬ ਤੋਂ ਬਾਅਦ ਜੇ ਮੈਂ ਕਿਸੇ ਨੂੰ ਉਸ ਨਜ਼ਰੀਏ ਨਾਲ ਦੇਖਿਆ ਜਾਂ ਜਿਨ੍ਹਾਂ ਤੋਂ ਸਿੱਖਿਆ, ਉਹ ਨੇ ਡਾਕਟਰ SPS ਗਰੇਵਾਲ, ਜੋ ਕਿ ਆਈ ਸਪੈਸ਼ਲਿਸਟ ਨੇ। ਚੰਡੀਗੜ੍ਹ 'ਚ ਉਹਨਾਂ ਦਾ 9 ਸੈਕਟਰ 'ਚ ਹਸਪੀਟਲ ਸੀਗਾ, ਬਟ ਹੁਣੇ ਉਹ ਮੂਵ ਕੀਤੇ ਹੈ ਮੈਡੀਸਿਟੀ। ਤਾਂ ਉਹਨਾਂ ਨੇ ਆਪਣਾ ਹਸਪੀਟਲ, ਆਪਣਾ ਇੱਕ ਡ੍ਰੀਮ ਪ੍ਰੋਜੈਕਟ ਬਣਾਇਆ। ਉਹਨਾਂ ਦੀ ਜੇ ਜਰਨੀ ਤੇ ਆਪਾਂ ਗੱਲ ਕਰਾਂਗੇ ਤਾਂ ਆਈ ਸਪੈਸ਼ਲਿਸਟ ਤਾਂ ਉਹ ਹੈਗੇ ਹੀ ਨੇ, ਨਾਲ ਉਹ ਅੱਛੇ ਬਹੁਤ ਵਧੀਆ ਫੋਟੋਗ੍ਰਾਫਰ ਨੇ, ਹਾਈਕਿੰਗ ਵੀ ਕਰਦੇ ਨੇ, ਪ੍ਰੋਗਰਾਮਿੰਗ ਵੀ ਕਰਦੇ ਆ, ਮਤਲਬ ਮਲਟੀਟਾਸਕਿੰਗ ਕਹਿ ਸਕਦੇ ਆ। ਤੇ ਅੱਜ ਉਹਨਾਂ ਨਾਲ ਮਿਲਾਂਗੇ, ਗੱਲ ਕਰਾਂਗੇ ਤੇ ਉਹਨਾਂ ਦੀ ਜਰਨੀ ਬਾਰੇ ਗੱਲ ਕਰਾਂਗੇ। ਬੇਸਿਕਲੀ ਕਿ ਬਚਪਨ ਕਿਵੇਂ ਦਾ ਰਿਹਾ, ਇੰਨੇ ਕੰਸਿਸਟੈਂਟ ਕਿਵੇਂ ਨੇ, ਕਿਵੇਂ ਦਾ ਮਾਈਂਡਸੈਟ ਹੈ, ਅੱਜ ਇੰਨੀ ਸੋਹਣੀ ਲਗਜ਼ਰੀਅਸ ਲਾਈਫ ਜਿਉ ਰਹੇ ਹੈ, ਕਿਹੋ ਜਿਹੇ ਮਾਈਂਡਸੈਟ ਨਾਲ ਅੱਜ ਦੇ ਇਸ ਮੁਕਾਮ ਤੱਕ ਉਹ ਪਹੁੰਚੇ ਹੈ। ਆਓ ਮਿਲਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਧੀਆ ਸਰ, ਥੈਂਕ ਯੂ ਸੋ ਮਚ ਮੈਨੂੰ ਅੱਜ ਟਾਈਮ ਦੇਣ ਲਈ। ਤੁਹਾਡੇ ਨਾਲ ਬੈਠਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਪੋਡਕਾਸਟ ਕਰ ਰਹੀ ਹਾਂ। ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਮੈਂ ਤੁਹਾਡੇ ਤੋਂ ਬਹੁਤ ਸਿੱਖਿਆ ਆਪਣੀ ਜ਼ਿੰਦਗੀ 'ਚ, ਤੇ ਮੈਂ ਹਮੇਸ਼ਾ ਇੰਸਪਾਇਰ ਹੁੰਦੀ ਹਾਂ। ਤੁਸੀਂ ਮੇਰੇ ਲਈ ਮੈਂਟਰ ਹੋ, ਹਮੇਸ਼ਾ ਰਹੋਗੇ। ਮੇਰੇ ਲਈ ਅੱਜ ਸੱਚੀ ਬੜੀ ਪ੍ਰਾਊਡ ਵਾਲੀ ਮੂਮੈਂਟ ਕਹਿ ਸਕਦੀ ਹਾਂ ਮੈਂ ਕਿ ਮੈਂ ਤੁਹਾਡੇ ਨਾਲ ਪੋਡਕਾਸਟ ਕਰ ਰਹੀ ਹਾਂ। ਥੈਂਕ ਯੂ। ਔਰ ਮੈਂ ਚਾਹੁੰਦੀ ਹਾਂ ਕਿ ਤੁਹਾਡੀ ਲਾਈਫ ਬਾਰੇ, ਤੁਹਾਡੀ ਜਰਨੀ ਬਾਰੇ ਲੋਕਾਂ ਨੂੰ ਪਤਾ ਲੱਗੇ।
ਅਸੀਂ ਨਾ ਸਾਡੀ ਆਦਤ ਹੁੰਦੀ ਹੈ ਇਨਸਾਨਾਂ ਦੀ ਕਿ ਅਸੀਂ ਸਕਸੈਸਫੁਲ ਬਿਜ਼ਨਸਮੈਨ ਹੋ ਗਏ ਜਾਂ ਜਿੰਨੇ ਵੀ ਪਰਸਨ ਹੋ ਗਏ ਅਸੀਂ ਉਹਨਾਂ ਦੀ ਸਿਰਫ ਉਹ ਚੀਜ਼ਾਂ ਦੇਖਦੇ ਹਾਂ ਜਿਹੜੀਆਂ ਫਲੈਸ਼ੀ ਹੁੰਦੀਆਂ, ਲੋਕਾਂ ਨੂੰ ਚੰਗੀਆਂ ਲੱਗਦੀਆਂ। ਤੁਹਾਡਾ ਸਾਨੂੰ ਹੈਗਾ ਕਿ ਤੁਹਾਡੀ ਪਾਸਟ ਲਾਈਫ ਜਿਵੇਂ ਪਿੱਛੇ ਜਰਨੀ ਕਿਵੇਂ ਰਹੀ, ਪਿੰਡ ਦੀ ਜਰਨੀ ਕਿੱਥੋਂ ਸਟਾਰਟ ਹੋਈ, ਤੁਹਾਡੀ ਐਜੂਕੇਸ਼ਨ 'ਚ ਤੁਸੀਂ ਇੰਨੇ ਪਰਫੈਕਟ ਡਾਕਟਰ ਹੋ, ਇੰਨੇ ਐਕਸਪਰਟ ਡਾਕਟਰ ਹੋ, ਤਾਂ ਉਹ ਤੁਹਾਡੇ 'ਚ ਕੁਆਲਿਟੀਜ਼ ਕਦੋਂ ਤੋਂ ਆਈਆਂ, ਆਪਾਂ ਇਹਦੇ ਬਾਰੇ ਸਾਰੀ ਗੱਲ ਕਰਾਂਗੇ ਅੱਜ। ਸ਼ੋਰ, ਜ਼ਰੂਰ। ਪਹਿਲਾਂ ਤਾਂ ਅੱਜ ਦੇ ਤੁਹਾਡਾ ਜਿਹੜਾ ਅਸੀਂ ਬੈਠੇ ਹਾਂ ਜਿੱਥੇ, ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਇੱਕ ਤਰ੍ਹਾਂ ਦੇ ਜਿਹਨੂੰ ਕਹਿ ਲਓ ਖੁਆਬ ਕਹਿ ਲਓ ਜਾਂ ਇੱਕ ਤਰ੍ਹਾਂ ਦਾ ਡ੍ਰੀਮ ਪ੍ਰੋਜੈਕਟ ਸੀਗਾ। ਇਹ ਦਿਸ ਇਜ਼ ਅ ਪ੍ਰੋਡਕਟ ਆਫ ਪੈਸ਼ਨ, ਦਿਸ ਇਜ਼ ਨਾਟ ਅ ਬਿਜ਼ਨਸ ਪ੍ਰਪੋਜ਼ਲ ਜੀ। ਤੇ ਬਹੁਤ ਰੀਝ ਨਾਲ ਬਣਾਇਆ ਹੈਗਾ ਤੇ ਦੋ ਹੀ ਚੀਜ਼ਾਂ ਅਸੀਂ ਸਾਹਮਣੇ ਰੱਖੀਆਂ ਜਦੋਂ ਇਹਦੀ ਡਿਜ਼ਾਈਨਿੰਗ ਹੋਈ। ਸਾਨੂੰ ਤਕਰੀਬਨ 4 ਸਾਲ ਸਿਰਫ ਡਿਜ਼ਾਈਨਿੰਗ ਤੇ ਲੱਗੇ ਸੀਗੇ, ਉਸ ਤੋਂ ਬਾਅਦ 3 ਸਾਲ ਇਹਨੂੰ ਬਣਾਉਣ ਤੇ ਲੱਗੇ ਹੈਗੇ ਨੇ। ਤੇ ਅਸੀਂ ਸਿਰਫ ਦੋ ਹੀ ਚੀਜ਼ਾਂ ਸਾਹਮਣੇ ਰੱਖੀਆਂ। ਪਹਿਲੀ ਕਿ ਜਿਹੜੇ ਸਾਡੇ ਪੇਸ਼ੈਂਟਸ ਆਉਣਗੇ, ਆਈ ਵਾਲੇ ਤਾਂ ਪੇਸ਼ੈਂਟ ਹੁੰਦੇ ਹੀ ਨਹੀਂ, ਸਾਰੇ ਬੜੇ ਵਧੀਆ ਹੈਲਦੀ ਹੁੰਦੇ ਨੇ, ਉਹਨਾਂ ਲਈ ਸਹੂਲੀਅਤ ਵੱਧ ਤੋਂ ਵੱਧ ਦੇ ਸਕੀਏ। ਤੇ ਜਿਹੜੇ ਵੀ ਸਾਡੇ ਟੀਮ ਮੈਂਬਰ ਹੈਗੇ ਆ, ਸਟਾਫ ਸਾਡੇ ਕੋਲ ਕੰਮ ਕਰਦਾ ਰਹੇ, ਉਹਨਾਂ ਨੂੰ ਜਿੰਨੀ ਵੱਧ ਤੋਂ ਵੱਧ ਸਹੂਲਤ ਦੇ ਸਕੇ। ਸੋ ਸਾਰੀ ਬਿਲਡਿੰਗ ਦੀ ਡਿਜ਼ਾਈਨਿੰਗ ਇਸ ਹਿਸਾਬ ਨਾਲ ਰੱਖੀ ਹੈ, ਸਿੰਪਲ, ਸਾਦਾ, ਸਾਫ ਸੁਥਰਾ, ਕੋਈ ਸ਼ੋ, ਕੋਈ ਸ਼ੈਂਡਲੀਅਰ, ਕੋਈ ਸਜਾਵਟ ਵਾਲੀ ਚੀਜ਼ ਨਹੀਂ ਹੈਗੀ ਬਿਲਡਿੰਗ 'ਚ, ਬਟ ਖੁੱਲੀ ਲਾਈਟ ਆਉਂਦੀ ਹੈਗੀ ਆ ਤੇ ਓਪਨ ਫੀਲਿੰਗ ਹੈਗੀ ਆ ਤਾਂ ਕਿ ਜਿਹੜਾ ਆਉਂਦਾ ਉਹਨੂੰ ਚੰਗਾ ਲੱਗੇ ਆ ਕੇ। ਇਟਸ ਅ ਬਿਲਡਿੰਗ ਡਿਜ਼ਾਈਨਡ ਐਜ਼ ਅ ਹੀਲਿੰਗ ਸਟਰਕਚਰ। ਐਕਚੁਅਲੀ ਹੈਗੀ ਸਰ, ਜਦੋਂ ਅੱਜ ਐਂਟਰ ਵੀ ਕੀਤੀ ਤਾਂ ਬੜੀਆਂ ਵਾਈਬਸ ਬੜੀਆਂ ਅੱਛੀਆਂ ਸੀਗੀਆਂ, ਬੜੀ ਪੋਜ਼ਿਟਿਵ ਵਾਈਬਸ ਆਈ। ਤੇ ਅਸੀਂ ਗੱਲ ਕਰ ਰਹੇ ਹਾਂ ਮੈਡੀ ਸਿਟੀ 'ਚ ਸਰ ਨੇ ਆਪਣਾ ਨਵਾਂ ਡ੍ਰੀਮ ਪ੍ਰੋਜੈਕਟ ਹਸਪੀਟਲ ਤਿਆਰ ਕੀਤਾ। ਬਹੁਤ ਸੋਹਣੀ ਬਿਲਡਿੰਗ ਆ ਔਰ ਜਿਵੇਂ ਸਰ ਕਹਿੰਦੇ ਨਾ ਹੀਲਿੰਗ ਸੈਂਟਰ ਹੈ, ਐਕਚੁਅਲੀ ਹੈਗਾ। ਲੋਕਾਂ ਨੂੰ ਦੇਖ ਕੇ ਲੱਗੂਗਾ ਅਸੀਂ ਏਅਰਪੋਰਟ ਤੇ ਆਏ ਹੋਏ ਹਾਂ, ਇਹੋ ਜਿਹਾ ਇਨਫਰਾਸਟ੍ਰਕਚਰ ਹੈ ਔਰ ਦੇਖ ਕੇ ਲੱਗਦਾ ਬਹੁਤ ਮਹਿੰਗੀ ਜਗ੍ਹਾ ਹੈ। ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂਆਤ ਕਰਦੇ ਕਿ ਡਾਕਟਰ ਸਾਹਿਬ ਬਾਰੇ ਇਹ ਬੜਾ ਫੇਮਸ ਹੈ ਕਿ ਆਪਣਾ ਮਹਿੰਗਾ ਰਹਿੰਦਾ ਹਮੇਸ਼ਾ ਟ੍ਰੀਟਮੈਂਟ ਇਹੋ ਜਿਹਾ। ਇੱਥੇ ਡਿਫਰੈਂਟ ਆਊਗਾ ਕਿ ਇੰਨਾ ਸੋਹਣਾ ਇਨਫਰਾਸਟ੍ਰਕਚਰ, ਇੰਨੀਆਂ ਫੈਸਿਲਿਟੀਜ਼, ਇਹ ਸੇਮ ਰਹੇਗਾ। ਵੀ ਆਰ ਨਾਟ ਇਨਕਰੀਜ਼ਿੰਗ ਚਾਰजेस ਐਜ਼ ਆਫ ਨਾਓ। ਫਿਰ ਤਾਂ ਬਹੁਤ ਵਧੀਆ ਗੱਲ ਹੈ ਸਰ। ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਸਟਾਫ ਲਈ ਵੀ ਬੜੀ ਵਧੀਆ ਚੀਜ਼ ਹੈ। ਇੱਥੇ ਦਾ ਸਾਨੂੰ ਇੱਕ ਜਿਹੜਾ ਫਾਇਦਾ ਹੋਊਗਾ, ਉੱਥੇ ਸਾਡੇ ਕੋਲ ਕੰਸਟ੍ਰੇਂਟ ਸੀਗਾ ਕਿ ਅਸੀਂ ਇਦੋਂ ਜ਼ਿਆਦਾ ਕੰਮ ਨਹੀਂ ਕਰ ਸਕਦੇ ਸੀਗੇ। ਸਾਡਾ ਆਪਰੇਸ਼ਨ ਥੀਏਟਰ ਸਾਰਾ ਦਿਨ ਚੱਲਦਾ, ਆਪਰੇਸ਼ਨ ਜ਼ਿਆਦਾ। ਇੱਥੇ ਸਾਡੇ ਕੋਲ ਹੁਣ 8 ਆਪਰੇਸ਼ਨ ਥੀਏਟਰ ਨੇ, ਸਟੇਟ ਆਫ ਦੀ ਆਰਟ। ਇਹ ਜਿਹੜਾ ਹੈਗਾ ਇਹ ਦੁਨੀਆ ਦਾ, ਚਲੋ ਦੁਨੀਆ ਦਾ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਸ਼ਾਇਦ, ਪਰ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਿੰਗਲ ਸਪੈਸ਼ਲਿਟੀ ਸਟੈਂਡ ਅਲੋਨ ਡੇ ਕੇਅਰ ਸੈਂਟਰ ਹੈਗਾ ਜੀ, ਆਈਜ਼ ਲਈ। ਮੇਬੀ ਐਨੀ ਸਪੈਸ਼ਲਿਟੀ। ਓਕੇ। ਹਾਂ, ਹੁਣ ਵੀ ਜਦ ਆਉਂਦੇ ਨੇ ਕਿ ਦੇਖਦੇ ਨੇ, ਦੋਸਤ ਮਿੱਤਰ ਵੀ ਆਉਂਦੇ, ਉਹ ਕਹਿੰਦੇ ਆਈ ਦਾ ਸਾਰਾ। ਮੈਂ ਕਿਹਾ ਹਾਂ। ਕਹਿੰਦੇ ਇੰਨਾ ਵੱਡਾ ਤਾਂ ਫਿਰ ਮਲਟੀ ਸਪੈਸ਼ਲਿਟੀ ਬਣਾ ਲੈਣਾ ਸੀਗਾ ਜਿੰਨਾ ਵੱਡਾ ਕੀਤਾ। ਤਾਂ ਮੇਰਾ ਇਹ ਹੈਗਾ ਕਿ ਮੈਨੂੰ ਜੋ ਆਉਂਦਾ ਮੈਂ ਉਸ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਜਿਵੇਂ ਕਹਿੰਦੇ ਆ ਕਿ ਕੋਰ ਕੰਪੀਟੈਂਸੀ, ਜਿਹੜੀ ਚੀਜ਼ ਤੁਹਾਨੂੰ ਆਉਂਦੀ ਆ ਉਹੀ ਕਰੋ, ਬਾਕੀ ਦੇ ਪੰਗੇ ਲੈਣ ਦੀ ਕੀ ਲੋੜ ਹੈਗੀ ਆ। ਸੋ ਇਹ ਮਲਟੀ ਸਪੈਸ਼ਲਿਟੀ 'ਚ ਨਹੀਂ ਜਾਏਗਾ, ਆਈ ਦਾ ਹੀ ਰਹੇਗਾ। ਪਰ ਆਈ 'ਚ ਬਹੁਤ ਡੂੰਘਾਈ ਤੱਕ ਜਾਵਾਂਗੇ, ਜਿੱਥੇ ਤੱਕ ਜਾ ਸਕਦੇ ਹਾਂ। ਟ੍ਰੇਨਿੰਗ ਲਈ ਜਾਵਾਂਗੇ, ਰਿਸਰਚ ਲਈ ਜਾਵਾਂਗੇ, ਪਬਲਿਕੇਸ਼ਨ ਲਈ ਜਾਵਾਂਗੇ, ਪੇਸ਼ੈਂਟ ਐਜੂਕੇਸ਼ਨ 'ਚ ਜਾਵਾਂਗੇ, ਕਿਉਂਕਿ ਸਾਡੇ ਕੋਲ ਹੁਣ ਜਗ੍ਹਾ ਬਹੁਤ ਹੈਗੀ। ਅਸੀਂ ਆਊਟਰੀਚ ਜਾਵਾਂਗੇ, ਅਸੀਂ ਸੁਸਾਇਟੀ ਦੇ ਉਸ ਸਟ੍ਰੈਟਾ 'ਚ ਜਾਂ ਉਹ ਲੋਕਾਂ ਕੋਲ ਵੀ ਜਾਵਾਂਗੇ ਜਿਨ੍ਹਾਂ ਨੂੰ ਸਾਡੇ 9 ਸੈਕਟਰ ਆਉਣ ਤੋਂ ਪੈਸਿਆਂ ਕਰਕੇ ਡਰ ਲੱਗਦਾ ਸੀਗਾ। ਓਕੇ। ਸੋ ਆਲਰੇਡੀ ਅਸੀਂ ਨਾਲ ਦੇ 10-10 ਕਿਲੋਮੀਟਰ ਏਰੀਏ 'ਚ ਅਸੀਂ ਪਿਛਲੇ ਮਹੀਨੇ, 1.5 ਮਹੀਨੇ ਤੋਂ ਸਾਡਾ ਬੰਦਾ ਜਾਂਦਾ ਹੈਗਾ, ਗੁਰਦੁਆਰੇ ਜਾ ਕੇ ਅਨਾਊਂਸਮੈਂਟ ਕਰਦੇ ਆ ਕਿ ਵੀ ਇਹ ਚੱਲ ਪਿਆ ਹੈਗਾ, ਜਿਹਨੇ ਆਉਣਾ ਆਹ ਤਰੀਕ ਹੈਗੀ ਆ ਤੁਹਾਡੇ ਪਿੰਡ ਲਈ, ਆ ਜਾਓ, ਸਾਰਿਆਂ ਦਾ ਫ੍ਰੀ ਚੈੱਕਅਪ ਹੋਏਗਾ। ਤੇ ਬੜਾ ਸੋਹਣਾ ਰਿਸਪੌਂਸ ਆਇਆ ਹੈਗਾ ਉਹਦਾ। ਵੈਰੀ ਨਾਈਸ ਸਰ। ਪਰ ਮੈਂ ਜਿਵੇਂ ਤੁਹਾਨੂੰ ਬਹੁਤ ਸਾਲਾਂ ਤੋਂ ਜਾਣਦੀ ਹਾਂ, ਹੈ ਨਾ, ਮੈਂ ਆਪ ਜੁੜੀ ਹੋਈ ਹਾਂ GI ਨਾਲ, ਬਟ ਆਪਾਂ ਪਹਿਲਾਂ ਵੀ ਸਰ ਬਹੁਤ ਐਵੇਂ ਦੇ ਕੈਂਪਸ ਲਾਉਂਦੇ ਰਹੇ ਹਾਂ। ਬਿਲਕੁਲ, ਹੁਣ ਦੁਬਾਰਾ ਸ਼ੁਰੂ ਕਰਾਂਗੇ ਵੱਡੇ ਪੱਧਰ ਤੇ। ਹਾਂਜੀ। ਈਵਨ ਤੁਸੀਂ ਆਈ ਥਿੰਕ ਆਊਟ ਆਫ ਕੰਟਰੀ ਵੀ ਕੀਤਾ ਇੱਕ ਪ੍ਰੋਜੈਕਟ। ਇੱਕ ਨਹੀਂ, ਬਹੁਤ ਕੀਤੇ ਨੇ। 97 'ਚ ਪਹਿਲਾ ਸੀਗਾ। ਹਰ 2 ਸਾਲ ਮੈਂ ਆਪਦੇ 2 ਹਫ਼ਤੇ ਰੋਟਰੀ ਨੂੰ ਕੰਟਰੀਬਿਊਟ ਕਰਦਾ ਰਿਹਾ, ਇੰਟਰਨੈਸ਼ਨਲ ਮੈਡੀਕੇਅਰ ਟੀਮ। ਤੇ ਉਸ ਵੇਲੇ ਕੀਤੇ ਨੇ ਜਦੋਂ ਮੈਂ ਇਕੱਲਾ ਪ੍ਰੈਕਟਿਸ ਕਰਦਾ ਸੀ। ਤਾਂ ਮੈਂ 2 ਹਫ਼ਤੇ ਕਲੀਨਿਕ ਬੰਦ ਕਰਕੇ ਜਾਣਾ ਐਂਡ ਅਫਰੀਕਾ ਦੇ ਅੱਡ-ਅੱਡ ਮੁਲਕਾਂ 'ਚ ਜਾਣਾ। ਆਈ ਹੈਵ ਬੀਨ ਟੂ ਇਥੋਪੀਆ, ਯੂਗੈਂਡਾ, ਕੀਨੀਆ, ਮੈਡਾਗਾਸਕਰ, ਕੋਂਗੋ, ਸਾਊਥ ਅਫਰੀਕਾ, ਫਿਰ ਮੰਗੋਲੀਆ। ਤੇ ਬਹੁਤ ਸਾਰੇ ਮੁਲਕ ਇਹ ਸੀ ਜਿੱਥੇ ਕਿ ਅਸੀਂ
ਪਹਿਲੀ ਵਾਰ ਇੰਟਰਾਓਕੂਲਰ ਲੈਂਸ ਇੰਪਲਾਂਟ ਕੀਤਾ ਸੀ, ਪਹਿਲੀ ਵਾਰ ਅੱਖ ਦੇ ਲੈਂਸ ਚੇਂਜ ਕਰਕੇ ਆਪਰੇਸ਼ਨ ਕੀਤੇ। ਤੇ ਤੁਸੀਂ ਇਹ ਸਮਝ ਲਓ ਕਿ ਸਾਰੇ ਮੁਲਕ ਤੋਂ ਆਈ ਸਪੈਸ਼ਲਿਸਟ ਆਉਂਦੇ ਸੀ ਦੇਖਣ ਲਈ ਵੀ ਕੀ ਹੋ ਰਿਹਾ ਹੈਗਾ। ਉਹ ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਜ਼ਿਆਦਾ ਵਧੀਆ ਇਸ ਕਰਕੇ ਸੀਗਾ ਕਿ ਚੈਲੰਜਿੰਗ ਬਹੁਤ ਸੀਗਾ। ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਕੁਝ ਵੀ ਨਹੀਂ ਹੈਗਾ, ਤੁਸੀਂ ਸਭ ਕੁਝ ਨਾਲ ਲੈ ਕੇ ਜਾਣਾ ਹੈਗਾ। ਤੁਸੀਂ ਆਪਣੇ ਡਰੈਸ ਵੀ ਲੈ ਕੇ ਜਾਣੀ ਹੈ, ਤੁਸੀਂ ਚੱਪਲਾਂ ਵੀ ਨਾਲ ਲੈ ਕੇ ਜਾਣੀਆਂ, ਸਾਰੀਆਂ ਦਵਾਈਆਂ ਲੈ ਕੇ ਜਾਣੀਆਂ, ਆਪਰੇਟਿੰਗ ਮਾਈਕਰੋਸਕੋਪ ਲੈ ਕੇ ਜਾਣੀ ਹੈਗੀ। ਹਰ ਚੀਜ਼ ਉੱਥੋਂ ਕੁਝ ਨਹੀਂ ਮਿਲਦਾ ਹੈਗਾ ਤੇ ਚੈਲੰਜਿੰਗ ਸਿਚੁਏਸ਼ਨਸ ਹੈਗੀਆਂ ਉੱਥੇ। ਮਤਲਬ ਕਈ ਦਫਾ ਜਿਵੇਂ ਅਸੀਂ ਯੂਗੈਂਡਾ ਪਹਿਲੇ ਕੈਂਪ ਤੇ ਗਏ ਸੀਗੇ, ਉੱਥੇ ਇੱਕ ਜਗ੍ਹਾ ਹੈਗੀ ਹੈ ਗੁਲੂ, ਨਾਰਥ ਆਫ ਯੂਗੈਂਡਾ। ਉਸ ਵੇਲੇ ਉੱਥੇ ਲੜਾਈ ਚੱਲ ਰਹੀ ਸੀਗੀ ਤੇ ਰਾਤ ਨੂੰ ਤੁਹਾਨੂੰ ਗੋਲੀਆਂ ਸੁਣਦੀਆਂ ਸੀਗੀਆਂ ਚੱਲਦੀਆਂ। ਤੇ ਜਿੱਥੇ ਅਸੀਂ ਕੈਂਪ ਲਗਾਇਆ, ਸਰਜਰੀ ਕੀਤੀ, ਉਹ ਜਗ੍ਹਾ ਤੇ ਲੋਕਲਾਂ ਨੇ ਸਾਨੂੰ ਦੱਸਿਆ, ਲੋਕਲ ਬੰਦਿਆਂ ਨੇ ਦੱਸਿਆ ਕਿ ਜੀ ਇੱਥੇ 8 ਸਾਲ ਬਾਅਦ ਕੋਈ ਡਾਕਟਰ ਆਇਆ ਹੈਗਾ। ਰੀਲੀ? ਹਾਂਜੀ। ਤਾਂ ਉਸ ਵੇਲੇ HIV ਦਾ ਬੜਾ ਸੀਗਾ, ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਜੀ ਅਸੀਂ ਹੁਣ ਸਰਜਰੀ ਕਰਨੀ ਆ ਤੇ ਰੂਟੀਨ ਹੁੰਦਾ ਸਾਡਾ HIV ਟੈਸਟ ਕਰਨ ਦਾ, ਤੇ ਇਹਨਾਂ ਦੇ HIV ਟੈਸਟ ਹੋਣਗੇ ਕਿ ਨਹੀਂ ਹੋਣਗੇ। ਉਹਨਾਂ ਦਾ ਜਵਾਬ ਸੀਗਾ ਕਿ ਟੈਸਟ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਇਹ ਸਮਝੋ ਕਿ ਸਾਰੇ ਹੀ ਪੋਜ਼ਿਟਿਵ ਨੇ। ਸੋ ਉਹੋ ਜਿਹੀ ਸਿਚੁਏਸ਼ਨ 'ਚ ਜਦ ਕੰਮ ਕਰਦੇ ਹੋ, ਫਿਰ ਲਾਈਟ ਨਹੀਂ ਹੈਗੀ, ਫਿਰ ਤੁਸੀਂ ਲੱਕੜ ਬਾਲ ਕੇ ਆਟੋਕਲੇਵ ਚਲਾ ਕੇ ਆਟੋਕਲੇਵ ਕਰ ਰਹੇ ਹੈਗੇ ਹੋ, ਫਿਰ ਟਾਰਚ ਲਾਈਟ ਚਲੀ ਜਾਏਗੀ ਵਿੱਚੋਂ, ਫਿਰ ਟਾਰਚ ਨਾਲ ਆਪਰੇਟ ਕਰ ਰਹੇ। ਸੋ ਬਹੁਤ ਜ਼ਿਆਦਾ ਹੀ ਚੈਲੰਜਿੰਗ ਸਿਚੁਏਸ਼ਨ ਸੀਗੀਆਂ ਅਫਰੀਕਾ 'ਚ, ਜਿੱਥੇ ਜਾ ਕੇ ਤੁਸੀਂ ਆਪਰੇਟ ਕਰਨਾ ਹੈਗਾ। ਸੜਕ ਕੋਈ ਨਹੀਂ ਹੈਗੀ, ਕੱਚਾ ਰਸਤਾ ਜਿੱਥੇ ਜਾਣਾ ਹੈਗਾ। ਸੋ ਬਟ ਜਦੋਂ ਤੁਸੀਂ ਆਪਰੇਟ ਕਰਦੇ ਹੋ, ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ, ਜਦੋਂ ਉਹ ਅਗਲੇ ਦਿਨ ਤੁਹਾਨੂੰ ਦੁਆਵਾਂ ਦਿੰਦੇ ਹੈਗੇ ਨੇ। ਇਸੇ ਜਗ੍ਹਾ ਤੇ ਗੁੱਲੂ ਤੇ ਇੱਕ ਲੇਡੀ ਸੀਗੀ ਜਿਹਦਾ ਅਸੀਂ ਆਪਰੇਸ਼ਨ ਕੀਤਾ, ਉਹ ਦੋਨੋਂ ਅੱਖਾਂ ਤੋਂ ਨਹੀਂ ਸੀ ਦਿਖ ਰਿਹਾ ਉਹਨੂੰ, ਤੇ ਉਹ 6-7 ਸਾਲ ਤੋਂ ਬਲਾਈਂਡ ਸੀਗੀ। ਉਹਨੇ ਆਪਣਾ ਕੋਈ ਵੀ ਗ੍ਰੈਂਡ ਚਾਈਲਡ, ਜਿਹੜੇ ਦੋਤੇ ਪੋਤਿਆਂ ਚੋਂ ਕਿਸੇ ਨੂੰ ਨਹੀਂ ਸੀ ਦੇਖਿਆ ਹੋਇਆ। ਜਦੋਂ ਅਗਲੇ ਦਿਨ ਉਹਨੂੰ ਦਿਖਣ ਲੱਗਿਆ ਤਾਂ ਜਿਵੇਂ ਕਹਿੰਦੇ ਹਨ ਇੱਕ ਤਰ੍ਹਾਂ ਨਾਲ ਖੁਸ਼ੀ ਨਾਲ ਪਾਗਲ ਹੋ ਗਈ ਸੀ, ਚੀਕਾਂ ਮਾਰਦੀ ਸੀ ਕਿ ਮੈਨੂੰ ਦਿਖਣ ਲੱਗ ਗਏ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਉਸ ਜਗ੍ਹਾ ਤੇ ਜਾ ਕੇ ਕੰਮ ਕਰਨਾ ਜਿੱਥੇ ਉਹਨਾਂ ਕੋਲ ਇਹ ਸਰਵਿਸ ਨਹੀਂ ਹੈਗੀ, ਉਹ ਬਹੁਤ ਡਿਫਰੈਂਟ ਹੈਗਾ। ਅਸੀਂ ਇੱਥੇ ਕੈਂਪ ਲਾਉਣੇ ਆ 30 ਕਿਲੋਮੀਟਰ ਤੇ ਜਾ ਕੇ, ਉੱਥੇ ਸਾਰੇ ਪੰਜਾਬ ਵੈਸੀ ਸਟੇਟ ਆਪਣੀ ਵਧੀਆ ਹੈਗੀ ਆ। ਸੋ ਉਸ ਦੁਨੀਆ ਦੇ ਹਿੱਸੇ ਤੇ ਜਾ ਕੇ ਜਿੱਥੇ ਉਹਨਾਂ ਕੋਲ ਕੁਝ ਵੀ ਨਹੀਂ ਹੈਗਾ, ਉੱਥੇ ਜਾ ਕੇ ਕੰਮ ਕਰਨਾ ਇਜ਼ ਵੈਰੀ ਸੈਟਿਸਫਾਈਂਗ। ਤਾਂ ਤੁਸੀਂ ਅਗਲੀ ਵਾਰੀ ਜਦ ਕਹਿੰਦੇ ਕਿ ਚੱਲੋਗੇ ਤਾਂ ਜਵਾਬ ਹੁੰਦਾ ਹਾਂਜੀ ਚੱਲਾਂਗੇ। ਪਹਿਲਾ ਜਿਹੜਾ ਕੈਂਪ ਸੀਗਾ ਤਾਂ ਰੋਟਰੀ ਦੇ ਉਸ ਵੇਲੇ ਇੰਟਰਨੈਸ਼ਨਲ ਰੋਟਰੀ ਪ੍ਰੈਜ਼ੀਡੈਂਟ ਰਾਜਾ ਸਾਬੂ ਸੀਗੇ, ਤਾਂ ਇੱਕ ਡਿਨਰ ਪਾਰਟੀ ਸੀਗੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਡਾਕਟਰ ਗਰੇਵਾਲ ਤੁਸੀਂ ਕੈਂਪ ਤੇ ਚੱਲੋਗੇ? ਮੈਂ ਕਿਹਾ ਹਾਂਜੀ ਚੱਲਾਂਗੇ। ਕਹਿੰਦੇ ਹੋ ਸਕਦਾ 10-12 ਦਿਨ ਦਾ ਹੋਵੇ। ਮੈਂ ਕਿਹਾ ਚੱਲਾਂਗੇ। ਤੇ ਕਹਿੰਦੇ ਟਫ ਵੀ ਹੋ ਸਕਦਾ। ਮੈਂ ਕਿਹਾ ਜੀ ਮੈਂ ਤੁਹਾਨੂੰ ਕਹਤਾ ਮੈਂ ਚੱਲਾਂਗੇ। ਤੇ ਕਹਿੰਦੇ ਤੁਸੀਂ ਇਹ ਨਹੀਂ ਪੁੱਛੋਗੇ ਕਿੱਥੇ ਜਾਣਾ? ਮੈਂ ਕਿਹਾ ਤੁਸੀਂ ਕਹਿਤਾ ਕਿ ਚੱਲਾਂਗੇ, ਮੈਂ ਕਮਿਟ ਕਰਤਾ, ਹੁਣ ਤੁਸੀਂ ਮੈਨੂੰ ਜਿੱਥੇ ਮਰਜ਼ੀ ਲੈ ਚੱਲੋ। ਮੈਂ ਤੁਹਾਨੂੰ ਪੁੱਛਣ ਵਾਲੀ ਸੀ ਤੁਸੀਂ ਚੂਜ਼ ਕਿਉਂ ਕੀਤਾ ਇਹ, ਕਿਉਂਕਿ ਤੁਹਾਡੇ ਕੋਲੇ ਤਾਂ ਚੋਇਸ ਸੀ ਨਾ ਜਾਣਾ ਨਾ ਜਾਣਾ ਉੱਥੇ। ਨਹੀਂ, ਉਹ ਉਸ ਤਰੀਕੇ ਨਾਲ ਉਹਨਾਂ ਨੇ ਪੁੱਛਿਆ ਕਿ ਵੀ ਕੈਂਪ ਤੇ ਜਾਣਾ ਤੁਸੀਂ ਚੱਲੋਗੇ। ਸੋ ਅੰਦਰੋਂ ਆਇਆ ਕਿ ਚੱਲਾਂਗੇ। ਅੱਜ ਹੁਣ ਜੇ ਮੈਂ ਦੇਖਿਆ ਜਾਏ, ਦੇਖੋ ਕਿ ਵੀ ਤੁਸੀਂ ਇਕੱਲੇ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਚੰਗੀ ਪ੍ਰੈਕਟਿਸ ਚੱਲ ਰਹੀ ਹੈ, ਤੁਸੀਂ ਫਿਰ ਤਾਲਾ ਲਾ ਕੇ ਜਾ ਰਹੇ ਹੋ 2 ਹਫ਼ਤੇ ਲਈ, ਜਿਗਰਾ ਚਾਹੀਦਾ ਹੈ। ਪਰ ਕੁਝ ਸੀਗਾ ਜਿਹੜਾ ਕਿ ਮੈਨੂੰ ਉਧਰ ਨੂੰ ਖਿੱਚ ਕੇ ਲੈ ਕੇ ਗਿਆ ਹੈਗਾ। ਉਸ ਚੀਜ਼ ਨੇ ਤੁਹਾਨੂੰ ਹੈਲਪ ਕੀਤਾ ਲਾਈਫ ਬਹੁਤ ਜ਼ਿਆਦਾ। ਕਿਸ ਟਰਮਸ? ਸੈਟਿਸਫੈਕਸ਼ਨ। ਤੁਸੀਂ ਬਿਜ਼ਨਸ ਕਰੋਗੇ, ਤੁਸੀਂ ਬਿਜ਼ਨਸ ਚੱਲ ਜਾਏਗਾ, ਤੁਹਾਡੇ ਕੋਲ ਪੈਸਾ ਆ ਜਾਏਗਾ, ਤੁਸੀਂ ਕਾਰ ਵਧੀਆ ਲੈ ਲਓਗੇ, ਤੁਸੀਂ ਘਰ ਵਧੀਆ ਲੈ ਲਓਗੇ, ਤੁਸੀਂ ਦੁਆਵਾਂ ਨਹੀਂ ਖਰੀਦ ਸਕਦੇ। ਬਿਲਕੁਲ। ਤੇ ਅਸਲ 'ਚ ਜਾ ਕੇ ਉਹੀ ਕੰਮ ਹੁੰਦੀਆਂ। ਦੁਆਵਾਂ ਤੇ ਮੈਨੂੰ ਗੱਲ ਯਾਦ ਆਈ ਸਰ, ਮੈਂ ਜਦੋਂ ਐਜ਼ ਏ HR ਤੁਹਾਡੇ ਨਾਲ ਕੰਮ ਕਰਦੀ ਸੀ ਤਾਂ ਕਸ਼ਮੀਰ ਤੋਂ ਇੱਕ ਪੇਸ਼ੈਂਟ ਆਏ ਸੀ, ਉਹਨਾਂ ਦਾ ਬੇਟਾ ਸੀ ਬਹੁਤ ਛੋਟਾ ਤੇ ਉਹਨੂੰ ਬਾਈ ਬਰਥ ਹੀ ਨਿਗਾਹ ਬਹੁਤ ਘੱਟ ਸੀਗੀ, ਤਾਂ ਤੁਸੀਂ ਆਪਰੇਟ ਕੀਤਾ ਸੀ, ਪਤਾ ਨਹੀਂ ਤੁਹਾਡੇ ਯਾਦ ਹੈ ਕਿ ਨਹੀਂ। ਤੇ ਉਹਨਾਂ ਨੇ ਜਦੋਂ ਆਉਂਦੇ ਸੀ ਨਾ ਹਰ ਵਾਰ ਚੈੱਕ ਕਰਾਉਣ, ਤਾਂ ਉਹਨਾਂ ਨੇ ਪੂਰੇ ਸਟਾਫ ਨੂੰ ਐਵੇਂ ਮਿਲਣਾ ਸਾਨੂੰ, ਕਿਉਂਕਿ ਸਾਡੇ ਲਈ ਵੀ ਇਹੋ ਜਿਹਾ ਕੇਸ ਸੀਗਾ, ਕਿਉਂਕਿ ਉਹ ਬਹੁਤ ਰੋਂਦੇ ਸੀ ਦੋਨੋਂ ਪੇਰੈਂਟ ਨਾ ਕਿ ਬੱਚੇ ਦੀ ਨਿਗਾਹ ਨਹੀਂ ਆ ਰਹੀ। ਜਦੋਂ ਨਿਗਾਹ ਆਈ ਸੀ ਨਾ, ਤਾਂ ਮੇਬੀ ਤੁਹਾਨੂੰ ਯਾਦ ਹੈ ਕਿ ਨਹੀਂ, OPD 'ਚ ਉਹਨਾਂ ਦੇ ਫਾਦਰ ਨੇ ਐਵੇਂ ਲੰਬੇ ਲੇਟ ਕੇ ਤੁਹਾਡੇ ਪੈਰੀ ਹੱਥ ਲਾਏ ਸੀ ਵੀ ਸਾਡੇ ਲਈ ਤੁਸੀਂ ਰੱਬ ਹੋ, ਤੇ ਉਹਨਾਂ ਨੇ ਬੜਾ ਚੀਜ਼ਾਂ ਲੈ ਕੇ ਆਏ ਤੁਹਾਡੇ ਲਈ, ਸਾਨੂੰ ਯਾਦ ਹੈ। ਸਾਡੇ ਲਈ ਇਨੀ ਇਮੋਸ਼ਨਲ ਮੂਵਮੈਂਟ ਸੀ, ਤਾਂ ਦੁਆਵਾਂ ਸਾਨੂੰ ਪਤਾ ਹੈ ਕਿ ਤੁਹਾਡੇ ਹੱਥ 'ਚ ਸੱਚੀ ਸ਼ਫਾ ਹੈ ਵੀ ਤੁਸੀਂ ਕਿਹੋ ਜਿਹੀ ਨਿਗਾਹ ਦੇਣਾ, ਮੈਂ ਕਹਿੰਦੀ ਕਿਸੇ ਨੂੰ ਨਜ਼ਰ ਦੇਣੀ, ਜ਼ਿੰਦਗੀ ਦੇਖਣ ਦਾ ਹਨਾ, ਰੰਗ ਦੇਖਣ ਦਾ ਦੇਣਾ, ਤਾਂ ਪਰਮਾਤਮਾ ਵੱਲੋਂ ਮਿਹਰ ਹੀ ਹੈ ਕਿ ਤੁਹਾਨੂੰ ਮੌਕੇ ਮਿਲੇ। ਉਹ ਕਰਵਾਉਂਦਾ। ਹਾਂਜੀ। ਨਹੀਂ ਤਾਂ
ਜਿਹੜਾ ਮੇਰਾ ਛੋਟੇ ਹੁੰਦੇ ਖਾਬ ਸੀਗਾ ਉਹ ਤਾਂ ਪਾਇਲਟ ਬਣਨ ਦਾ ਸੀਗਾ, ਡਾਕਟਰ ਬਣਨ ਦਾ ਤਾਂ ਹੈ ਹੀ ਨਹੀਂ ਸੀਗਾ। ਪਰ ਇਟਸ ਆਲ ਪ੍ਰੀਡੈਸਟਾਈਨਡ, ਸਾਰਾ ਕੁਝ ਉਹਦੇ ਹੁਕਮ ਤੇ ਹੀ ਚੱਲਦਾ, ਜਿਵੇਂ ਉਹ ਚਲਾਉਂਦਾ ਉਵੇਂ ਚੱਲਦਾ। ਜਦੋਂ ਤੁਸੀਂ ਸਟਾਰਟ ਕੀਤੀ ਇਹ ਜਰਨੀ ਹੈ ਨਾ ਸਰ, ਤੁਸੀਂ ਪੀਜੀਆਈ ਤੋਂ ਸਟਾਰਟ ਕੀਤੀ ਸੀਗੀ, ਤਾਂ ਉਹ ਜਰਨੀ ਤੁਹਾਡੀ ਕਿਵੇਂ ਸਟਾਰਟ ਹੋਈ? ਫਿਰ ਤੁਸੀਂ ਕਦੋਂ ਸਟਾਰਟ ਕੀਤਾ? ਤੁਸੀਂ ਐਚਓਡੀ ਕਦੋਂ ਬਣੇ ਉੱਥੇ ਪੀਜੀਆਈ 'ਚ? ਮੈਂ ਪੀਜੀਆਈ ਜੁਆਇਨ ਕੀਤਾ ਸੀ 81 'ਚ ਐਜ਼ ਸੀਨੀਅਰ ਰੈਜ਼ੀਡੈਂਟ। ਹਾਂਜੀ। ਉਸ ਤੋਂ ਬਾਅਦ ਮੈਂ 93 'ਚ ਐਜ਼ ਐਸੋਸੀਏਟ ਪ੍ਰੋਫੈਸਰ ਛੱਡਿਆ ਸੀਗਾ। 93 ਛੱਡਿਆ ਸੀਗਾ ਤੇ ਮੇਰਾ ਖਿਆਲ 89 'ਚ ਮੈਂ ਡਿਸਾਈਡ ਕਰ ਲਿਆ ਸੀਗਾ, 3-4 ਸਾਲ ਪਹਿਲਾਂ ਡਿਸਾਈਡ ਕੀਤਾ ਸੀਗਾ ਕਿ ਮੈਂ ਆਪਣਾ ਸ਼ੁਰੂ ਕਰਨਾ। ਤੇ 3 ਸਾਲ 4 ਸਾਲ ਪੂਰੀ ਤਿਆਰੀ ਕਰਨ ਤੇ ਲੱਗੇ ਸੀਗੇ, ਵੀ ਮਨ ਬਣਾਉਣ ਤੇ ਕਹਿ ਲਓ, ਸਾਰਾ ਕੁਝ ਜੋ ਕਰਨਾ ਕਰਨ ਤੇ। ਸ਼ੁਰੂਆਤ ਇਹਦੀ ਹੋਈ ਸੀਗੀ ਜਦੋਂ ਮੈਂ ਯੂਕੇ ਲੇਜ਼ਰਸ ਦੀ ਟ੍ਰੇਨਿੰਗ ਦੀ ਫੈਲੋਸ਼ਿਪ ਤੇ ਗਿਆ ਸੀਗਾ। ਮੂਰਫੀਲਡਸ ਆਈ ਹਸਪੀਟਲ, ਵਨ ਆਫ ਦਾ ਬੈਸਟ ਜਿਹੜਾ ਹੈ, ਅੱਜ ਵੀ ਉੱਥੇ ਬਹੁਤ ਵਧੀਆ ਗਿਣਿਆ ਜਾਂਦਾ ਹੈਗਾ। ਉੱਥੇ ਜਾ ਕੇ ਜਿਹੜਾ ਜਦ ਮੈਂ ਇੱਕ ਚੀਜ਼ ਦੇਖੀ ਕਿ ਉਹ ਕੰਮ ਕਿਵੇਂ ਕਰਦੇ ਹੈਗੇ ਨੇ, ਤਾਂ ਉਹ ਦੇਖ ਕੇ ਵੀ ਉਹ ਕੰਮ ਕਿਵੇਂ ਕਰਦੇ ਆ, ਉਦੋਂ ਫਿਰ ਮਨ 'ਚ ਆਇਆ ਕਿ ਆਪਾਂ ਕਿਉਂ ਨਹੀਂ ਕਰ ਸਕਦੇ ਹੈਗੇ। ਅਸੀਂ ਪੀਟਰ ਹੈਮਿਲਟਨ ਸੀ ਡਾਕਟਰ ਸਾਹਿਬ ਦਾ ਨਾਂ, ਜਿਹਦੇ ਨਾਲ ਮੈਂ ਸੀਗਾ, ਤੇ ਅਸੀਂ ਪੇਸ਼ੈਂਟ ਐਗਜ਼ਾਮਿਨ ਕਰ ਰਹੇ ਹਾਂ। ਦਰਵਾਜ਼ਾ ਖੁੱਲਿਆ, 3 ਜਣੇ ਅੰਦਰ ਆਉਂਦੇ ਨੇ, ਆਏ, ਉਹਨਾਂ ਨੇ ਵਿਸ਼ ਕੀਤਾ ਤੇ ਚਲੇ ਗਏ। ਤੇ ਜਦ ਚਲੇ ਗਏ ਤਾਂ ਦੈਨ ਪੀਟਰ ਹੈਮਿਲਟਨ ਕਹਿੰਦਾ ਇਹਨਾਂ ਦਾ ਹੈਲਥ ਮਿਨਿਸਟਰ ਸੀਗਾ ਜਿਹੜਾ ਵਿਜ਼ਿਟ ਤੇ ਆਇਆ ਹੋਇਆ ਹੈਗਾ, ਉਹਨੇ ਕੋਈ ਅੱਗੇ ਪਿੱਛੇ ਬੰਦੇ ਨਹੀਂ ਭੱਜ ਰਹੇ ਹੈਗੇ, ਕੁਝ ਨਹੀਂ ਹੈ, ਉਹਨੇ ਕੁਝ ਨਹੀਂ ਕਿਸੇ ਨੂੰ ਕਿਹਾ, ਕੋਈ ਖੜਾ ਹੋ ਕੇ ਸਲਾਮ ਮਾਰਨ ਵਾਲੀ ਕਿਸੇ ਨੇ ਗੱਲ ਨਹੀਂ ਕੀਤੀ। ਉਹਨੇ ਆਇਆ, ਉਹਨੂੰ ਹੈਲੋ ਕੀਤੀ ਤੇ ਚਲਿਆ ਗਿਆ। ਜੋ ਉੱਥੇ ਕੰਮ ਕਰਨ ਦਾ ਤਰੀਕਾ ਸੀਗਾ, ਮੈਂ ਗੱਲ ਕਰ ਰਿਹਾ ਮਿਡ 80s ਦੀ, ਉਸ ਵੇਲੇ ਇੰਡੀਆ ਤੇ ਬਾਹਰਲੇ ਮੁਲਕਾਂ 'ਚ ਬਹੁਤ ਜ਼ਿਆਦਾ ਫਰਕ ਸੀਗਾ। ਅੱਜ ਦੀ ਘੜੀ ਉਹ ਫਰਕ ਨਹੀਂ ਹੈਗਾ। ਜੇ ਤੁਸੀਂ ਅੱਜ ਬਾਹਰ ਜਾਂਦੇ ਹੋ ਤੁਹਾਨੂੰ ਉਹਨਾਂ ਫਰਕ ਨਹੀਂ ਲੱਗਦਾ ਜਦੋਂ ਜਿਹੜਾ ਉਸ ਵੇਲੇ ਲੱਗਦਾ ਸੀ, ਜਦੋਂ ਸਿਰਫ ਫੀਟ ਤੇ ਐਂਬੈਸਡਰ ਗੱਡੀ ਹੁੰਦੀ ਸੀਗੀ। ਸੋ ਉਹ ਸਾਰਾ ਦੇਖ ਕੇ ਉੱਥੋਂ ਇੱਕ ਚੀਜ਼ ਮੈਨੂੰ ਲੱਗੀ ਕਿ ਸਾਰਾ ਹੋ ਸਕਦਾ ਹੈਗਾ, ਜੋ ਜਿਵੇਂ ਇਹ ਕੰਮ ਕਰ ਰਿਹਾ, ਤਰੀਕੇ ਨਾਲ ਕੰਮ ਕਰ ਰਿਹਾ, ਸਾਫ ਸੁਥਰਾ ਹੈਗਾ, 에ਅਰ ਕੰਡੀਸ਼ਨ ਹੈਗਾ, ਤੇ ਆਪ ਕਿਉਂ ਨਹੀਂ ਹੋ ਸਕਦਾ ਇਹ। ਸੋ ਆ ਕੇ ਫਿਰ ਮੈਂ डायरेक्टर्स, आई वेंट टू डायरेक्टर PGI कि जी वी शुड इंप्रूव आर OPD, गर्मी बड़ी होंगी है, एयर कंडीशनिंग कर सकते हैं OPD ਨੂੰ। तो गैस मैनू की जवाब मिले? मैनू जवाब मिले कि डॉक्टर गरेवाल एज अ डायरेक्टर मेरी OPD भी एयर कंडीशन नहीं है, तू की सुपने ले रहा हैगा। दैन आई डिसाइडेड कि जिंदगी एक हैगी आ, चंगा काम करो ਤੇ ਇੱਕੋ ਹੀ ਤਰੀਕਾ ਹੈਗਾ ਕਿ ਆਪ ਦਾ ਕਰ ਲਓ, ਸੋ ਦੈਟ ਐਵਰੀਥਿੰਗ ਇਜ਼ ਇਨ ਯਰ ਕੰਟਰੋਲ। ਸੋ ਉਦੋਂ ਫਿਰ ਮੈਂ ਸ਼ੁਰੂ ਕੀਤਾ ਕਿ ਵੀ ਮੈਂ ਹੁਣ ਆਪਣਾ ਸ਼ੁਰੂ ਕਰਾਂ। ਕਿਸੇ ਨੇ ਵੀ, ਇੱਕ ਵੀ ਬੰਦੇ ਨੇ ਡਿਪਾਰਟਮੈਂਟ ਤੋਂ ਕਹਿ ਲਓ, PGI 'ਚ ਮੇਰੇ ਸੀਨੀਅਰ ਡਾਕਟਰ ਸੀਗੇ ਜਿਹੜੇ ਬੜੇ ਚੰਗੇ, ਆਈ ਹੈਡ ਵੈਰੀ ਹਾਈ ਰਿਗਾਰਡ ਫॉर them and they used to consider me like ਕਿ ਸਾਡਾ ਮੁੰਡਾ ਹੈਗਾ। ਕਿਸੇ ਪੇਰੈਂਟਸ ਇਸੇ ਪ੍ਰੋਫੈਸ਼ਨ ਸੀਗੇ, ਕਿਸੇ ਨੇ ਨਹੀਂ ਮੈਨੂੰ ਮੇਰੇ ਨਾਲ ਸਹਿਮਤ ਹੋਏ ਕਿ ਤੈਨੂੰ ਛੱਡਣਾ ਚਾਹੀਦਾ। ਹਰੇਕ ਕਹਿੰਦਾ ਸੀ ਤੂੰ PGI 'ਚ ਹੈਗਾ, ਚੰਗਾ ਹੈਗਾ, ਤੇਰੀ OPD ਸਾਰਿਆਂ ਤੋਂ ਜ਼ਿਆਦਾ ਹੁੰਦੀ ਹੈ, PGI ਦਾ ਸਾਰਾ ਸਟਾਫ ਤੇਰੇ ਕੋਲ ਆਉਂਦਾ ਹੈਗਾ ਚੈੱਕਅਪ ਲਈ, ਪਬਲਿਕੇਸ਼ਨ ਕਰ ਰਿਹਾ ਹੈਗਾ ਤੂੰ, ਸਟੂਡੈਂਟਸ ਯੂ ਆਰ ਅ ਗੁੱਡ ਟੀਚਰ, ਤੈਨੂੰ ਸਟੂਡੈਂਟ ਪਸੰਦ ਕਰਦੇ ਆ, ਪਿੱਛੇ ਚੰਗਾ ਹੈਗਾ, ਤੈਨੂੰ ਕੋਈ ਇਹ ਵੀ ਨਹੀਂ ਪੈਸੇ ਦੀ ਮਾਰ ਨਹੀਂ ਹੈ ਕਿ ਤੈਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ, ਫਿਰ ਤੂੰ ਕਿਉਂ ਛੱਡ ਰਿਹਾ ਹੈਗਾ, ਵਧੀਆ ਨੌਕਰੀ ਹੈਗੀ ਆ। ਮੈਂ ਕਿਹਾ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ। ਉੱਥੋਂ ਜਾ ਕੇ ਸ਼ੁਰੂ ਹੋਇਆ ਕਿ ਵੀ ਨਹੀਂ, ਜਿਹੜਾ ਕੰਮ ਕਰਨਾ ਹੈਗਾ ਇਹ ਆਪਣੀ ਮਰਜ਼ੀ ਨਾਲ ਕਰਨਾ ਹੈਗਾ। ਉਹ ਉੱਥੋਂ ਫਿਰ ਇਹ ਹੋਇਆ ਕਿ ਹੁਣ ਆਪਣਾ ਕੰਮ ਕਰਨਾ ਹੈਗਾ ਤਾਂ ਨਿਕਲਣਾ ਪਊਗਾ ਇੱਥੋਂ। ਹਾਂਜੀ। ਸੋ ਇਟ ਵਾਜ਼ ਅ ਟਫ ਡਿਸੀਜਨ, ਇਟ ਵਾਜ਼ ਅ ਡਿਸੀਜਨ ਅਗੇਂਸਟ ਦੀ ਐਡਵਾਈਸ ਆਫ एवरीवन। ਹਾਂਜੀ। ਪਰ ਸਾਇੰਟੀਫਿਕ ਫਾਊਂਡੇਸ਼ਨ ਤੇ ਸ਼ੁਰੂ ਕੀਤਾ ਸੀਗਾ। I went to the statistics census statistic department। मैं नदर्न इंडिया ਦੀ ਸਾਰੀ ਜੋ population ਹੈਗੀ ਆ age wise ਉਹਦਾ ਡਾਟਾ ਇਕੱਠਾ ਕੀਤਾ। ਫਿਰ there was a survey on blindness which was done in I think 70s or ਕਿ ਫਿਰ ਮੈਂ ਉਹਦਾ ਡਾਟਾ ਕੱਢਿਆ to find out incidence of diseases ਕਿ ਇੰਡੀਅਨ population ਦੇ ਵਿੱਚ ਕਿਹੜੀ ਬਿਮਾਰੀ ਕਿੰਨੀ ਹੁੰਦੀ ਹੈਗੀ ਆ, ਕੀ ਇੰਸੀਡੈਂਸ ਆਈਜ਼ ਦੇ ਰਿਲੇਟਡ। ਹਾਂਜੀ। ਫਿਰ ਮੈਂ ਚੰਡੀਗੜ੍ਹ ਤੋਂ ਮੈਂ 4 ਜ਼ੋਨ ਬਣਾਏ ਸੀਗੇ
ਪਹਿਲਾਂ ਚੰਡੀਗੜ੍ਹ, ਫਿਰ ਉਸ ਤੋਂ 50 ਕਿਲੋਮੀਟਰ ਦਾ, ਫਿਰ 100 ਕਿਲੋਮੀਟਰ ਦਾ, ਫਿਰ ਉਦੋਂ ਬਾਹਰ ਦਾ, ਕਿ ਚੰਡੀਗੜ੍ਹ 'ਚੋਂ ਮੇਰੇ ਕੋਲ ਹਰੇਕ ਬਿਮਾਰੀ ਦਾ ਮਰੀਜ਼ ਆ ਸਕਦਾ। 50 ਕਿਲੋਮੀਟਰ ਤੋਂ ਬਾਅਦ ਮੇਰੇ ਕੋਲ ਸਿਰਫ ਉਹ ਆਉਣਗੇ ਜਿਨ੍ਹਾਂ ਨੂੰ ਉੱਥੋਂ ਕੁਝ ਰਿਲੀਫ ਨਹੀਂ ਮਿਲਿਆ ਹੈਗਾ। ਜਿਹੜੇ 300-400 ਕਿਲੋਮੀਟਰ ਤੋਂ ਨਾ ਮੇਰੇ ਹਰੇਕ ਬਿਮਾਰੀ ਵਾਲਾ ਨਹੀਂ ਆਏਗਾ, ਉਹ ਸਿਰਫ 5-7 ਬਿਮਾਰੀਆਂ ਵਾਲਾ ਆਏਗਾ। ਫਿਰ ਮੈਂ ਉਸ ਏਰੀਏ ਦਾ ਇੰਸੀਡੈਂਸ ਪਾਪੂਲੇਸ਼ਨ ਮੁਤਾਬਕ ਉਸ ਡਿਜ਼ੀਜ਼ ਦਾ ਇੰਸੀਡੈਂਸ ਕੱਢਿਆ, ਕਿ ਵੀ ਉਸ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਆਪਣੇ ਇਸ ਏਰੀਏ 'ਚ ਅੱਜ ਪੇਸ਼ੈਂਟ ਪੂਲ ਕੀ ਹੈਗਾ। ਤੇ ਮੇਰਾ 1% ਪੈਨੀਟ੍ਰੇਸ਼ਨ ਤੇ ਬ੍ਰੇਕ ਈਵਨ ਹੋ ਰਿਹਾ ਸੀਗਾ। 1% ਪੈਨੀਟ੍ਰੇਸ਼ਨ ਦਾ ਮਤਲਬ ਆ ਕਿ ਇਸ ਜ਼ੋਨ ਦੇ ਵਿੱਚ ਜੇ 100 ਮਰੀਜ਼ ਆ ਤੇ ਜੇ ਉਹਨਾਂ 'ਚੋਂ ਇੱਕ ਵੀ ਮੇਰੇ ਕੋਲ ਆ ਜਾਂਦਾ ਹੈਗਾ, ਮੇਰੀ ਪ੍ਰੈਕਟਿਸ ਚੱਲ ਜਾਏਗੀ। ਸੋ ਦੈਟ ਗੇਵ ਮੀ ਲੋਟ ਆਫ ਕੌਨਫੀਡੈਂਸ ਕਿ ਬਈ ਠੀਕ ਆ, ਕੰਮ ਕਰ, ਫਲ ਮਿਲੇਗਾ। ਪਰ ਤੁਸੀਂ ਜਿਹੜਾ ਸਿਟੀ ਡਿਸਾਈਡ ਕੀਤੀ, ਤੁਸੀਂ ਯੂ ਬਿਲੋਂਗ ਟੂ, ਤੁਹਾਡੇ ਪੇਰੈਂਟਸ ਪਟਿਆਲੇ ਰਹੇ ਆ, ਤਾਂ ਤੁਸੀਂ ਚੰਡੀਗੜ੍ਹ 'ਚ ਕਿਉਂ ਸੋਚਿਆ? ਚੰਡੀਗੜ੍ਹ 'ਚ ਕਿਉਂਕਿ ਚੰਡੀਗੜ੍ਹ 'ਚ ਮੈਨੂੰ 12 ਸਾਲ ਹੋ ਗਏ ਸੀ ਰਹਿੰਦੇ ਨੂੰ। ਮੇਰਾ ਪੇਸ਼ੈਂਟ ਦਾ ਕੰਟੈਕਟ ਇੱਥੋਂ ਦਾ ਸੀਗਾ। ਲੋਕਾਂ ਨੂੰ, ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਚੰਡੀਗੜ੍ਹ ਹੈਗਾ। ਸੋ ਆਪਣੀ ਜਗ੍ਹਾ ਜਿੱਥੇ ਤੁਹਾਡਾ ਬੇਸ ਬਣਿਆ ਉਹ ਛੱਡ ਕੇ ਜਾਣ ਦਾ ਤਾਂ ਪੁਆਇੰਟ ਹੀ ਨਹੀਂ ਹੈਗਾ। ਫਿਰ ਤੁਹਾਡੇ ਬਾਰੇ ਇੱਕ ਬੜੀ ਗੱਲ ਫੇਮਸ ਹੈ ਸਰ, ਤੁਸੀਂ 11 ਸੈਕਟਰ ਤੋਂ ਸਟਾਰਟ ਕੀਤਾ ਤੇ ਸਾਡੇ ਕੋਲੇ ਪੇਸ਼ੈਂਟ ਆਉਂਦੇ ਹੁੰਦੇ ਸੀ ਤਾਂ ਅਸੀਂ ਸੁਣਦੇ ਹੁੰਦੇ ਸੀ, ਕਹਿੰਦੇ ਡਾਕਟਰ ਸਾਹਿਬ ਦੀ ਕਿੱਕ ਵੱਜਣੀ, ਕਹਿੰਦੇ ਅਸੀਂ ਅਲਾਰਮ ਨਹੀਂ ਲਾਉਂਦੇ ਹੁੰਦੇ ਸੀਗੇ, ਤਾਂ ਡਾਕਟਰ ਸਾਹਿਬ ਦੀ 4:15 ਸ਼ਾਇਦ ਕਿੱਕ ਵੱਜਦੀ ਸੀਗੀ ਸਕੂਟਰ ਦੀ, ਸਾਨੂੰ ਪਤਾ ਲੱਗ ਜਾਂਦਾ ਸੀ ਕਿ ਡਾਕਟਰ ਗਰੇਵਾਲ ਹੁਣ ਚੱਲੇ ਆ, ਕਹਿੰਦੇ ਸੀ ਉਹਦੇ ਤੇ ਉੱਠਦੇ ਸੀ। ਪੰਕਚੁਅਲਿਟੀ ਦੀ ਬਿਮਾਰੀ ਆ। ਇਹ ਬਿਮਾਰੀ ਕਹੋਗੇ? ਮੈਂ ਇਟਸ ਅ ਬਿਮਾਰੀ, ਪੰਕਚੁਅਲਿਟੀ ਦੀ ਬਿਮਾਰੀ ਹੈਗੀ ਆ। ਐਂਡ ਆਮ ਵੈਰੀ ਪੰਕਚੁਅਲ ਐਂਡ ਆਮ ਅਵੇਅਰ ਆਫ ਟਾਈਮ। ਮੈਨੂੰ ਘੜੀ ਦੇਖੇ ਬਿਨਾਂ ਵੀ ਪਤਾ ਲੱਗ ਜਾਂਦਾ ਹੈਗਾ ਵੀ ਕਿੰਨਾ ਕੁ ਹੋਇਆ। ਜੇ ਟਾਈਮ ਦੀ ਕਦਰ ਨਹੀਂ ਕਰੋਗੇ ਤਾਂ ਟਾਈਮ ਤੁਹਾਡੀ ਕਿਉਂ ਕਦਰ ਕਰੇਗਾ? ਤੇ ਜੇ ਤੁਸੀਂ ਐਫੀਸ਼ੀਐਂਸੀ ਕਰਨੀ ਆ, ਜੇ ਤੁਸੀਂ ਬਾਕੀਆਂ ਨਾਲੋਂ ਦੁੱਗਣਾ ਕੰਮ ਕਰਨਾ, ਤਾਂ ਤੁਹਾਨੂੰ ਟਾਈਮ ਮੈਨੇਜਮੈਂਟ ਤੋਂ ਬਿਨਾਂ ਤਾਂ ਹੋਏਗਾ ਹੀ ਨਹੀਂ। ਟਾਈਮ ਮੈਨੇਜਮੈਂਟ 'ਚ ਪਹਿਲੀ ਚੀਜ਼ ਆਉਂਦੀ ਹੈ ਪੰਕਚੁਅਲਿਟੀ। ਦੂਜੀ ਆਉਂਦੀ ਹੈਗੀ ਹੈ ਕਿ ਉਹ ਟਾਈਮ 'ਚ ਤੁਸੀਂ ਕਿੰਨਾ ਕੰਮ ਕਰਨਾ ਚਾਹੁੰਦੇ ਹੈਗੇ। ਇੱਕ ਤੁਹਾਡੇ ਤੋਂ ਬੜੀ ਵਧੀਆ ਗੱਲ ਸਿੱਖੀ ਸੀ, ਹਰ ਇੱਕ ਕੋਲ 24 ਘੰਟੇ ਆ। ਹਾਊ ਯੂ ਯੂਟਿਲਾਈਜ਼, ਹਨਾ, ਉਹ ਮੈਟਰ ਨਹੀਂ। ਹਰ ਕੋਲ 24 ਘੰਟੇ ਆ। ਕੋਈ ਉਹਨੂੰ 48 ਬਣਾ ਸਕਦਾ, ਕੋਈ ਉਹਨੂੰ 72 ਬਣਾ ਸਕਦਾ, ਤੇ ਕੋਈ ਉਹਨੂੰ 12 ਇੱਕ ਵੀ ਬਣਾ ਸਕਦਾ। 12 ਨਹੀਂ, ਇੱਕ ਵੀ ਬਣਾ ਸਕਦਾ। ਤੇ ਸੋ ਤੁਸੀਂ ਪੁੱਛ ਰਹੇ ਸੀਗੇ 11 ਸੈਕਟਰ ਦਾ। ਹਾਂਜੀ। ਸੀ ਕਿਸਮਤ, ਆਈਲ ਕਾਲ ਇਟ ਕਿਸਮਤ। ਕਿਸਮਤ ਬੜੀ ਵੱਡੀ ਚੀਜ਼ ਹੈਗੀ ਤੇ ਜੋ ਰੱਬ ਕਰਦਾ ਬਿਲਕੁਲ ਸਹੀ ਕਰਦਾ ਹੈਗਾ। ਸੋ ਜਦੋਂ ਮੈਂ ਛੱਡਿਆ ਤਾਂ ਮੈਨੂੰ ਸੀਗਾ ਕਿ ਵੀ ਚੰਗਾ ਹੋਣਾ ਚਾਹੀਦਾ, ਤੇ ਸਾਰਿਆਂ ਦੀ ਸਲਾਹ ਸੀਗੀ ਕਿ ਤੁਸੀਂ ਕਮਰਸ਼ੀਅਲ ਏਰੀਆ 'ਚ ਕਰੋ। ਤੇ ਫਿਰ 9 ਸੈਕਟਰ ਉਸ ਵੇਲੇ ਮਾਰਕੀਟ ਬਣ ਰਹੀ ਸੀਗੀ, ਸੋ ਮੈਂ ਸੋਚਿਆ 9 ਸੈਕਟਰ 'ਚ ਕਰਨਾ ਚਾਹੀਦਾ ਹੈਗਾ। ਸੋ 9A, B, C, D, 9D ਦੇ ਵਿੱਚ ਨਵਾਂ ਸ਼ੋਰੂਮ ਬਣ ਰਿਹਾ ਸੀਗਾ। ਮੈਂ ਉਹ 9 ਸੈਕਟਰ ਹੀ ਰਹਿੰਦੇ ਸੀਗੇ। ਮੈਂ ਉਹਨਾਂ ਨੂੰ ਕੰਟੈਕਟ ਕੀਤਾ ਕਿ ਮੈਨੂੰ ਫਸਟ ਫਲੋਰ ਕਿਰਾਏ 'ਤੇ ਦੇ ਦਿਓ। ਉਹ ਕਹਿੰਦੇ ਠੀਕ ਆ। ਉਹਨਾਂ ਨੇ ਕਿਹਾ ਆ ਲੈ ਕਰ ਲਓ। ਮੈਂ ਨਕਸ਼ਾ ਬਣਵਾਇਆ ਕਿ ਡਾਕਟਰ ਮੈਂ ਉਹਦੇ ਸ਼ੁਰੂ ਕਰਾਤਾ, ਕਿਉਂਕਿ ਸਾਨੂੰ ਵਾਸ਼ ਬੇਸਨ OT ਲਈ ਏਰੀਆ ਚਾਹੀਦਾ ਹੈਗਾ। ਇਹ ਇੱਕ ਪਾਸੇ ਚੱਲ ਰਿਹਾ ਹੈਗਾ। ਦੂਜੇ ਪਾਸੇ ਮੈਂ PGI ਤੋਂ ਰਿਜ਼ਾਈਨ ਕਰਤਾ, ਆਪਦਾ ਰੈਜ਼ਿਗਨੇਸ਼ਨ ਦੇਤਾ 3 ਮੰਥਸ ਨੋਟਿਸ ਦਾ, ਕਿ ਵੀ ਆ 3 ਮਹੀਨਿਆਂ 'ਚ ਹੋ ਜਾਊਗਾ ਪੂਰਾ। ਤੇ ਇੱਥੋਂ ਕਰਕੇ ਆਈਲ ਸਟਾਰਟ। ਟਾਈਮ ਫਰੇਮ ਠੀਕ ਆ ਰਿਹਾ ਹੈਗਾ ਮੇਰਾ। 2 ਮਹੀਨਿਆਂ 'ਚ ਰੈਨੋਵੇਸ਼ਨ ਹੋ ਜਾਣੀ ਆ, ਉਦੋਂ ਬਾਅਦ ਇੱਥੋਂ ਫ੍ਰੀ ਹੋ ਜਾਊਗਾ, ਤਾਂ ਆਈਲ ਸਟਾਰਟਡ ਦੇਅਰ। ਸੋ ਰੈਜ਼ਿਗਨੇਸ਼ਨ ਦੇਣ ਤੋਂ ਤਕਰੀਬਨ 20 ਦਿਨ ਬਾਅਦ ਮੈਂ ਉਹਨਾਂ ਕੋਲ ਫਾਈਨਲ ਗਿਆ, ਡਾਕੂਮੈਂਟ ਸਾਈਨਸ ਵੀ ਜਿਹੜੇ ਕਰਾਉਣ ਲਈ ਗਏ। ਕਹਿੰਦੇ ਜੀ ਸਾਡੀ ਸਲਾਹ ਬਦਲ ਗਈ, ਅਸੀਂ ਹੁਣ ਸ਼ੋਰੂਮ ਵੇਚ ਰਹੇ ਹਾਂ, ਸੌਰੀ ਆਈ ਕਾਂਟ ਗਿਵ ਇਟ ਟੂ ਯੂ। ਸੋ PGI 'ਚ ਰੈਜ਼ਿਗਨੇਸ਼ਨ ਦੇ ਚੁੱਕੇ ਹੈਗੇ ਆ। ਮਨ ਬਣਿਆ ਹੋਇਆ ਹੈਗਾ ਕੁਛ ਕਰਨ ਦਾ। ਫਿਰ ਬਹਿ ਕੇ ਸੋਚਿਆ। ਫਿਰ ਅਸੀਂ 11 ਸੈਕਟਰ 'ਚ ਘਰ 'ਚ ਆਪਣੇ ਸਰਵੈਂਟ ਰੂਮ ਤੇ ਗੈਰੇਜ ਨੂੰ ਕਨਵਰਟ ਕੀਤਾ। 9 ਫੁੱਟ 13 ਫੁੱਟ ਦਾ ਜਿਹੜਾ ਸਰਵੈਂਟ ਰੂਮ ਸੀਗਾ ਉਹਦਾ OPD ਬਣਾਇਆ ਮੈਂ। ਜਿਹੜਾ ਗਰਾਜ ਸੀਗਾ 9 ਫੁੱਟ 13 ਫੁੱਟ ਦਾ, ਉਹਦੇ 'ਚ ਰਿਸੈਪਸ਼ਨ ਬਣਾਈ। ਤੇ ਜਿਹੜਾ ਇੱਕ ਰਿਸੈਪਸ਼ਨ ਦਾ ਬੰਦਾ ਸੀਗਾ, ਇੱਕ ਮੈਂ ਸੀਗਾ ਕਲੀਨਿਕ 'ਚ। ਜੋ ਵੀ ਸੀ, ਲੇਜ਼ਰ ਵੀ ਉਸੇ ਕਮਰੇ 'ਚ ਸੀ, ਵਿਜ਼ੂਅਲ ਫੀਲਡ ਵੀ ਉਸੇ ਕਮਰੇ 'ਚ ਸੀਗਾ, ਇੰਜੀਓਗ੍ਰਾਫੀ ਵੀ ਉਸੇ ਕਮਰੇ 'ਚ ਸੀਗੇ, ਜੋ ਟੈਸਟ ਦੀਆਂ ਮਸ਼ੀਨਾਂ ਸੀ ਸਾਰੀਆਂ ਉਸੇ ਕਮਰੇ 'ਚ ਹੀ ਲੱਗੀਆਂ ਹੋਈਆਂ ਸੀਗੀਆਂ। ਉੱਪਰ ਗੈਰੇਜ ਸਰਵੈਂਟ ਰੂਮ ਦੇ ਉੱਪਰ ਇੱਕ ਕਮਰਾ ਸੀ ਜਿਹੜਾ ਗੈਸਟ ਰੂਮ ਸੀਗਾ, ਉਹਨੂੰ ਅਸੀਂ ਆਪਰੇਸ਼ਨ ਥੀਏਟਰ ਬਣਾਇਆ। ਤੇ ਇੱਕ ਬੈੱਡ ਦੀ ਰਿਕਵਰੀ ਸੀਗੀ। ਐਟ ਅ ਟਾਈਮ ਇੱਕ ਪੇਸ਼ੈਂਟ ਹੀ ਆਪਰੇਟ ਹੋ ਸਕਦਾ ਸੀਗਾ। ਤੇ ਉਦੋਂ ਇੱਕ ਸਰਜਰੀ, ਕੈਟਰੈਕਟ ਸਰਜਰੀ, ਅੱਜ ਕੱਲ੍ਹ ਤਾਂ 6-7-8 ਮਿੰਟ ਲੱਗਦੇ ਆ, ਉਦੋਂ ਕੈਟਰੈਕਟ ਸਰਜਰੀ ਤੇ 45 ਮਿੰਟ ਲੱਗਦੇ ਸੀਗੇ, ਕਿਉਂਕਿ ਸਟਿਚਸ ਵੀ ਲਗਾਉਣੇ ਹੁੰਦੇ ਸੀਗੇ ਸਾਰਾ। ਸੋ ਉੱਥੋਂ ਸ਼ੁਰੂ ਕੀਤਾ ਕੰਮ। ਮੁੜ ਕੇ ਨਹੀਂ ਦੇਖਿਆ।
ਤੇ ਤੁਸੀਂ ਇਹ ਦੇਖ ਲਓ 3 ਜੂਨ ਨੂੰ ਮੈਂ ਸਰਜਰੀ ਸ਼ੁਰੂ ਕੀਤੀ ਆ ਤੇ ਮੇਰਾ ਖਿਆਲ ਆ ਮੈਂ ਘਰੋਂ ਬਾਹਰ 6 ਮਹੀਨੇ ਬਾਅਦ ਗਿਆ ਹੋਊਂਗਾ। ਫॉर ਫਰਸਟ 6 months I did not even move out of house ਕਿਉਂਕਿ ਉਥੋਂ ਸਾਰਾ ਕੁਝ ਹੀ ਆਪ ਕਰਨਾ ਹੁੰਦਾ ਸੀਗਾ। 1993 ਦੀ ਗੱਲ ਕਰ ਰਹੇ ਹੋ ਤੁਸੀਂ? ਪਹਿਲਾਂ ਉੱਥੋਂ ਸਟਾਰਟ ਕੀਤਾ? 3rd May 1993। 3rd May, ਹਾਂਜੀ ਹਾਂ। ਫਿਰ ਡਰ ਨਹੀਂ ਲੱਗਿਆ ਸਰ? 99 ਚ ਫਿਰ ਅਸੀਂ 9 ਸੈਕਟਰ ਵਾਲਾ ਸ਼ੋਰੂਮ ਲਿਆ। ਫਿਰ 99 ਚ ਪੂਰਾ ਹੋ ਗਿਆ ਸੀ ਤੇ ਐਂਡ 99 ਬਿਗਨਿੰਗ 2000 ਵੀ ਸ਼ਿਫਟ। ਪਹਿਲੀ ਚੀਜ਼ ਤਾਂ ਤੁਹਾਨੂੰ ਡਰ ਨਹੀਂ ਲੱਗਿਆ ਜਦੋਂ ਤੁਸੀਂ ਇੱਕਦਮ ਚੇਂਜ ਹੁੰਦਾ ਪਲਾਨ? ਅਸੀਂ ਐਜ਼ ਅ ਹਿਊਮਨ ਨੇਚਰ ਹੈ ਸਾਡੀ ਨਾ, ਵੀ ਆਰ ਵਾਇਰਡ ਕਿ ਜੋ ਚੀਜ਼ ਤੁਸੀਂ ਪਲਾਨ ਕਰ ਲਈ ਉਹਦੇ ਤੋਂ ਥੋੜਾ ਵੀ ਇੱਧਰ ਉੱਧਰ ਹੋ ਗਏ ਤਾਂ ਇੱਕ ਵਾਰ ਬੰਦਾ ਹਿਲ ਜਾਂਦਾ ਹੈ। ਤੁਹਾਨੂੰ ਉਸ ਚੀਜ਼ ਦਾ ਵੀ ਡਿਪੈਂਡ ਕਰਦਾ ਸੀ ਡਿਪੈਂਡ ਕਰਦਾ ਯੂ ਫੋਕਸ ਔਨ ਪ੍ਰੋਬਲਮ ਔਰ ਯੂ ਫੋਕਸ ਔਨ ਸੋਲੂਸ਼ਨ। most of the people will focus on the problem, and problem is not solution. Problem is not solution. Problem te na dekhna हैगा, ना problem बारे सोचना हैगा, ना problem ਨੂੰ ਕੁਝ ਕਰਨਾ ਹੈਗਾ। move to solution. most of the people ਜਿਹੜੇ ਆਮ ਤੌਰ ਤੇ ਲੋਕੀ ਕੀ ਹੈਗੇ ਕਿ ਪ੍ਰੋਬਲਮ 'ਚ ਉਲਝੇ ਰਹਿੰਦੇ ਆ। ਪ੍ਰੋਬਲਮ ਦੇ ਵੀ ਇੱਕੋ ਐਸਪੈਕਟ ਤੇ ਉਲਝਦੇ ਨੇ, ਜੇ ਮੈਂ ਐਂ ਕਰ ਲੈਂਦਾ ਤਾਂ ਕੀ ਹੋਣਾ ਸੀ। ਭਾਈ ਉਹ ਹੋ ਗਿਆ ਜੋ ਹੋਣਾ ਸੀ, ਅੱਗੇ ਚਲੋ, ਉਹ ਤਾਂ ਗਿਆ। ਇਹ ਮਾਈਂਡਸੈਟ ਤੁਹਾਡਾ ਪਹਿਲੇ ਦਿਨ ਤੋਂ ਸੀਗਾ? ਪਤਾ ਨਹੀਂ, ਸ਼ਾਇਦ ਹੋਵੇ। ਆਈ ਡੋਂਟ ਨੋ ਕਿ ਕਿਸ ਸਟੇਜ ਤੇ ਜਾ ਕੇ ਹੋਇਆ ਹੈਗਾ। ਬਟ ਆਈ ਐਮ ਸੋਲੂਸ਼ਨ ਪਰਸਨ। ਸਟਾਫ ਨੂੰ ਵੀ ਪਤਾ ਜੀ, ਉਹਨਾਂ ਨੂੰ ਪਤਾ ਕਿ ਜਾਓ ਸਰ ਤੋਂ ਸੋਲੂਸ਼ਨ ਮਿਲ ਜਾਊਗਾ। ਉਹ ਇਸੇ ਕਰਕੇ ਆ ਕਿ ਮੈਂ ਪ੍ਰੋਬਲਮ for me the problem doesn't exist, for me it is the solution. ਜਦ ਤੱਕ ਤੁਸੀਂ ਸੋਲੂਸ਼ਨ ਬਾਰੇ ਨਹੀਂ ਸੋਚੋਗੇ, ਸੋਲੂਸ਼ਨ ਕਿੱਥੋਂ ਆਊਗਾ? ਪੱਕਿਆ ਹੋਇਆ ਅੰਬ ਤਾਂ ਨਹੀਂ ਹੈਗਾ ਕਿ ਟਪਕ ਕੇ ਆ ਜਾਊਗਾ ਉੱਤੋਂ। ਮੈਂ ਪਰਸਨਲੀ ਤੁਹਾਨੂੰ ਦੱਸਦੀ ਹਾਂ ਸਰ, ਸੌਰੀ ਤੁਹਾਨੂੰ ਕੱਟ ਰਹੀ ਹਾਂ। whenever ਪਰਸਨਲੀ ਆਈ ਫੀਲ ਲੋ, ਮੈਂ ਤੁਹਾਡੇ ਕੋਲ ਆਉਣੀ ਆ, ਤੁਸੀਂ ਨਾ ਇੱਕ ਲਾਈਨ 'ਚ ਜਵਾਬ ਦਿੰਦੇ ਹੁੰਦੇ ਹੋ ਮੈਨੂੰ, ਬਹੁਤ ਡਿਟੇਲ ਨਹੀਂ ਡਿਸਕਸ ਕਰਦੇ ਆਪਾਂ। ਤੁਹਾਡਾ ਤੁਸੀਂ ਤੁਰਦੇ ਜਾਂ ਆਪਾਂ ਗੱਲ ਕਰਦੇ, ਸਰ ਮੈਨੂੰ ਆਹ ਪ੍ਰੋਬਲਮ ਆ ਰਹੀ, ਤੁਸੀਂ ਮੈਨੂੰ ਨਾ ਡਿਟੇਲ ਨਹੀਂ, ਤੁਸੀਂ ਬਸ ਇੱਕ ਲਾਈਨ 'ਚ ਤੁਹਾਡਾ ਜਵਾਬ ਹੁੰਦਾ ਔਰ ਲਿਟਰਲੀ ਉਹ ਮੇਰੇ ਲਈ ਕੰਮ ਕਰਦੀਆਂ ਚੀਜ਼ਾਂ, ਔਰ ਮੈਨੂੰ ਸੱਚੀ ਸੋਲਿਊਸ਼ਨਸ ਮਿਲਦੇ ਆ। ਸੋ ਮੈਂ ਤਾਂ ਪਰਸਨਲੀ ਇਸ ਚੀਜ਼ ਨੂੰ ਆਈ ਫੀਲ ਬਲੈਸਡ ਕਿ ਮੈਨੂੰ ਇਹੋ ਜਿਹਾ ਮੌਕਾ ਮਿਲਦਾ। ਬਟ ਤੁਹਾਡੇ ਬਾਰੇ ਮੈਂ ਇਸ ਲਈ ਪੁੱਛ ਰਹੀ ਹਾਂ, ਵਿਦ ਟਾਈਮ, ਵਿਦ ਏਜ, ਵਿਦ ਐਕਸਪੀਰੀਅੰਸ ਆਉਂਦਾ ਹੈ ਮਾਈਂਡਸੈਟ। ਇਹ ਮਾਈਂਡਸੈਟ ਤਾਂ ਆਉਂਦਾ ਜੇ ਤੁਸੀਂ ਉਹਨੂੰ ਆਉਣ ਦਿਓਗੇ। ਜੇ ਤੁਸੀਂ ਆਉਣ ਹੀ ਨਹੀਂ ਦਿਓਗੇ, ਕਿਵੇਂ ਆਏਗਾ? ਇੱਕ ਇਹ ਬੜੀ ਕਹਾਵਤ ਹੈ ਸਰ ਕਿ ਜਦੋਂ ਫਾਈਨੈਂਸ਼ੀਅਲੀ ਬੰਦਾ ਥੋੜਾ ਵੀਕ ਹੁੰਦੇ ਆ ਜਦੋਂ, ਤਾਂ ਉਦੋਂ ਇਹੋ ਜਿਹੇ ਹਾਰਡ ਡਿਸੀਜਨ ਲੋਕ ਲੈ ਨਹੀਂ ਪਾਉਂਦੇ। ਇਹ ਵੀ ਬਹੁਤ ਆਪਣੇ ਮੰਨਿਆ ਜਾਂਦਾ ਕਿ ਤੁਹਾਡੇ ਲਈ ਚੈਲੰਜ ਸੀਗਾ, ਤੁਸੀਂ ਪੀਜੀ 'ਚ ਰਿਜ਼ਾਈਨ ਪਾਇਆ, ਉਹ ਤੋਂ ਬਾਅਦ ਫਾਈਨੈਂਸ਼ੀਅਲੀ ਇੱਕ ਡਰ ਹੁੰਦਾ ਸਾਰਿਆਂ ਨੂੰ ਕਿ ਜੇ ਮੈਥੋਂ ਨਾ ਹੋ ਪਾਇਆ, ਬੀਇੰਗ ਆ ਕਹਿੰਦੇ ਡਰ ਇਜ਼ ਵਾਟ ਇਜ਼ ਡਰ? ਫੀਅਰ ਨਾ ਕਰ ਪਾਉਣ ਦਾ ਡਰ ਹੁੰਦਾ ਕਿ ਚੀਜ਼ਾਂ ਉਹ ਤਾਂ ਹੈਗਾ ਜੇ ਤੁਸੀਂ ਫਿਊਚਰ ਬਾਰੇ ਸੋਚੋਗੇ, ਠੀਕ ਹੈ ਨਾ। ਪਛਤਾਵਾ ਤਾਂ ਆਏਗਾ ਜੇ ਪਾਸਟ ਬਾਰੇ ਸੋਚੋਗੇ। ਦੋਨਾਂ ਦੀ ਕੋਈ ਰੈਲੇਵੈਂਸ ਨਹੀਂ ਹੈ। ਅੱਜ ਦੀ ਘੜੀ ਕੀ ਹੈਗੀ ਆ? ਹੁਣ ਜੇ ਮੈਂ ਕੁਲਪ੍ਰੀਤ ਨਾਲ ਗੱਲ ਕਰ ਰਿਹਾ ਤੇ ਮੇਰਾ ਦਿਮਾਗ ਚੱਲ ਰਿਹਾ ਉੱਥੇ ਮੂਵੀ ਹੋਣੀ, ਉਹ ਮਰੀਜ਼ ਦਾ ਕੀ ਹੋ ਗਿਆ, ਉਹਦਾ ਕੀ ਹੋ ਗਿਆ, ਪਰਸੋਂ ਕੀ ਹੋਇਆ ਸੀ, ਉਹਨੇ ਮੈਨੂੰ ਕਿਉਂ ਕਿਹਾ, ਤਾਂ ਮੈਂ ਕੀ ਇੰਟਰਵਿਊ ਦਊਂਗਾ? ਵੇਅਰਐਵਰ ਯੂ ਆਰ ਯੂ ਹੈਵ ਟੂ ਬੀ 100% ਇਨਵੋਲਵ। ਨਾਲ ਮੇਰਾ ਪ੍ਰੋਫੈਸ਼ਨ ਇਹੋ ਜਿਹਾ ਹੈਗਾ ਕਿ ਮੇਰੇ ਪ੍ਰੋਫੈਸ਼ਨ 'ਚ ਖਾਸ ਕਰਕੇ ਸਰਜਰੀ ਦੇ ਵਿੱਚ ਮੈਂ 99% ਕੰਸੈਂਟਰੇਸ਼ਨ ਤੇ ਨਹੀਂ ਕੰਮ ਕਰ ਸਕਦਾ। ਇਟ ਹੈਜ਼ ਟੂ ਬੀ 100%। ਉਹ ਜਿਹੜੇ ਸੱਜਣ ਸਾਹਮਣੇ ਹੈਗੇ ਪਏ ਨੇ ਆਪਰੇਸ਼ਨ ਟੇਬਲ ਤੇ, ਉਹਦੇ ਲਈ ਵੀ ਨਹੀਂ, ਉਹਦੀ ਸਾਰੀ ਪਰਿਵਾਰ ਲਈ ਸਾਰੀ ਉਮਰ ਦੀ ਕਹਾਣੀ ਆ ਇਹ। ਉਹਦੀ ਰੋਜ਼ਗਾਰ ਸਾਰੀ ਅਗਲੇ ਟਾਈਮ ਲਈ ਇਹਦੇ ਤੇ ਡਿਪੈਂਡੈਂਟ ਹੈਗੀ ਆ। ਮੈਂ ਜੋ ਸੋਚਣਾ ਬਾਅਦ ਸੋਚ ਲਊਂਗਾ। ਦਿਸ ਨੀਡਸ, ਜਿਵੇਂ ਕੰਪਿਊਟਰ ਜਿਹੜੇ ਵਰਦੇ ਹੈਗੇ ਨੇ ਉਹ ਸਮਝ ਜਾਣਗੇ ਕਿ ਰੈਮ ਹੁੰਦੀ ਹੈਗੀ ਕੰਪਿਊਟਰ ਦੀ ਮੈਮਰੀ। ਜੇ ਤੁਸੀਂ ਇੱਕ ਸੌਫਟਵੇਅਰ ਲਈ 100% ਰੈਮ ਦੇ ਦੋਗੇ, ਉਹ ਸੌਫਟਵੇਅਰ ਵਧੀਆ ਚੱਲੇਗਾ। ਉਹੀ ਇੱਥੇ ਹੈਗਾ। You have to be, your 100% RAM has to be into surgery. You can't even blink. Surgery ਇੰਨੀ fast ਹੈਗੀ ਆ ਕਿ you can't, if you lose your concentration even for a second, you'll have issues. ਇਹੀ ਇੰਪਲੀਮੈਂਟ ਹੁੰਦਾ ਹੈ ਇਨ ਜਨਰਲ ਲਾਈਫ 'ਚ ਵੀ ਸਾਰੇ ਕਿਤੇ। ਇਹੀ ਡਰਾਈਵਿੰਗ 'ਚ ਹੈਗਾ, ਹਰੇਕ ਥਾਂ ਹੀ ਹੈਗਾ, ਇਹੀ ਸਰਜਰੀ 'ਚ ਹੈਗਾ। ਇਹੀ ਪੇਸ਼ੈਂਟ ਨਾਲ ਜਦ ਗੱਲ ਕਰਦੇ ਆ, ਜਦ ਤੁਸੀਂ ਪੇਸ਼ੈਂਟ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡਾ ਦਿਮਾਗ ਕਿਤੇ ਹੋਰ ਹੈਗਾ, ਤਾਂ ਤੁਸੀਂ ਪੇਸ਼ੈਂਟ ਦੀ ਨਾ ਗੱਲ ਸੁਣੋਗੇ, ਨਾ ਸਮਝੋਗੇ, ਨਾ ਜਵਾਬ ਦੇ ਸਕੋਗੇ। ਜੋ ਵੀ ਤੁਸੀਂ ਕੰਮ ਕਰ ਰਹੇ ਹੋ, ਚਲੋ ਭਗਤੀ ਕਰ ਰਹੇ ਹੋ, ਉਹ ਵੀ 100% ਚਾਹੀਦੀ। ਉਹਦੇ ਬਿਨਾਂ ਵੀ ਨਹੀਂ। 50% ਵਾਲਿਆਂ ਕੋਲ ਰੱਬ ਹੀ ਨਹੀਂ ਆਉਂਦਾ ਹੈਗਾ। ਉਹ ਵੀ ਕਹਿੰਦਾ ਹਾਂ ਕਰ ਲਾ, ਹੋਰ ਕੋਸ਼ਿਸ਼ ਕਰ ਲਾ, ਹਜੇ ਕਸਰ ਆ, ਥੋੜਾ ਜਿਹਾ ਚੱਲ ਉੱਪਰ ਹੋਰ। ਰੱਬ ਨੂੰ ਬਹੁਤ ਮੰਨਦੇ ਹੋ ਤੁਸੀਂ?
ਸਾਰੇ ਮੰਨਦੇ ਆ, ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਰੱਬ ਨੂੰ ਨਹੀਂ ਮੰਨਦਾ। ਕੁਝ ਐਡਮਿਟ ਕਰ ਲੈਂਦੇ ਆ, ਕੁਝ ਐਡਮਿਟ ਨਹੀਂ ਕਰਦੇ। ਵੈਰੀ ਸਿੰਪਲ। ਇਹਦੇ 'ਚ ਕੋਈ ਨਾ, ਮੈਂ ਇਹਦੇ ਬਾਰੇ ਕਿਸੇ ਨਾਲ ਡਿਸਕਸ ਨਹੀਂ ਕਰਦਾ, ਨਾ ਮੈਂ ਕਿਸੇ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਰੱਬ ਹੈਗਾ। ਕੋਈ ਸ਼ਿਕਵਾ ਨਹੀਂ ਜ਼ਿੰਦਗੀ 'ਚ ਵੀ, ਹਾਂ ਮੇਰੇ ਨਾਲ ਐਂ ਹੋ ਜਾਂਦਾ ਬੈਟਰ ਸੀ, ਜਾਂ ਐਵੇਂ ਪਲਾਨ ਕਰ ਐਵੇਂ ਹੋ ਜਾਂਦਾ, ਕੋਈ ਇਹੋ ਜਿਹਾ That is if you think of past ਵਾਲਾ ਤਾਂ ਖਤਮ। ਮੈਨੂੰ ਤਾਂ ਕਈ ਦਫਾ ਲੱਗਦਾ ਪਤਾ ਨਹੀਂ ਮੈਂ ਹੈਵ ਬੀਨ ਏਬਲ ਟੂ ਕੰਟਰੋਲ ਇਟ ਕਿ ਮੇਰੀ ਯਾਦ ਆ ਜਾ ਰਹੀ ਹੈਗੀ, ਬਟ ਆਈ ਇਗਨੋਰ ਇਟ। ਤੁਸੀਂ ਮੈਂਟਲੀ ਬਹੁਤ ਸਟਰੋਂਗ ਹੋ ਸਰ, ਕਿਉਂਕਿ ਇਸ ਤਰ੍ਹਾਂ ਤੁਹਾਡੇ ਨਾਲ ਕੰਮ ਕੀਤਾ ਨਾ, ਤਾਂ ਬਹੁਤ ਚੀਜ਼ਾਂ ਇਹੋ ਜਿਹੀਆਂ ਦੇਖੀਆਂ ਲੋਕਾਂ ਨੂੰ। ਮੈਂ ਉਹੀ ਕਹਿਣੀ ਹੁੰਦੀ ਨਾ, ਲੋਕਾਂ ਨੂੰ ਪਤਾ ਹੀ ਨਹੀਂ ਹੁੰਦੀਆਂ ਪਿੱਛੇ ਕੀ ਸਟਰਗਲਸ ਹੈ, ਕੀ ਹੈ। ਤਾਂ ਮੈਂ ਮੰਨਦੀ ਨਹੀਂ ਕਿ GI ਦਾ ਫੈਮਿਲੀ ਦਾ ਮੈਂ ਪਾਰਟ ਰਹੀ ਹਾਂ, ਤਾਂ ਆਈ ਨੋ। ਤਾਂ ਮੈਂ ਤੁਹਾਡਾ ਦੇਖਿਆ ਕਿ ਤੁਹਾਡਾ ਸੱਚੀ, ਤੁਸੀਂ ਜੇ ਥੋੜੀ ਦੇਰ ਲਈ ਡਿਸਟਰਬ ਵੀ ਹੋਗੇ ਨਾ, ਤੁਸੀਂ ਮਿਲੋਗੇ ਨਹੀਂ ਕਿਸੇ ਨੂੰ, ਥੋੜੀ ਦੇਰ ਲਈ ਚੁੱਪ ਬੈਠੋਗੇ, ਫਿਰ ਸੋਲੂਸ਼ਨ ਨਾਲ ਮਿਲਦੇ ਹੋ ਲੋਕਾਂ ਨੂੰ। ਦੈਟ ਆਈ ਨੋ ਅਬਾਊਟ ਯੂ। ਬਟ ਇੱਕ ਚੀਜ਼ ਹੋਰ ਕਿ ਤੁਹਾਡੇ ਬਾਰੇ ਬੜਾ ਲੋਕ ਕਹਿੰਦੇ ਕਿ ਜਦੋਂ ਤੁਸੀਂ ਜੇ ਉੱਥੋਂ ਛੱਡਿਆ ਸੀ ਨਾ ਸਰ PGI, ਤਾਂ ਤੁਸੀਂ ਆਪਣੀ ਫੀਸ ਰੱਖੀ ਸੀਗੀ। ਤੁਹਾਨੂੰ ਉਦੋਂ ਵੀ ਲੋਕਾਂ ਨੇ ਬੋਲਿਆ ਸੀ ਵੀ ਇੰਨੀ ਫੀਸ ਨਾਲ ਤੁਹਾਡੇ ਕੋਲੇ ਕੌਣ ਆਊਗਾ, ਇਹੋ ਜਿਹਾ ਵੀ ਇੱਕ ਹੋਈ ਸੀ ਇੰਸੀਡੈਂਟ। I had a press conference ਜਦੋਂ ਸ਼ੁਰੂ ਕੀਤੀ, ਤਾਂ ਪੱਤਰਕਾਰ ਸੀਗੇ, ਉਹਨੇ she asked me ਕਿ ਤੁਸੀਂ 에ਅਰ ਕੰਡੀਸ਼ਨ ਬਣਾਇਆ ਹੈਗਾ, ਤੁਸੀਂ ਚਾਰਜਸ ਜ਼ਿਆਦਾ ਰੱਖੇ ਹੈਗੇ ਨੇ, ਫੁੱਲੀ ਕਾਰਪੇਟਡ ਹੈਗਾ, ਵੀ ਆਰ ਅ ਪੂਅਰ ਕੰਟਰੀ, ਜਿਹੜੇ ਲੋਕੀ ਨਹੀਂ ਅਫੋਰਡ ਕਰ ਸਕਦੇ ਉਹ ਕੀ ਕਰਨਗੇ। ਤੇ ਮੇਰਾ ਜਵਾਬ ਉਹਨੂੰ ਸੀਗਾ ਕਿ ਮੈਮ ਮੈਨੂੰ ਇਹ ਦੱਸੋ, ਜਿਹਦੇ ਕੋਲ ਪੈਸੇ ਆ, ਉਹ ਚੰਗੀ ਜਗ੍ਹਾ ਤੇ ਜਾਣਾ ਚਾਹੁੰਦਾ, ਚੰਗਾ ਇਲਾਜ ਕਰਾਉਣਾ ਚਾਹੁੰਦਾ, ਉਹ ਕਿੱਥੇ ਜਾਏਗਾ? ਐਂਡ ਸ਼ੀ ਹੈਡ ਨੋ ਆਨਸਰ। ਬਿਲਕੁਲ ਠੀਕ ਹੈ ਨਾ। ਹੁਣ ਇਹ ਤਾਂ ਇਹ ਜੇ ਤੁਸੀਂ ਇਹ ਕਹਿ ਰਹੇ ਹੋ ਡਾਕਟਰ ਨੂੰ ਕਿ ਭਾਈ ਤੂੰ ਆਪਦੀ ਫੀਸ ਘਟਾ, ਪਤਾ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਕਹਿ ਰਹੇ 5 ਸਟਾਰ ਵਾਲੇ ਹੋਟਲ ਨੂੰ ਕਹਿ ਰਹੇ ਹੋ ਕਿ ਮੈਨੂੰ 98 'ਚ ਚਾਹ ਦੇ ਦੇ। ਨਾਟ ਪੋਸੀਬਲ। ਅੱਜ ਕੱਲ੍ਹ ਤਾਂ ਹੈਲਥ ਦਾ ਇੰਨਾ ਜ਼ਿਆਦਾ ਸੋਫਿਸਟੀਕੇਟਡ ਹੋ ਗਿਆ ਹੈਗਾ, ਇੰਨਾ ਜ਼ਿਆਦਾ ਕੈਪੀਟਲ ਇੰਟੈਂਸਿਵ ਹੋ ਗਿਆ ਹੈਗਾ ਕਿ it is going to be more and more expensive in times to come. ਬਿਲਕੁਲ। ਜਦੋਂ ਮੈਂ MD ਕੀਤੀ ਸੀਗੀ ਆਪਣੀ, I did it from ਪਟਿਆਲਾ, ਜਦੋਂ ਮੈਂ ਪਟਿਆਲੇ MD ਕੀਤੀ ਸੀਗੀ, ਉਸ ਵੇਲੇ ਜੇ ਤੁਸੀਂ ਪ੍ਰੈਕਟਿਸ ਸ਼ੁਰੂ ਕਰਨੀ ਹੈਗੀ ਆ, ਤੁਹਾਡੀ total investment on equipment was between 1000 to 1500 rupees. ਓਕੇ। 500 ਰੁਪਏ ਦਾ ਤੁਹਾਡਾ OPD ਦਾ ਸਾਰਾ ਸੈਟਅਪ ਆ ਜਾਂਦਾ ਸੀ, 500 ਰੁਪਏ ਦਾ ਕੈਟਰੈਕਟ ਦਾ ਸੈਟਅਪ ਸਾਰਾ ਕੁਝ ਆ ਜਾਂਦਾ ਸੀਗਾ। that was the investment. ਅੱਜ ਦੀ ਘੜੀ ਤੁਸੀਂ ਕੁਝ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਮੇਰੇ ਕੋਲ ਮਸ਼ੀਨਾਂ ਚਾਹੀਦੀਆਂ ਨੇ ਜਿਹੜੀਆਂ ਕਿ ਸਹੀ ਡਾਇਗਨੋਸਿਸ ਕਰ ਸਕਣ। ਅੱਜ ਕੱਲ੍ਹ ਅਸੀਂ ਇੱਕ ਸੈੱਲ ਤੇ ਲੈਵਲ ਤੇ ਦੇਖ ਸਕਦੇ ਹਾਂ, ਤੇ ਇਸੇ ਕਰਕੇ ਸਾਡੀ ਡਾਇਗਨੋਸਿਸ ਜਿਹੜਾ ਹੈਗਾ ਐਕੂਰੇਟ ਹੁੰਦਾ। ਜੇ ਡਾਇਗਨੋਸਿਸ ਹੀ ਨਹੀਂ ਸਹੀ ਹੋਊਗਾ ਤਾਂ ਟ੍ਰੀਟਮੈਂਟ ਕਿਵੇਂ ਹੋਏਗਾ? ਸੋ ਡਾਇਗਨੋਸਿਸ ਸਹੀ ਕਰਨ ਲਈ ਤੁਹਾਨੂੰ ਹਰੇਕ ਬਿਮਾਰੀ ਲਈ ਅਲੱਗ-ਅਲੱਗ ਮਸ਼ੀਨਾਂ ਨੇ, ਹਰੇਕ ਬਿਮਾਰੀ ਲਈ ਤੁਹਾਨੂੰ ਉਨੀ ਡਿਟੇਲ 'ਚ ਦੇਖਣਾ ਪੈਂਦਾ। ਅੱਜ ਜੇ ਤੁਸੀਂ ਪ੍ਰੈਕਟਿਸ ਸ਼ੁਰੂ ਕਰਨੀ ਪਏ ਕਰੋੜਾਂ ਦੀ ਆ, ਕਰੋੜਾਂ 'ਚ ਪ੍ਰੈਕਟਿਸ ਸ਼ੁਰੂ ਕਰਕੇ ਕਿਵੇਂ ਕਰ ਸਕਦੇ ਹੈਗੇ? ਅੱਜ ਤੋਂ 60 ਸਾਲ ਪਹਿਲਾਂ ਦਾ ਤੇ ਅੱਜ ਦਾ ਬਹੁਤ ਜ਼ਿਆਦਾ ਫਰਕ ਹੈਗਾ। ਮੈਨੂੰ ਉਹ ਦਿਨ ਯਾਦ ਨੇ ਜਦੋਂ ਦਿਸ ਇਜ਼ ਮਿਡ 70s, ਜਦੋਂ ਅਸੀਂ ਆਈ ਕੈਂਪ ਤੇ ਜਾਈਦਾ ਸੀ। ਮਾਈ ਅੰਕਲ ਵਾਜ਼ ਆਈ ਸਪੈਸ਼ਲਿਸਟ, ਉਹਨਾਂ ਨਾਲ ਬਹੁਤ ਮੌਕਾ ਮਿਲਿਆ ਸਫ਼ਰ ਕਰਨ ਦਾ ਤੇ ਟਰੈਵਲ ਕਰਨ ਦਾ ਪੰਜਾਬ ਦੇ ਵਿੱਚ। ਸਵੇਰੇ 4 ਵਜੇ ਚੱਲੀਦਾ ਸੀਗਾ, ਐਂਡ ਹੀ ਵਾਜ਼ ਆਈ ਥਿੰਕ ਜਿਹੜੀ ਮੇਰੀ ਟਾਈਮ ਦੀ ਹੈਗੀ ਮੈਂ ਉਹਨਾਂ ਤੋਂ ਸਿੱਖੀ ਆ, ਪੋਜ਼ਿਟਿਵਿਟੀ ਵੀ ਉਹਨਾਂ ਤੋਂ ਸਿੱਖੀ ਆ। I had never seen him in my life criticizing a person. He went up to the level of a DRME. ਮੈਂ ਉਹਨਾਂ ਦੇ ਮੂੰਹੋਂ ਕਦੇ ਕਿਸੇ ਦੀ ਨਿੰਦਾ ਨਹੀਂ ਸੀ ਸੁਣੀ। ਤੇ ਜੇ ਸਵੇਰੇ 4 ਵਜੇ ਜਾਣਾ ਹੈਗਾ ਤਾਂ 4 ਵਜੇ ਉਹਨਾਂ ਨੇ ਫੀਟ ਹੁੰਦੀ ਸੀ, 4 ਵਜੇ ਉਹਨਾਂ ਨੇ ਆਪਦੀ ਟੀਮ ਬਿਠਾ ਕੇ ਨਾਲ ਨਿਕਲ ਜਾਣਾ। ਜੇ ਉਹਨਾਂ ਦਾ ਨੈਕਸਟ ਜੂਨੀਅਰ ਵੀ ਹੈਗਾ, ਅਸਿਸਟੈਂਟ ਪ੍ਰੋਫੈਸਰ ਵੀ ਜੇ ਹੈਗਾ, ਜੇ ਉਹ ਆ ਗਿਆ ਤਾਂ ਆ ਗਿਆ, ਉਹਦੇ ਲਈ ਵੀ ਵੇਟ ਨਹੀਂ ਕਰਨੀ। ਤਾਂ ਸਭ ਨੂੰ ਪਤਾ ਹੁੰਦਾ, ਸਭ ਨੇ ਟਾਈਮ ਸਿਰ ਪਹੁੰਚ ਜਾਣਾ ਹੈਗਾ ਉੱਥੇ। ਸੋ ਜਿਹੜੇ ਉਸ ਵੇਲੇ ਕੈਂਪ ਹੁੰਦੇ ਸੀਗੇ, ਸਵੇਰੇ ਜਾਣਾ, ਇੱਕ ਟੀਮ ਪਹਿਲਾਂ ਜਾਂਦੀ ਸੀਗੀ, ਉਹਨਾਂ ਨੇ ਥੀਏਟਰ ਸੈੱਟ ਕਰਨਾ, ਸਵੇਰੇ ਨਿਕਲਣਾ, ਸਵੇਰੇ ਜਾ ਕੇ ਟੀਮ ਨੇ ਸਾਰਿਆਂ ਨੇ ਪੇਸ਼ੈਂਟ ਐਗਜ਼ਾਮਿਨ ਕਰਨੇ ਸ਼ੁਰੂ ਕਰਨੇ। ਅੱਧੇ ਘੰਟੇ ਬਾਅਦ ਟੀਮ 2 'ਚ ਹੋ ਜਾਂਦੀ ਸੀ, ਅੱਧੀ ਟੀਮ ਪੇਸ਼ੈਂਟ ਦੇਖਦੀ ਰਹਿੰਦੀ ਸੀਗੀ, ਅੱਧੀ ਸਰਜਰੀ ਸ਼ੁਰੂ ਕਰ ਦਿੰਦੀ ਸੀ। ਜਦ OPD ਖਤਮ ਹੋ ਗਿਆ ਬਾਕੀ ਵੀ ਆ ਜਾਂਦੇ ਸੀਗੇ। 5 ਆਪਰੇਸ਼ਨ ਟੇਬਲ ਹੁੰਦੇ ਸੀਗੇ ਉਦੋਂ ਦੀ। ਤੇ ਤੁਸੀਂ ਇਹ ਦੇਖ ਲਓ ਕਿ ਸਵੇਰੇ ਜਾ ਕੇ 100, 150, 200, 250 ਅਪ ਟੂ 300 ਸਰਜਰੀਜ਼ ਕਰਕੇ ਰਾਤ ਨੂੰ ਵਾਪਸ ਆ ਜਾਈਦਾ ਸੀਗਾ। ਹਾਂਜੀ। ਸੋ ਉਹ ਜਿਹੜੀ ਸਰਜਰੀ ਸੀ ਉਹ ਹੋਰ ਤਰ੍ਹਾਂ ਦੀ ਹੁੰਦੀ ਸੀਗੀ। ਉਹ ਉਦੋਂ ਜਿਹੜੀ ਨੀਡ ਸੀਗੀ ਹੋਰ ਤਰ੍ਹਾਂ ਦੀ ਹੁੰਦੀ ਸੀਗੀ। ਉਦੋਂ ਜਦੋਂ ਪਿੰਡਾਂ 'ਤੇ ਜਾਈਦਾ ਸੀਗਾ ਤਾਂ ਜਦ ਕਮਰੇ 'ਚ ਤੁਹਾਡੇ ਕੋਲ ਪਿੰਡ ਦੇ ਆ ਜਾਂਦੇ ਸੀਗੇ ਕਾਫੀ ਸਾਰੇ ਫਾਰਮਰਸ, ਤਾਂ
ਖੜ ਨਹੀਂ ਸੀ ਸਕਦੇ ਤੁਸੀਂ। ਉਹਨਾਂ ਦੇ ਜੇ ਹੁਣ ਮੈਂ ਯਾਦ ਕਰਾਂ ਕਿ ਉਹ ਕਿਵੇਂ ਡਰੈਸਡ ਅਪ ਹੁੰਦੇ ਸੀ, ਕਿਵੇਂ ਉਹਨਾਂ ਦਾ ਅਰੋਮਾ ਹੁੰਦਾ ਸੀਗਾ। ਅੱਜ ਅੱਧਿਆਂ ਦੇ ਜੁੱਤੀ ਹੁੰਦੀ ਸੀ, ਉਹ ਵੀ ਟੁੱਟੀ ਹੁੰਦੀ ਸੀ, ਗੱਠ ਮਾਰੀਆਂ ਹੁੰਦੀਆਂ ਸੀਗੀਆਂ। ਤੇ ਅੱਜ ਕੱਲ ਦੇਖੋ ਤੁਸੀਂ, ਅੱਜ ਕੱਲ ਤੇ ਉਦੋਂ ਦੇ ਦਾ 75 ਤੋਂ ਕਿੰਨੇ 50 ਸਾਲ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਹਾਂਜੀ ਬਿਲਕੁਲ। ਪਰ ਸਿਹਤ ਤੇ ਖਰਚਣ ਲਈ ਸੋਚਣੀ ਉਹੀ ਆ ਕਿ ਮੇਰੀ ਇਲਾਜ ਫ੍ਰੀ ਹੋ ਜਾਏ। ਉਹਦੇ ਬਾਰੇ ਨਹੀਂ, ਉਹ ਮਾਈਂਡ ਸੈਟ ਨਹੀਂ ਚੇਂਜ ਹੋਇਆ। ਅਸੀਂ ਕਾਰ ਲਈ ਪੈਸੇ ਰੱਖ ਲਾਂਗੇ, ਇਨਵੈਸਟਮੈਂਟ ਲਈ ਪੈਸੇ ਰੱਖ ਲਾਂਗੇ, ਸਾਰੀਆਂ ਚੀਜ਼ਾਂ ਲਈ ਪੈਸੇ ਦਾ ਬਜਟ ਕਰ ਲਾਂਗੇ, ਹੈਲਥ ਲਈ ਕੋਈ ਨਹੀਂ ਕਰਦਾ ਹੈਗਾ। ਤੇ ਜਦੋਂ ਵਿਪਤਾ ਪੈਂਦੀ ਹੈ ਫਿਰ ਡਾਕਟਰ ਮਹਿੰਗਾ ਹੈਗਾ। ਹੁਣ ਉਹ ਨਹੀਂ, ਪਹਿਲਾਂ ਤੁਸੀਂ ਜੇ ਤੁਸੀਂ ਜਿਸ ਦਿਨ ਬੰਦਾ ਨੌਕਰੀ ਜੁਆਇਨ ਕਰਦਾ ਹੈਗਾ, ਜੇ ਉਸ ਦਿਨ ਆਪਦੀ ਸੈਲਰੀ ਚੋਂ ਕੁਝ ਅਮਾਊਂਟ ਇੱਕ ਪਾਸੇ ਜਮ੍ਹਾਂ ਕਰਾਉਂਦਾ ਰਹੇ, ਚਾਹੇ FD ਕਰਾਉਂਦਾ ਰਹੇ, ਜਦ ਨੂੰ ਉਹਨੇ ਬਿਮਾਰ ਹੋਣਾ 30 ਸਾਲ ਬਾਅਦ ਉਹਦੇ ਕੋਲ ਇੰਨੇ ਪੈਸੇ ਹੋਣੇ ਆ ਕਿ ਦੁਨੀਆ 'ਚ ਕਿਤੇ ਜਾ ਕੇ ਇਲਾਜ ਕਰਾ ਸਕਦਾ, ਕਿਉਂਕਿ ਉਹਨੇ ਬਜਟਿੰਗ ਕੀਤੀ ਹੈਗੀ ਉਹਦੇ ਲਈ। ਆਪਾਂ ਬਜਟਿੰਗ ਕਰਦੇ ਨਹੀਂ ਹੈਗੇ। ਸੋ ਇਹ ਹੁਣ ਇੱਕ ਸੱਜਣ ਆਏ ਸੀਗੇ ਚੈੱਕਅਪ ਕਰਾਉਣ ਲਈ, ਹਰਿਆਣੇ ਤੋਂ ਸੀ। ਟੈਸਟ ਹੋਣਾ ਸੀਗਾ ਉਹਨਾਂ ਦਾ, ਜ਼ਰੂਰੀ ਸੀਗਾ ਕਿ ਕਾਲੇ ਮੋਤੀ ਦਾ ਸੀਗਾ, ਤੇ ਉਹਦੇ 'ਚ ਉਹਨਾਂ ਨੇ ਟੈਸਟ ਕਰਾਉਣਾ ਜ਼ਰੂਰੀ ਸੀਗਾ, ਜਿਹਦੇ ਕੋਈ ਜ਼ਿਆਦਾ ਚਾਰਜ ਨਹੀਂ, 3-4 ਹਜ਼ਾਰ ਦੇ ਕਰੀਬ ਚਾਰਜਸ ਹੋਣੇ ਆ। ਉਹ ਕਹਿੰਦਾ ਨਹੀਂ, ਤੁਹਾਡੇ ਚਾਰਜਸ ਜ਼ਿਆਦਾ, ਮੈਂ ਨਹੀਂ ਮੈਂ ਅਫੋਰਡ ਨਹੀਂ ਕਰ ਸਕਦਾ। ਮੈਂ ਕਿਹਾ ਠੀਕ ਆ ਜੀ। ਮੈਂ ਕਿਹਾ ਜਦੋਂ ਠੀਕ ਲੱਗਿਆ ਕਰਾ ਲਿਓ, ਪਰ ਅਗਲੇ 2 ਮਹੀਨੇ ਦੇ ਵਿੱਚ ਕਰਾ ਲਿਓ। ਨਹੀਂ, ਮੈਂ ਤਾਂ ਹੁਣ 6 ਮਹੀਨੇ ਲਈ ਆਸਟ੍ਰੇਲੀਆ ਜਾ ਰਿਹਾ ਹਾਂ। ਐਨਕ ਲਗਾਈ ਆ ਉਹਨੇ ਸਰਜਰੀ ਤੋਂ ਬਾਅਦ। ਐਨਕ ਤੇ ਉਹਨੇ 60,000 ਰੁਪਏ ਖਰਚਤੇ ਨੇ। ਪ੍ਰੋਗਰੈਸਿਵ ਤੇ ਚੰਗਾ, ਆਈ ਕੁਡ ਮੇਕ ਆਊਟ ਫਰੋਮ ਦ ਫਰੇਮ ਕਿ ਪੈਸੇ ਚੰਗੇ ਲੱਗੇ ਹੋਏ ਨੇ। ਜੁੱਤਾ ਵੀ ਜਿਹੜਾ ਪਾਇਆ ਸੀ 12-13 ਹਜ਼ਾਰ ਦਾ ਸੀਗਾ। ਘੜੀ ਬਾਰੇ ਮੈਂ ਕਹਿ ਨਹੀਂ ਸਕਦਾ, ਬਹੁਤ ਮਹਿੰਗੀ ਸੀਗੀ। ਠੀਕ ਹੈ, ਉਹ ਬੰਦੇ ਕੋਲ ਪੈਸੇ ਨਹੀਂ ਹੈ, ਪੈਸੇ ਦੀ ਕਮੀ ਨਹੀਂ ਹੈਗੀ, ਪਰ ਉਹ ਬੰਦੇ ਦਾ ਮਾਈਂਡ ਸੈਟ ਜਿਹੜਾ ਹੈਗਾ ਕਿ ਮੈਨੂੰ ਹੈਲਥ ਫ੍ਰੀ ਮਿਲਣੀ ਚਾਹੀਦੀ ਹੈ। ਦਿਸ ਇਜ਼ ਰੋਂਗ। ਤੁਹਾਨੂੰ ਆਪਣੀ ਸਿਹਤ, ਇਹ ਤੁਹਾਡੀ ਸਿਹਤ ਹੈ, ਤੁਸੀਂ ਆਪਣੀ ਸਿਹਤ ਤੇ ਨਹੀਂ ਖਿਆਲ ਕਰੋਗੇ ਤਾਂ ਫਿਰ ਕਿਵੇਂ ਕਰੋਗੇ? ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਹੁਣ ਆਈ ਕੰਨਿਓ ਇੱਕ ਬੜੀ ਕਰੂਡ ਜਿਹੀ ਐਗਜ਼ਾਮਪਲ ਆ, ਮੇਰਾ ਖਿਆਲ ਲੋਕਾਂ ਨੂੰ ਪਸੰਦ ਵੀ ਨਹੀਂ ਆਉਣੀ ਹੈਗੀ। ਉਹ ਇਹ ਹੈਗੀ ਆ ਕਿ ਤੁਸੀਂ ਆਪਦੀ ਜ਼ਿੰਦਗੀ 'ਚ ਰਾਤ ਨੂੰ 2-3 ਘੰਟੇ ਤੇ ਸਵੇਰੇ 2-3 ਘੰਟੇ ਚਾਨਣੇ ਲਈ ਬਿਜਲੀ ਦਾ ਬਿੱਲ 10,000, 20,000, 5,000, 30,000 ਮਹੀਨੇ ਦਾ ਖਰਚਦੇ ਹੋ ਜੀ, ਸਾਰੀ ਉਮਰ ਖਰਚਦੇ ਹੋ। ਤੇ ਜੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਚਾਨਣਾ ਮਿਲ ਰਿਹਾ ਬਾਕੀ 24 ਘੰਟੇ ਲਈ, ਬਾਕੀ ਸਾਰੀ ਜ਼ਿੰਦਗੀ ਲਈ, ਤੁਸੀਂ ਬਿਜਲੀ ਦੇ ਬਿੱਲ ਜਿੰਨੇ ਪੈਸੇ ਦੇਣ ਲਈ ਵੀ ਤਿਆਰ ਨਹੀਂ ਹੈਗੇ। ਇਟਸ ਅ ਮਾਈਂਡ ਸੈਟ, ਇਟਸ ਚੇਂਜਿੰਗ ਐਂਡ ਇਟ ਵਿਲ ਚੇਂਜ। ਹਜੇ ਵੀ ਜਿਹੜਾ ਹੈਗਾ ਆਪਣੀ ਸੋਸਾਇਟੀ, ਦੇਰ ਆਰ ਲੋਟ ਆਫ ਪੀਪਲ ਹੂ ਲੁੱਕ ਫॉर ਕੁਆਲਿਟੀ, who want to have good things and who want to stay fit. Things have changed a lot in the last 50 years. It's good that it is going to change. ਫਿਟਨੈਸ ਦਾ ਵੀ ਮੈਂ ਆਈ ਕੈਨ ਰਿਲੇਟ ਸਰ ਕਿ ਲੋਕਾਂ ਨੂੰ ਲੱਗਦਾ ਹੈ, ਉਹਨਾਂ ਨੂੰ ਲੱਗਦਾ ਕਿ ਅਸੀਂ ਜੇ ਡਰਾਈ ਫਰੂਟਸ ਲੈ ਰਹੇ ਹਾਂ ਜਾਂ ਨਟਸ ਖਾਣੇ ਆ ਤਾਂ ਅਸੀਂ ਆਪਣਾ ਓਵਰ, ਕਹਿੰਦੇ ਤੁਸੀਂ ਤਾਂ ਇਹੋ ਜਿਹਾ ਕੁਝ ਖਾਓਗੇ ਤਾਂ ਫਿਟ ਰਹੋਗੇ ਹੀ। ਉਹ ਅਸੀਂ ਬਾਹਰ ਰੈਸਟੋਰੈਂਟ 'ਚ ਲੱਗ ਕੇ ਹੋਰ ਕੁਝ ਨਹੀਂ ਖਾ ਰਹੇ, ਤਾਂ ਸਪੈਂਡ ਤਾਂ ਉਹੀ ਅਮਾਊਂਟ ਕਰ ਰਹੇ ਹਾਂ, ਬਟ ਉਹ ਚੋਇਸਿਸ ਹੈ ਲਾਈਫ ਦੀਆਂ। ਤਾਂ ਅਗੇਨ ਇਹ ਤਾਂ ਮਾਈਂਡ ਸੈਟ ਦੀ ਗੱਲ ਰਹੂਗੀ। ਬਿਲਕੁਲ। ਤੇ ਇਹ ਚੀਜ਼ ਮੈਨੂੰ ਤੁਹਾਡੀ ਵਧੀਆ ਲੱਗਦੀ ਹੈ ਸਰ, ਕਿਉਂਕਿ ਮੈਂ ਵੀ ਇਹ ਚੀਜ਼ਾਂ ਸਿੱਖੀਆਂ ਕਿ ਤੁਹਾਨੂੰ ਚੋਇਸਿਸ ਤੁਸੀਂ ਕਰਨੀਆਂ ਆਪਣੀ ਲਾਈਫ 'ਚ, ਔਰ ਤੁਸੀਂ ਆਪਣੀਆਂ ਚੀਜ਼ਾਂ ਡਿਸਾਈਡ ਕਰਨੀਆਂ ਕਿ ਤੁਹਾਨੂੰ ਸੱਚੀ ਕਿਹੜੇ ਸੈਗਮੈਂਟ 'ਚ ਜਾਣਾ ਹੈ, ਕਿਹੋ ਜਿਹੀਆਂ ਤੁਸੀਂ ਚੋਇਸਿਸ ਕਰਨੀਆਂ ਹੈ ਨਾ। ਤੇ ਹਾਂਜੀ, ਤੁਸੀਂ ਰਾਤ ਨੂੰ ਕਿਤੇ ਬੈਠੇ ਹੈਗੇ ਡਿਨਰ ਤੇ ਦੋਸਤਾਂ ਨਾਲ ਗੱਪਾਂ, ਕੋਈ ਕਹਿੰਦਾ ਆਹ ਚੀਜ਼ ਚੰਗੀ ਹੈ, ਤੁਸੀਂ ਅਗਲੇ ਦਿਨ ਆ ਕੇ ਉਹ ਖਰੀਦ ਲਓਗੇ। ਕੋਈ ਕਹਿੰਦਾ ਇਸ ਚੀਜ਼ ਸਟਰੀਟ ਕੀ ਹੁੰਦੇ ਨੇ, ਸੀਡ ਇਹ ਚੰਗੇ ਨੇ, ਤੁਸੀਂ ਅਗਲੇ ਦਿਨ ਉਹਦੀ ਲੈ ਆਓਗੇ। 2 ਮਹੀਨੇ ਬਾਅਦ ਕੋਈ ਕਹਿੰਦਾ ਨਹੀਂ ਬਦਾਮ ਖਾਣੇ ਚੰਗੇ ਹੁੰਦੇ, ਤੁਸੀਂ ਬਦਾਮ ਲੈ ਆਓਗੇ। ਐਂ ਥੋੜ੍ਹਾ ਜ਼ਿੰਦਗੀ ਚੱਲਦੀ। ਯੂ ਆਰ ਨਾਟ ਟੈਨਿਸ ਬਾਲ ਕੇ ਜਿਹਨੇ ਜਿੱਧਰ ਮਾਰੀ ਉਹ ਚਲੀ ਜਾ ਰਿਹਾ। ਤੁਹਾਡੀ ਜ਼ਿੰਦਗੀ ਤੁਹਾਡੇ ਕੰਟਰੋਲ 'ਚ ਹੈਗੀ, ਉਹਨੂੰ ਆਪਦੇ ਹਿਸਾਬ ਨਾਲ ਜੀਓ, ਆਪਦੇ ਹਿਸਾਬ ਨਾਲ ਜੀਓ, ਆਪਣੀਆਂ ਟਰਮਸ ਤੇ ਜੀਓ, ਆਪਣੇ ਹਿਸਾਬ ਨਾਲ ਜੀਓ। ਲੋਕਾਂ ਮਗਰ ਲੱਗ ਕੇ ਨਹੀਂ ਗੱਲ ਬਣਦੀ ਹੈਗੀ। ਜ਼ਿਆਦਾਤਰ ਜਿਹੜੇ ਬਿਜ਼ਨਸ ਸਕਸੈਸਫੁਲ ਬਿਜ਼ਨਸਮੈਨ ਰਹੇ, ਉਹਨਾਂ ਦੀ ਇੱਕ ਚੀਜ਼ ਮੈਂ ਦੇਖੀ, ਉਹਨਾਂ ਨੂੰ ਲੋਕ ਸਟਬਨ ਮੰਨਦੇ ਆ। ਤਾਂ ਮੈਨੂੰ ਲੱਗਦਾ ਸਟਬਨ ਦੀ ਜਗ੍ਹਾ ਉਹ ਲੋਕ ਦੇ ਆਰ ਵੈਰੀ ਕਲੀਅਰ ਆਪਣੀਆਂ ਟਰਮਸ ਤੇ, ਸ਼ਾਇਦ ਉਹ ਬਿਜ਼ਨਸ ਵੀ ਉਹੀ ਕਰ ਪਾਉਂਦੇ। ਦੇਖੋ, ਸਟਬਨ ਤੇ ਫੋਕਸ 'ਚ ਬਹੁਤ ਫਰਕ ਆ। ਠੀਕ ਆ, ਜੇ ਮੈਂ ਇਸ ਚੀਜ਼ ਤੇ ਫੋਕਸ ਨਾ ਤੇ ਤੁਸੀਂ ਮੈਨੂੰ ਕਨਵਿੰਸ ਕਰਾ ਰਹੇ ਹੋ ਕਿਸੇ ਹੋਰ ਚੀਜ਼ ਲਈ ਜਿਹੜੀ ਮੇਰੇ ਹਿਸਾਬ ਨਾਲ ਨਹੀਂ ਸਹੀ, ਯੂ ਕਾਂਟ ਕਾਲ ਮੀ ਸਟਬਨ। ਪਰ ਲੋਕ ਤਾਂ ਯੂਜ਼ ਕਰਦੇ ਨੇ ਉਹ ਟਰਮ। ਨੋ, ਦੇयर ਇਜ਼ ਨਥਿੰਗ ਲਾਈਕ ਸਟਬਨ। ਹਾਂਜੀ। ਅੱਛਾ, ਇੱਕ ਹੋਰ ਵੀ ਹੈਗੀ ਕਿ ਜੇ ਤੁਸੀਂ ਕੋਈ ਚੀਜ਼ ਕਰਨਾ ਚਾਹੁੰਦੇ ਹੋ ਤੇ ਤੁਸੀਂ ਸੋਚ ਲਿਆ ਕਿ ਮੈਂ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਲਈ ਤੁਹਾਨੂੰ ਸਟਬਨ ਦੇ ਇਲਾਵਾ ਸਟ੍ਰਿਕਟ ਵੀ ਹੋਣਾ ਪਏਗਾ। ਫਿਰ ਤੁਹਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਨਾਲ
करना पड़ेगा. So strictness is different, stubbornness is different, staying focused is different, focus to the target is different, be clear about your goal. ये सारियां चीज़ां हैं ਇੱਕੋ ਹੀ ਚੀਜ਼ ਪਰ ਲੇਬਲ ਅਲੱਗ-ਅਲੱਗ ਨੇ ਜੀ. ਠੀਕ ਹੈ. ਜੇ ਤੁਸੀਂ ਡਿਸਟਰੈਕਸ਼ਨ ਮੇਰਾ ਨਾ ਇੱਕ ਵਾਰ ਗੱਲ ਯਾਦ ਆ ਗਈ ਤਾਂ ਮੈਂ ਲਾਸਟ 30-35 years ਤੋਂ I have been going every year for international conferences, ਅਮਰੀਕਨ ਅਕੈਡਮੀ ਤੇ ਜਾਂ ਯੂਰਪੀਅਨ ਕਾਨਫਰੰਸ ਤੇ, ਕਿਉਂਕਿ ਉੱਥੇ ਸਿੱਖਣ ਨੂੰ ਬਹੁਤ ਮਿਲਦਾ ਹੈ. ਤੁਸੀਂ ਉੱਥੇ ਉਹ ਦੇਖਦੇ ਹੋ ਜੋ ਅੱਜ ਤੋਂ 2 ਸਾਲ ਬਾਅਦ ਤੁਹਾਡੇ ਕੋਲ ਆਉਣਾ ਹੈਗਾ. ਸੋ ਇਟਸ ਪਲੱਸ ਤੁਹਾਨੂੰ ਇਕਵਿਪਮੈਂਟ ਜਿਹੜਾ 3 ਸਾਲ ਬਾਅਦ ਆਉਣਾ ਉਹਦੇ ਪ੍ਰੋਟੋਟਾਈਪ ਉੱਥੇ ਆਉਂਦੇ ਨੇ. ਜਿਹਨੇ ਰਿਸਰਚ ਕੀਤੀ ਹੈਗੀ ਆ ਉਹਦੀਆਂ ਅੱਗੇ ਕੀ ਇੰਪਲੀਕੇਸ਼ਨਸ ਆਉਣੀਆਂ ਹੈਗੀਆਂ ਉਹਦੇ ਕਰਕੇ ਆਉਂਦੇ. ਇਸੇ ਕਰਕੇ we have been at the forefront of technology just because ਕਿ ਉਹਦਾ ਐਕਸਪੋਜ਼ਰ ਸੀਗਾ, ਜਾਣਾ ਦੇਖਣਾ ਕਰਨਾ. ਤਾਂ ਉੱਥੇ ਮੇਰਾ ਦਿਨ ਦਾ ਪ੍ਰੋਗਰਾਮ ਬਣਾਇਆ ਹੁੰਦਾ ਸੀ. ਇਹਨੇ ਤੋਂ ਇਹਨੇ ਆਹ ਸੈਸ਼ਨ ਅਟੈਂਡ ਕਰਨਾ, ਇਸ ਸੈਸ਼ਨ ਤੋਂ ਬਾਅਦ ਇੱਥੇ ਜਾਣਾ, ਇੱਥੋਂ ਬਾਅਦ ਇੱਥੇ ਜਾਣਾ, ਉਵੇਂ ਹੁੰਦਾ. ਕਈ ਦਫਾ ਤੁਹਾਡੇ ਨਾਲ 2-3 ਤੁਹਾਡੇ ਨਾਲ ਫਰੈਂਡ ਜਿਹੜੇ ਗਏ ਹੋਏ ਨੇ ਜਾਂ ਨੋਨ ਹੈਗੇ ਆਪਥਲਮੋਲੋਜਿਸਟ ਕੰਟਰੀ ਤੋਂ ਵੀ ਗਏ, ਉਹਨਾਂ ਨਾਲ ਚੱਲਣਾ ਤਾਂ ਉਹਨਾਂ ਨੇ ਕਿਤੇ ਖੜ ਕੇ ਗੱਲ ਕਰਨ ਲੱਗ ਜਾਣਾ, ਮੈਂ ਆਪਣਾ ਚੁੱਪ ਕਰਕੇ ਅੱਗੇ ਨਿਕਲ ਜਾਣਾ. ਤਾਂ somebody commented, Dr. Grewal, I have noticed that if you're going somewhere, you don't stop anywhere anyway. ਤੁਸੀਂ ਜਿੱਥੇ ਜੇ ਹਾਲ 'ਚ ਇੰਨੇ ਵਜੇ ਪਹੁੰਚਣਾ ਤੁਸੀਂ ਪਹੁੰਚ ਜਾਂਦੇ ਹੋ, ਤੁਸੀਂ ਰੁਕਦੇ ਨਹੀਂ ਰਾਹ 'ਚ. ਮੈਂ ਕਿਹਾ ਮੈਂ ਡਿਸਟਰੈਕਸ਼ਨ, ਫॉर ਮੀ ਦੈਟ ਇਜ਼ ਡਿਸਟਰੈਕਸ਼ਨ. ਉਹ ਬੰਦੇ ਨੂੰ ਮੈਂ ਬਾਅਦ 'ਚ ਮਿਲ ਲਾਂਗਾ. ਐਟ ਦਿਸ ਮੋਮੈਂਟ ਮਾਈ ਪ੍ਰਾਇੋਰਿਟੀ ਇਜ਼ ਦਿਸ. ਸੋ ਇਫ ਯੂ ਆਰ ਨਾਟ ਕਲੀਅਰ what your priority is, not in life, not this month, not today, at this moment, what is your priority at this moment? That is what matters. Your priority at 5 p.m. is not relevant. Oh, 5 बजे बहुत time पे आ जाए. So what is your priority at the moment? That is what is relevant. ते ऐसे लिए जेड़ा हैगा, if somebody can follow this mantra, this is 5 minutes mantra. If you can follow it, it's very difficult. If you can follow it, it will help everyone. ਉਹ ਹੈਗਾ ਤੁਹਾਡੇ ਮਨ 'ਚ ਹਮੇਸ਼ਾ ਇੱਕ ਸਵਾਲ ਘੁੰਮਣਾ ਚਾਹੀਦਾ ਹੈਗਾ ਕਿ ਮੈਂ ਅਗਲੇ 5 ਮਿੰਟ ਕੀ ਕਰ ਸਕਦਾ ਜਿਹੜਾ ਮੇਰੀ ਜ਼ਿੰਦਗੀ 'ਚ ਮੈਨੂੰ ਮੇਰੇ ਟੀਚੇ ਵੱਲ ਲੈ ਜਾਏ. What can I do in the next 5 minutes which can take me nearer to my goal in life? ਠੀਕ ਹੈ. ਅਸੀਂ ਅਗਲੇ 5 ਮਿੰਟ 'ਚ ਕੁਝ ਨਹੀਂ ਕਰਨਾ. ਸ਼ਾਮ ਦੀ ਪਲਾਨ ਬਣ ਰਹੀ ਆ. ਬਿਲਕੁਲ. ਫਿਊਚਰ ਔਰ ਉਹਦੇ ਲਈ 2 ਘੰਟੇ ਅਸੀਂ ਪਲੈਨਿੰਗ 'ਚ ਕੱਢ ਦਿੰਨੇ ਆ ਕਿ ਸ਼ਾਮ ਨੂੰ 5 ਵਜੇ ਇਹ ਕਰਨਾ ਹੈ, ਤਾਂ ਉਹਦੇ ਲਈ ਪਲਾਨ ਕਰਦੇ. ਪਲੈਨਿੰਗ ਦੀ ਡੈਫੀਨੇਸ਼ਨ ਕੀ ਹੈ? ਵਾਟ ਇਜ਼ ਪਲੈਨਿੰਗ? ਪਲੈਨਿੰਗ ਇਜ਼ ਦ ਟਾਈਮ ਵੇਸਟਡ. ਪਲੈਨਿੰਗ ਇਜ਼ ਦ ਟਾਈਮ ਵੇਸਟਡ ਬਿਟਵੀਨ ਥਾਟ ਕਮਿੰਗ ਟੂ ਯੂ ਐਂਡ ਦ ਐਕਸ਼ਨ ਯੂ ਹੈਵ ਟੇਕਨ. ਦੈਟ ਇਜ਼ ਪਲੈਨਿੰਗ. ਓਕੇ. ਇਟਸ ਅ ਵੇਸਟ ਆਫ ਟਾਈਮ. ਆਈ ਡੋਂਟ ਪਲਾਨ ਐਨੀਥਿੰਗ ਐਟ ਆਲ. ਬਟ ਤੁਹਾਡਾ ਪੂਰਾ ਰੂਟੀਨ ਤਾਂ ਸ਼ਡਿਊਲ ਉਹ ਤਾਂ ਬਣਿਆ ਹੁੰਦਾ, ਉਹ ਪਲਾਨ ਹੀ ਹੁੰਦਾ ਸਰ ਕਿ ਮੈਂ ਇੰਨੇ ਵਜੇ ਉੱਠ ਰਿਹਾ, ਇੰਨੇ ਵਜੇ ਮੈਂ ਓਪੀਡੀ 'ਚ ਜਾਊਂਗਾ, ਇੰਨੇ ਵਜੇ ਮੈਂ ਬਣ ਗਈ ਲਿਖਿਆ ਨਹੀਂ ਹੁੰਦਾ. ਦੈਟਸ ਪਲੈਨਿੰਗ ਐਕਚੁਅਲੀ. ਕੰਮ ਲਿਖੇ ਹੋਏ ਨੇ. ਉਹ ਲਿਖੇ ਹੋਏ ਕਿ ਮੈਂ ਸ਼ਾਮ ਤੱਕ ਖਤਮ ਕਰਨੇ ਆ. ਦੈਟ ਇਜ਼ ਫਾਈਨ. ਬਟ ਵਾਟ ਮੈਟਰਸ ਇਜ਼ ਕਿ ਉਹ ਸਾਰੇ ਖਤਮ ਕਰਨ ਲਈ ਮੈਂ ਅਗਲੇ 5 ਮਿੰਟ ਕੀ ਕਰਾਂ. ਮੈਂ ਜੋ ਉਹੀ ਲਿਸਟ, ਮੈਂ ਜੋ ਸਾਰੀ ਲਿਸਟ ਸਾਰਾ ਦਿਨ ਚੱਕ ਕੇ ਦੇਖੀ ਜਾਊਂਗਾ, ਕੁਝ ਹੋਏਗਾ ਨਹੀਂ ਹੋਏਗਾ ਨਾ. ਹਾਂਜੀ. ਸੋ ਆਈ ਹੈਵ ਟੂ ਡੂ. ਇਫ ਆਈ ਹੈਵ ਟੂ ਡੂ ਦੈਨ ਵਾਟ ਕੈਨ ਆਈ ਡੂ ਇਨ ਦ ਨੈਕਸਟ 5 ਮਿੰਟਸ? If my goal is that I have to finish day's work by the end of the day, ਠੀਕ ਹੈ. ਮੈਂ ਕਹਿੰਨਾ ਕਿ ਮੇਰਾ ਟੀਚਾ ਇਹ ਹੈਗਾ ਕਿ ਮੇਰੇ ਜਿੰਨੇ ਅੱਜ ਦੇ ਕੰਮ ਕਰਨੇ ਨੇ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਕੰਮ ਕਰਦਾ. ਸੋ ਜੇ ਉਹ ਕਰਨਾ ਹੈਗਾ ਤਾਂ ਮੈਨੂੰ I have to see ਕਿ ਮੈਂ ਅਗਲੇ 5 ਮਿੰਟ 'ਚ ਕੀ ਖਤਮ ਕਰਦਾ, ਇਹ ਵੀ ਖਤਮ ਕਰਦਾ, ਇਹ ਚਲੋ ਮੇਰੇ ਕੋਲ 2 ਮਿੰਟ ਹੈਗੇ, ਇਹ ਵੀ ਖਤਮ ਕਰਦਾ, ਇਹ ਵੀ ਖਤਮ ਕਰਦਾ, ਇਹ ਵੀ ਖਤਮ ਕਰਦਾ. ਸੋ I don't believe in multitasking. ਮਲਟੀਟਾਸਕਿੰਗ ਨੂੰ ਪੰਜਾਬੀ 'ਚ ਕੀ ਕਹਿੰਦੇ ਆ? ਸੋ ਮਲਟੀਟਾਸਕਿੰਗ ਦਾ ਮਤਲਬ ਹੈ ਕਿ ਤੁਸੀਂ 4 ਕੰਮ ਹੈ, ਫੋਨ ਵੀ ਦੇਖ ਰਿਹਾ, ਹੱਥ ਨਾਲ ਲਿਖ ਵੀ ਰਿਹਾ ਹੈਗਾ, ਉਹਨੂੰ ਵੀ ਇਸ਼ਾਰਾ ਕਰ ਰਿਹਾ, ਉਹਨੂੰ ਵੀ ਕਹਿ ਰਿਹਾ ਤੂੰ ਇੱਧਰ ਕਰ ਲੈ. This is multitasking. I don't believe in multitasking. Multitasking is not a nature of a human being. I believe, ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀਗਾ, I believe 100% concentration in one task. So ਜੇ ਮੈਂ ਕੋਈ ਕੰਮ ਕਰ ਰਿਹਾ ਤਾਂ ਮੈਂ 100% ਉਸੇ ਚਾਹੀਏ. Can I do multitasking? I can do multitasking. But how will it be different from my statement that I don't do multitasking? ਉਹ ਇਹ ਹੋਏਗੀ ਮੈਂ 5 ਮਿੰਟ ਇੱਕ ਕੰਮ ਕਰ ਸਕਦਾ. Immediately I can do a second task for 3 minutes. I can do the third task for 3 minutes. But I am doing each task with 100% concentration. जी. मेरी सुरती 3 ਥਾਂ ਤੇ ਨਹੀਂ divided ਹੈਗੀ. ਮੇਰੀ ਸੁਰਤੀ ਇੱਕ ਥਾਂ ਤੇ ਹੈ, ਪਰ ਮੈਂ 1 ਘੰਟੇ 'ਚ ਕਈ ਸਾਰੇ ਕੰਮ ਕਰ ਸਕਦਾ, which may appear ਜਿਹੜਾ ਲੱਗੇ ਕਿ ਬਈ ਕਈ ਕੰਮ ਇਕੱਠੇ ਹੋ ਰਿਹਾ, ਪਰ ਜਿਹੜਾ ਕੰਮ ਮੈਂ ਕਰ ਰਿਹਾ ਉਹਦੇ 'ਚ ਮੈਂ ਖੁਬਿਆ ਹੋਇਆ 100%. ਆਈਡਲੀ. ਹਾਂਜੀ. ਮੇਰੇ ਕਈ ਦਫਾ ਹੁੰਦਾ ਹੈਗਾ ਕਿ ਮੇਰੀ ਪੇਸ਼ੈਂਟ ਤੇ ਇੰਨੀ ਫੋਕਸ ਹੁੰਦੀ ਹੈ, ਪੇਸ਼ੈਂਟ ਆਏ ਬਹਿ ਗਏ, ਅਟੈਂਡੈਂਟ ਸਾਈਡ ਤੇ ਬੈਠਦੇ, ਮੈਂ ਆਪਦਾ ਜਦ ਆਉਣਾ ਤਾਂ ਪੇਸ਼ੈਂਟ
ਤੇ ਫੋਕਸ ਚਲਾ ਜਾਂਦਾ। ਕਈ ਵਾਰ ਹੁੰਦਾ ਕਿ ਪੇਸ਼ੈਂਟ ਸਾਰਾ ਐਗਜ਼ਾਮਿਨ ਕਰਨ ਤੋਂ ਬਾਅਦ ਇੱਧਰ ਦੇਖਦਾ ਤਾਂ ਮੇਰਾ ਕਜ਼ਨ ਬੈਠਾ ਹੀ ਆ। ਸੋ ਇੰਨਾ ਤੁਹਾਡੀ ਹੋਣੀ ਚਾਹੀਦੀ ਹੈ ਕਿ ਅਦਰਵਾਈਜ਼ ਡਿਸਟਰੈਕਸ਼ਨ ਹੋ ਜਾਣੀ ਸੀਗੀ। ਹਾਂਜੀ ਉਹਨੇ ਕਹਿੰਦੇ ਸੀ ਵੀਰ ਜੀ ਸਤਿ ਸ੍ਰੀ ਅਕਾਲ, ਗੱਲਾਂ ਬਾਤਾਂ ਕਰਨ ਲੱਗ ਜਾਣਾ ਸੀਗਾ ਤਾਂ ਮੇਰਾ ਉੱਥੋਂ ਫੋਕਸ ਖਤਮ ਹੋ ਗਿਆ। ਸੋ ਜਦੋਂ ਪੇਸ਼ੈਂਟ ਆਉਂਦਾ ਮੇਰਾ ਫੋਕਸ ਜਦ ਤੱਕ ਮੈਂ ਪੇਸ਼ੈਂਟ ਦਾ ਡਾਇਗਨੋਸਿਸ ਟ੍ਰੀਟਮੈਂਟ ਪਲਾਨ ਨਹੀਂ ਕਰ ਲੈਂਦਾ ਮੈਂ ਜੀ ਹੋਰ ਕਿਸੇ ਪਾਸੇ ਨਹੀਂ ਕਰਾਂ। ਸੋ ਸਟੇਇੰਗ ਫੋਕਸਡ ਔਨ ਟੂ ਵਨ ਟਾਸਕ ਐਂਡ ਟ੍ਰਾਈਂਗ ਟੂ ਫਿਨਿਸ਼ ਇਟ ਐਜ਼ ਸੂਨ ਐਜ਼ ਪੋਸੀਬਲ ਇਜ਼ ਵੈਰੀ ਇੰਪੋਰਟੈਂਟ। ਕਿਉਰਿਓਸਿਟੀ ਆ ਗਈ ਹੁਣ ਤੁਹਾਡੇ ਬਚਪਨ ਤੇ, ਕਿਉਂਕਿ ਤੁਸੀਂ ਬੜੀ ਇਹ ਚੀਜ਼ਾਂ ਦੇਖੋ, ਡਿਸਪਲਿਨ ਔਰ ਇਹ ਚੀਜ਼ਾਂ ਕੰਸਿਸਟੈਂਸੀ, ਪੰਕਚੁਅਲਿਟੀ ਮੈਂ ਤਾਂ ਦੇਖੀ ਹੈ, ਪਰ ਇਹ ਚੀਜ਼ਾਂ ਤੁਹਾਡੀਆਂ ਮੈਂ ਹੁਣ ਬਚਪਨ ਤੇ ਦੇਖੀਏ। ਸਰ ਤੁਹਾਡਾ ਬਚਪਨ ਕਿੱਥੇ ਰਿਹਾ ਮੇਜਰਲੀ, ਔਰ ਤੁਹਾਨੂੰ ਇਹ ਸਟੱਡੀ, ਤੁਸੀਂ ਇਹੀ ਪ੍ਰੋਫੈਸ਼ਨ, ਤੁਸੀਂ ਕਹਿੰਦੇ ਸੀ ਤੁਸੀਂ ਪਾਇਲਟ ਬਣਨਾ ਚਾਹੁੰਦੇ ਸੀ, ਫਿਰ ਇਸ ਲਾਈਨ 'ਚ ਕਿਵੇਂ ਆਏ? ਉਦੋਂ ਐਨਕ ਲੱਗ ਗਈ, ਕਹਿੰਦੇ ਤੁਸੀਂ ਪਾਇਲਟ ਨਹੀਂ ਬਣ ਸਕਦੇ, ਇਸ ਤਰ੍ਹਾਂ ਰਹਿ ਗਿਆ ਕਰ ਫਿਰ ਤੁਸੀਂ ਡਾਕਟਰ ਬਣ ਗਏ। ਫਿਰ ਪਿੰਡ ਤੁਹਾਡਾ ਪਿੱਛੋਂ, ਪਿੰਡ ਕਿਹੜੇ ਪਿੰਡ ਤੋਂ ਤੁਸੀਂ? ਮੇਰਾ ਜਨਮ ਪਟਿਆਲੇ ਦਾ ਸੀਗਾ ਤੇ ਮੈਂ ਪਹਿਲੇ 26 ਸਾਲ ਪਟਿਆਲੇ ਲਾਏ ਸੀ ਤੇ ਪਟਿਆਲੇ ਤੋਂ ਐਮਡੀ ਕਰਕੇ ਫਿਰ ਮੈਂ ਪੀਜੀਆਈ ਚੰਡੀਗੜ੍ਹ ਆਇਆ ਸੀਗਾ। ਪਿੰਡ ਜਿਹੜਾ ਹੈਗਾ ਆਪਾਂ ਦਾਦਕਿਆਂ ਨੂੰ ਕਹਿੰਦੇ ਆਮ ਤੌਰ ਤੇ, ਪਰ ਮੇਰੇ ਆਮ ਜਿਵੇਂ ਹੁੰਦੇ ਨੇ, ਮੇਰੇ ਦਾਦਕੇ ਬਰਨਾਲੇ ਨੇ ਤੇ ਮੇਰੇ ਨਾਨਕੇ ਪਥਰਾਲਾ ਹੈਗਾ ਪਿੰਡ, ਡੱਬ ਬਠਿੰਡੇ ਤੋਂ ਅੱਗੇ ਡੱਬ ਵਾਲੀ ਕੋਲ ਜੀ। ਤੇ ਗਰਮੀ ਦੀਆਂ ਛੁੱਟੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਉੱਥੇ ਟਿੱਬਿਆਂ ਤੇ ਹੀ ਨਿਕਲੀਆਂ ਨੇ। ਪਥਰਾਲੇ ਹਾਂਜੀ। ਚੰਗਾ, ਬੜਾ ਵਧੀਆ ਸੀਗਾ, ਵੈਰੀ ਗੁੱਡ, ਕੋਈ ਉਹਦੇ ਤੇ ਕੋਈ ਰਿਗਰੈਟਸ ਵਾਲੀ ਕੋਈ ਗੱਲ ਨਹੀਂ ਹੈ। ਤੁਹਾਡੇ ਪੇਰੈਂਟਸ ਕਿਹੜੇ ਪ੍ਰੋਫੈਸ਼ਨ 'ਚ ਨੇ? ਮਾਈ ਫਾਦਰ ਵਾਜ਼ ਅ ਡਾਕਟਰ, ENT ਸਪੈਸ਼ਲਿਸਟ, ਐਂਡ ਮਾਈ ਮਦਰ ਵਾਜ਼ CEO ਆਫ ਦਾ ਹਾਊਸ। ਹਾਂਜੀ। ਤੁਸੀਂ ਕਦੇ ਸੋਚਿਆ ਸੀ ਵੀ ਮੇਰੇ ਕੋਲ ਇਹੋ ਜੀ ਗੱਡੀ ਹੋਊਗੀ, ਇਹੋ ਜਿਹਾ ਘਰ ਹੋਊਗਾ, 5 ਸੈਕਟਰ 'ਚ ਕੋਠੀ ਹੋਊਗੀ? ਕਦੇ ਡ੍ਰੀਮ ਵੀ ਨਹੀਂ ਸੀ? ਨੋ। ਇਹ ਪਟਿਆਲੇ ਰਹਿੰਦੇ ਵੀ ਨਹੀਂ ਸੋਚਿਆ ਸੀ ਤੁਸੀਂ ਕਦੇ? ਨਾ, ਪਤਾ ਨਹੀਂ, ਆਈ ਨੈਵਰ ਵਾਂਟਡ ਟੂ ਬੀ ਰਿਚ, ਸਿੰਪਲ। ਕਦੇ ਵੀ ਨਹੀਂ ਸੀਗਾ ਕਿ ਮੈਨੂੰ ਕੁਝ ਇਸ ਤਰ੍ਹਾਂ ਦਾ ਚਾਹੀਦਾ ਹੈਗਾ। ਸੀ ਇੱਕ ਚੀਜ਼ ਜਿਹੜੀ ਹੈ, ਮੇਰਾ ਫੋਕਸ ਹਮੇਸ਼ਾ ਕੰਮ ਤੇ ਰਿਹਾ ਹੈਗਾ। ਰੈਸਟ ਇਜ਼ ਬਾਈ ਪ੍ਰੋਡਕਟ। ਇਫ ਮਨੀ ਇਜ਼ ਯੋਰ ਏਮ, ਯੂ ਵਿਲ ਨੈਵਰ ਗੈਟ ਇਟ। ਇਹ ਮੈਂ ਰੀਸੈਂਟਲੀ ਕਿਸੇ ਸੁਣੀ ਸੀ ਗੱਲ। ਹਾਂਜੀ। if money is your aim, you will never get it. If your focus is to excel in what you do, money is a byproduct, and it should remain a byproduct. ਇਹਦਾ ਰੀਜ਼ਨ ਕੀ ਮੰਨਦੇ ਹੋ ਤੁਸੀਂ ਕਿ ਜਦੋਂ ਆਪਾਂ ਪੈਸੇ ਪਿੱਛੇ ਭੱਜਦੇ ਆ, ਉਹ ਇਸ ਲਈ ਨਹੀਂ ਤੁਹਾਡੇ ਕੋਲੇ ਆਉਂਦਾ ਕਿ ਉਹ ਗਰੀਡ ਬਣ ਜਾਂਦਾ? ਇਹ ਰੀਜ਼ਨ ਰਹਿੰਦਾ ਇਹਦਾ ਕਿ ਤੁਹਾਡੇ ਨਾਲ ਤੇਜ਼ ਭੱਜਦਾ, ਤੁਸੀਂ ਪਿੱਛੇ ਭੱਜੀ ਜਾਓਗੇ, ਅੱਗੇ ਭੱਜੀ ਜਾਊਗਾ। ਇਹ ਹੈਗਾ ਸਰ, ਹੈ ਨਾ ਇਹ ਚੀਜ਼? ਇਟਸ ਅ ਫੈਕਟ। ਇਟਸ ਅ ਫ੍ਰੀਕੁਐਂਸੀ। ਕੀ ਮੰਨਦੇ ਹੋ ਤੁਸੀਂ? I don't know. I may not be able to explain it. See, ਮਿਹਨਤ ਕਰੇ ਬਿਨਾ ਪੈਸਾ ਨਹੀਂ ਆਏਗਾ ਜੀ। ਤੇ ਜੇ ਤੁਸੀਂ ਪੈਸੇ ਵੱਲ ਸੋਚਦੇ ਰਹੋਗੇ ਤਾਂ ਮਿਹਨਤ ਨਹੀਂ ਹੋਏਗੀ। ਮਿਹਨਤ ਤਾਂ ਹੋਏਗੀ ਜੇ ਤੁਹਾਡੀ 100% ਫੋਕਸ, 100% ਰੈਮ ਕੰਮ ਕਰਨ 'ਚ ਪੈਸਾ ਆਏਗਾ। ਜੇ ਜਲਦੀ ਪੈਸਾ ਚਾਹੀਦਾ ਤਾਂ AK-47 ਲੈ ਲਓ, ਬੈਂਕ ਲੁੱਟ ਲਓ। ਮੈਂ ਨਾ ਹੁਣੇ ਚੀਮਾ ਬੋਇਲਰ ਸਰ ਉਹਨਾਂ ਨਾਲ ਕੀਤੀ ਪੋਡਕਾਸਟ, ਤੇ ਲੋਕਾਂ ਦੇ ਕਮੈਂਟ ਆਏ, ਕਹਿੰਦੇ ਗੱਲਾਂ ਆਉਂਦੀਆਂ, ਜਦੋਂ ਜਿਹਦੇ ਕੋਲੇ ਪੈਸਾ ਆ ਜਾਂਦਾ ਉਹਨੂੰ ਗੱਲਾਂ ਆਉਂਦੀਆਂ। ਸਰ ਨੀਚੇ ਇਹੋ ਜਿਹੇ ਕਮੈਂਟਸ ਵੀ ਆ ਰਹੇ ਸੀਗੇ। ਆਉਣਗੇ, ਉਹ ਤਾਂ ਆਉਣਗੇ। ਸੀ ਹੁਣ ਇੱਕ ਸਾਡੇ ਸੀਨੀਅਰ ਡਾਕਟਰ PGI ਤੋਂ ਸੀਗੇ, ਤਾਂ ਉਹਨਾਂ ਨੇ ਹੀ ਇਜ਼ ਵੈਰੀ ਗੁੱਡ। ਕਾਨਫਰੰਸ ਸੀਗੀ, ਯੰਗਸਟਰ ਸੀਗੇ, ਤਾਂ ਟਾਕ ਹੀ ਗੇਵ ਅ ਟਾਕ। ਤਾਂ ਉਹਦੇ ਬਾਅਦ ਗੱਲ ਹੋ ਰਹੀ ਸੀ ਤਾਂ ਐਵਰੀਬਾਡੀ ਵਾਜ਼ ਸੇਇੰਗ ਕਿ ਬਈ ਵੀ ਸ਼ੁੱਡ ਬੀ ਲਾਈਕ ਹਿਮ, ਟੂ ਇਮੂਲੇਟ ਹਿਮ। ਤਾਂ ਮੇਰੇ ਉੱਥੇ ਕਮੈਂਟ ਇਹ ਸੀਗੇ ਕਿ ਬਈ ਤੁਸੀਂ ਜੇ ਡਾਕਟਰ ਸਾਹਿਬ ਵਾਂਗੂ ਬਣਨਾ ਚਾਹੁੰਦੇ ਜਿਵੇਂ ਅੱਜ ਹੈਗੇ ਆ, ਤਾਂ ਤੁਸੀਂ ਇਹ ਨਾ ਸੋਚੋ ਕਿ ਉਹ ਅੱਜ ਕੀ ਕਰ ਰਹੇ ਨੇ। ਤੁਸੀਂ ਜੇ ਇੰਨੇ ਵਰਗਾ ਬਣਨਾ ਤਾਂ ਇਹਨਾਂ ਨੂੰ ਇਹ ਪੁੱਛੋ ਕਿ ਜਦ ਇਹ ਤੁਹਾਡੀ ਉਮਰ 'ਚ ਸੀਗੀ ਤਾਂ ਉਦੋਂ ਕੀ ਕਰ ਰਹੇ ਸੀਗੇ। ਜੇ ਕਿਸੇ ਨੇ ਇਹ ਸੋਚਣਾ ਹੈਗਾ ਕਿ ਡਾਕਟਰ ਗਰੇਵਾਲ ਅੱਜ ਕੀ ਕਰ ਰਹੇ ਆ ਤੇ ਅਸੀਂ ਵੀ ਉਹ ਅੱਜ ਕਰੀਏ, ਦਿਸ ਇਜ਼ ਰੋਂਗ ਅਪਰੋਚ। ਜੇ ਤੁਸੀਂ ਐਮੂਲੇਟ ਕਰਨਾ ਤਾਂ ਤੁਸੀਂ ਇਹ ਸੋਚੋ ਕਿ ਜਦੋਂ ਡਾਕਟਰ ਗਰੇਵਾਲ 26 ਸਾਲ ਦੇ ਸੀ ਤਾਂ ਉਦੋਂ ਕੀ ਕਰ ਰਹੇ ਸੀ। ਯੂ ਗੈਟ ਮਾਈ ਪੁਆਇੰਟ? ਜੀ ਬਿਲਕੁਲ। ਜੇ ਤੁਸੀਂ ਇਹ ਸੋਚੋਗੇ ਕਿ ਜੋ ਅੱਜ ਆ ਉਹ ਕਰੀਏ, ਉਹ ਕਿਤੇ ਵੀ ਨਹੀਂ ਲੈ ਕੇ ਜਾਏਗਾ, ਬਿਕਾਜ਼ that is not the path that has brought me here. If you want to come here, follow that path. It's a long journey. Follow that path. ਹਾਂਜੀ। If you don't follow the path, you are looking at the destination. ਉਹ ਨਹੀਂ ਹੋ ਸਕਦਾ ਹੈ। ਤੁਹਾਡੇ 'ਚ ਕਿਉਰਿਓਸਿਟੀ ਵੀ ਹੈ ਨਾ ਸਰ। ਤੁਸੀਂ ਮੈਕ ਕਿਹੜੇ ਟਾਈਮਾਂ 'ਚ ਯੂਜ਼ ਕਰਨਾ ਸ਼ੁਰੂ ਕੀਤਾ ਸੀਗਾ, ਔਰ ਤੁਸੀਂ ਪ੍ਰੋਗਰਾਮਿੰਗ ਕਰਦੇ ਹੋ? ਸਿਰਫ ਉਸ ਵੇਲੇ ਦੋ ਜਗ੍ਹਾ ਸੀਗੀਆਂ ਜਿੱਥੇ ਮੈਕ ਨੈਟਵਰਕ ਸੀਗਾ। ਇੱਕ ਮੇਰੇ ਕੋਲ ਸੀਗਾ, ਇੱਕ ਪਬਲਿਸ਼ਰ, ਨਿਊਜ਼ਪੇਪਰ ਪਬਲਿਸ਼ਰ ਸੀਗੇ, ਉਹਨਾਂ ਕੋਲ ਸੀਗਾ ਇਨ ਦ ਕੰਟਰੀ। ਹਾਂ, ਪਤਾ ਨਹੀਂ ਸੀ ਲੋਕਾਂ ਨੂੰ। ਪਤਾ ਉਦੋਂ, ਹੁਣ ਇਥਰਨੈਟ ਹੈਗਾ, ਉਦੋਂ ਇਥਰਨੈਟ ਹੁੰਦਾ ਹੀ ਨਹੀਂ ਸੀਗਾ। ਕਿਹੜੇ ਸਾਲ ਦੀ ਗੱਲ ਕਰ ਰਹੇ ਹੋ? 88, 89, 90, 88, 89, 90 ਕੁਝ ਉਸ ਵੇਲੇ ਦੇ। ਉਦੋਂ ਜਿਹੜਾ ਨੈਟਵਰਕ ਹੁੰਦਾ ਸੀਗਾ ਉਹ ਐਪਲ ਦਾ ਆਪਣਾ ਪ੍ਰੋਪਰਾਈਟਰੀ ਨੈਟਵਰਕ ਹੁੰਦਾ ਸੀ ਤੇ ਉਹਨੂੰ ਫਾਰਲੌਨ ਨੈਟਵਰਕ ਕਹਿੰਦੇ ਸੀ। ਯੂ ਕੈਨ ਸਰਚ FARLON, ਫਾਰਲੌਨ ਨੈਟਵਰਕ ਸੀਗਾ। ਸੋ ਕਿਉਰਿਓਸਿਟੀ ਤਾਂ ਰਹੀ ਆ।
ਜਿਹੜੀ ਇਹ ਕਿਉਰਿਓਸਿਟੀ ਹੈਗੀ ਆ, ਦਿਸ ਇਜ਼ ਆਲਸੋ ਵੈਰੀ, ਜਿਵੇਂ ਪਹਿਲਾਂ ਕਹਿ ਰਹੇ ਸੀ ਨਾ, ਕੰਪਨੀ ਦਾ ਬਹੁਤ ਫਰਕ ਪੈਂਦਾ ਕਿ ਤੁਹਾਡੀ ਕੰਪਨੀ ਕੀ ਹੈਗੀ ਆ। ਮੇਰੀ ਮੈਡੀਕਲ ਕਾਲਜ ਵਿੱਚ ਵਨ ਆਫ ਮਾਈ the only, ਮੇਰੇ ਬਹੁਤ ਥੋੜੇ ਦੋਸਤ ਮਿੱਤਰ ਹੈਗੇ ਨੇ। ਮਾਈ ਓਨਲੀ ਫਰੈਂਡ ਐਟ that time was ਡਾਕਟਰ ਹਰਿੰਦਰ ਮਲਹੋਤਰਾ। ਉਹ ਮੈਡੀਸਨ ਸੀ, ਅਸੀਂ ਹਾਨੀ ਹੈ, ਤੇ ਉਹ ਮੈਡੀਸਨ 'ਚ ਮੈਂ ਆਈ ਸੀਗੇ। somehow we clicked. he is not was, he is very intelligent person. ਤੇ ਉੱਥੋਂ ਫਿਰ ਕੰਪਿਊਟਰ ਦਾ ਸ਼ੁਰੂ ਹੋਇਆ। ਉਸ ਵੇਲੇ PGI 'ਚ ਪਹਿਲਾ ਕੰਪਿਊਟਰ ਆਇਆ ਸੀਗਾ। ਡਾਕਟਰ ਸੰਤੋਖ ਸਿੰਘ ਆਨੰਦ ਸੀਗੇ, he was head of the cardiology, he was in cardiology department, experimental medicine। ਪਹਿਲਾਂ ਉਦੋਂ ਕਿਸੇ ਰਿਸਰਚ ਸਕੀਮ 'ਚ ਕੰਪਿਊਟਰ ਆਇਆ ਸੀ, he was into it। ਤਾਂ ਉਹਦੇ ਨਾਲ ਗੱਲਾਂ ਹੋਣੀਆਂ, ਫਿਰ ਅਸੀਂ ਪ੍ਰੋਗਰਾਮਿੰਗ ਦਾ ਸ਼ੁਰੂ ਕੀਤਾ। then I bought a computer। ਉਸ ਵੇਲੇ ਉਹ ਜਿੰਨੇ ਦਾ ਕੰਪਿਊਟਰ ਲਿਆ ਸੀ ਉਹਨੇ 'ਚ ਇੱਕ ਪਲਾਟ ਮਿਲ ਜਾਂਦਾ ਸੀਗਾ ਉਦੋਂ ਚੰਡੀਗੜ੍ਹ 'ਚ ਘਰ ਲੈਣ ਨਾਲ। ਉਹਦੇ ਕਰਕੇ ਫਿਰ ਸਾਨੂੰ ਦੋਨਾਂ ਦਾ ਇਕੱਠਾ ਸੀਗਾ। ਫਿਰ ਅਸੀਂ ਦੋਨਾਂ ਨੇ ਇਕੱਠੇ ਕੰਮ ਕਰਦੇ ਰਹਿਣਾ। ਉਸ ਵੇਲੇ 126 KB ਦੀ ਫਲੋਪੀ ਹੁੰਦੀ ਸੀਗੀ। 2 ਫਲੋਪੀ ਦਾ ਸਿਸਟਮ ਹੁੰਦਾ ਸੀ, ਇੱਕ ਫਲੋਪੀ ਦੇ ਡਾਟਾ ਹੁੰਦਾ ਸੀ, ਇੱਕ ਫਲੋਪੀ ਦੇ ਤੁਸੀਂ ਬੂਟ ਕਰਦੇ ਸੀ, ਤੇ ਉਹਦੇ ਤੇ ਡਾਟ ਪ੍ਰੌਂਪਟ ਤੇ ਚੱਲਦਾ ਸੀਗਾ। ਤੁਹਾਡੇ ਕੋਲ ਉਹ ਵੀ ਨਹੀਂ ਸੀਗਾ ਜਿਵੇਂ ਹੁਣ ਤਾਂ ਵਿੰਡੋਜ਼ ਤੇ ਸਾਰਾ ਆ ਜਾਂਦਾ ਕਰਸਰ, ਸਾਰਾ ਡਾਟ ਪ੍ਰੌਂਪਟ, ਜੋ ਕੁਝ ਕਰਨਾ ਪ੍ਰੌਂਪਟ ਟਾਈਪ ਕਰਨਾ ਪੈਂਦਾ। ਡਾਇਰੈਕਟਰੀ ਵੀ ਨਹੀਂ ਸੀ ਹੁੰਦੀ ਕੋਈ। ਤੁਸੀਂ ਹੁਣ ਤਾਂ ਦੇਖਦੇ ਡਾਇਰੈਕਟਰੀ ਵੀ ਬਾਅਦ 'ਚ ਐਕਸਟਰੀ ਸੌਫਟਵੇਅਰ ਆਇਆ, ਉਹਦੇ ਤੋਂ ਪਤਾ ਲੱਗਦਾ ਸੀਗਾ ਕੀ ਹੈਗਾ। ਸੋ ਉਹਦੇ ਨਾਲ ਇਹਦੇ 'ਚ ਇੰਟਰਸਟ ਰਿਹਾ ਬਣਾ। ਉਦੋਂ ਬਾਅਦ ਫਿਰ ਡਿਜ਼ਾਈਨਿੰਗ 'ਚ ਫਿਰ ਅਸੀਂ ਪੇਜ ਮੇਕਰ ਤੇ, ਸੋ ਉਸ ਕਰਕੇ ਮੇਰਾ ਇੱਧਰ ਇੰਟਰਸਟ ਵੱਧਦਾ ਰਿਹਾ। ਫਿਰ DBase2 ਅਸੀਂ ਫਿਰ DBase2 ਫਿਰ DBase3 ਤੇ ਕੰਮ ਕੀਤਾ। ਫਿਰ ਅਸੀਂ ਇੱਕ ਹੋਰ ਸੌਫਟਵੇਅਰ ਆਉਂਦਾ ਸੀਗਾ ਡਾਟਾਬੇਸ ਲਈ, ਉਹਦੇ ਤੇ ਫਿਰ ਕੰਮ ਕੇ ਉੱਥੋਂ ਫਿਰ ਮੈਂ ਕਲੀਨਿਕ ਦਾ ਸੌਫਟਵੇਅਰ ਬਣਾਉਣਾ ਸ਼ੁਰੂ ਕੀਤਾ। ਉੱਥੋਂ ਫਿਰ 93 ਜਦ ਹੋਇਆ ਤਾਂ ਫਿਰ ਉਦੋਂ ਬਾਅਦ ਫਿਰ ਇਹ ਚੱਲਦਾ ਰਿਹਾ। ਮੇਨ ਰੀਜ਼ਨ ਸੀਗਾ ਕਿ ਪ੍ਰੈਕਟਿਸ ਦੇ ਪਹਿਲੇ ਸਾਲਾਂ 'ਚ ਇੰਨੇ ਪੈਸੇ ਨਹੀਂ ਸੀਗੇ ਕਿ ਮੈਂ ਕਿਤੋਂ ਬਾਹਰੋਂ ਸੌਫਟਵੇਅਰ ਖਰੀਦ ਸਕਦਾ। ਹੁਣ ਸੌਫਟਵੇਅਰ ਇੰਨਾ ਵਧੀਆ ਹੈਗਾ ਕਿ ਹੁਣ ਬਾਹਰੋਂ ਇੰਨਾ ਵਧੀਆ ਮਿਲਦਾ ਨਹੀਂ ਹੈ। ਹਾਂਜੀ, ਇਹ ਬਹੁਤ ਵੱਡੀ ਗੱਲ ਹੈ ਸਰ ਕਿ ਤੁਸੀਂ ਆਪਣੇ ਹਸਪੀਟਲ ਲਈ ਖੁਦ ਆਪ ਸੌਫਟਵੇਅਰ ਤਿਆਰ ਕੀਤਾ। ਬੀਇੰਗ ਅ ਡਾਕਟਰ, ਟਾਈਮ ਵੀ ਮੈਨੇਜ ਕਰਨਾ ਔਰ ਉਸ ਚੀਜ਼ ਦੀ ਸਟੱਡੀ ਕਰਕੇ ਤੁਹਾਡੀ ਐਕਚੁਅਲ ਸਟੱਡੀ ਨਹੀਂ ਸੀ, ਕਿਉਂਕਿ ਐਕਸਪੋਜ਼ਰ ਰਿਹਾ ਨਾ ਹਰਿੰਦਰ ਕਰਕੇ ਸੀਗਾ। ਉਦੋਂ PGI 'ਚ ਬੋਥ ਆਫ ਅਸ ਵਰ, ਸਾਡੇ ਦੋਨਾਂ ਦੀ ਡਾਇਰੈਕਟਰ ਸਾਹਿਬ ਨੇ ਕਮੇਟੀ ਬਣਾਈ ਸੀਗੀ to work with NIC, National Informatics Center in Delhi, and we made number of visits there, sat with their professionals कि PGI 'ਚ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰਨੀ ਹੈ ਤਾਂ ਕੀ ਕੁਝ ਕਰਨਾ ਚਾਹੀਦਾ ਹੈਗਾ। that helped me a lot, talking to the professionals at that time, ਕੀ ਕਰ ਰਹੇ ਨੇ, ਕਿਵੇਂ ਕਰ ਰਹੇ ਹੈਗੇ ਨੇ। ਉਹ ਨਹੀਂ ਚੜਿਆ for a lot of reasons, because in a bigger organization it's very difficult। ਜਿੰਨੀ organization ਵੱਡੀ ਹੋ ਜਾਂਦੀ ਉਨੀ slow ਹੁੰਦੀ ਜਾਂਦੀ ਹੈ। but I think it has helped me a lot for everything। if you are into programming, it makes your mind very clear, it makes your mind logical, it makes you think in absolutely black and white, no gray zone। ਜਾਂ ਆਹੂ ਸ਼ਾਇਦ ਹੋ ਜਾਏ, ਸ਼ਾਇਦ ਕੰਪਿਊਟਰ ਸੌਫਟਵੇਅਰ ਸ਼ਾਇਦ ਤੇ ਨਹੀਂ ਚੱਲਦਾ ਕੁਝ ਵੀ ਕੰਮ। so maybe that has helped me a lot to make my thinking more crystal clear and discrete because of being a programmer। ਹੁਣ ਸ਼ਾਇਦ ਤੁਸੀਂ ਐਕਸਪਲੋਰ ਕਰ ਰਹੇ ਹੋ ਆਪਣੀ ਸਾਰੀਆਂ ਹੌਬੀਜ਼। that is ਕੁਛ ਉਹ ਤਾਂ ਚਾਹੀਦਾ ਹੈ। ਹੁਣ ਬੋਰ ਤੋਂ ਅੱਖਰ ਆ ਗਿਆ। ਸਾਡੀ ਫੈਮਿਲੀ 'ਚ 2 ਅੱਖਰ ਕੋਈ ਨਹੀਂ ਵਰਤਦਾ। ਪਹਿਲਾਂ ਮੈਂ ਬੋਰ ਹੋ ਗਿਆ, ਆਈ ਐਮ ਬੋਰਡ, ਆਈ ਐਮ ਟਾਇਰਡ। ਬੋਰ ਜਿਹੜਾ ਹੈਗਾ, ਇਟ ਇਜ਼ ਸਟੇਟ ਆਫ ਮਾਈਂਡ ਐਂਡ ਯੂ ਗੈਟ ਬੋਰਡ if you don't have something to do। if your mind is tuned to do something and your mind is thinking what can I do in the next 5 minutes to take me toward my goal, then you have something to do। ਤੁਸੀਂ ਬੋਰ ਨਹੀਂ ਹੋਵੋਗੇ। ਟਾਇਰਡ ਅਗੇਨ ਅ ਸਟੇਟ ਆਫ ਮਾਈਂਡ, ਇਟਸ ਮੋਰ ਸੋਸ਼ਲ ਸਟੇਟਮੈਂਟ, ਆਈ ਐਮ ਟਾਇਰਡ। ਮੈਨੂੰ ਨਹੀਂ ਸਮਝ ਆਉਂਦੀ ਕਿ ਟਾਇਰਡ ਦਾ ਕੀ ਮਤਲਬ। ਹਾਂ, ਜੇ ਕੋਈ ਕਹਿੰਦਾ, somebody in the house says ਕਿ ਮੈਂ ਕੱਲ ਬਹੁਤ ਤੁਰ ਕੇ ਆਇਆ, ਮੇਰੇ ਪੈਰ ਦੁਖਦੇ ਨੇ, ਐਗਰੀਡ। ਮੈਂ ਕੱਲ ਸਰਜਰੀ ਜ਼ਿਆਦਾ ਕੀਤੀ ਹੈ, ਮੇਰੀ ਢੂਈ ਦੁਖਦੀ ਹੈ, ਐਗਰੀਡ। ਇਟ ਇਜ਼ ਨਾਟ ਟਾਇਰਡ। ਡੋਂਟ ਕਨਫਿਊਜ਼ ਟਾਇਰਡਨੈਸ ਵਿਦ pain in your legs or your shoulders। ਨਾ ਬੋਰ ਹੋਣਾ ਤੇ ਟਾਇਰਡ ਹੋਣਾ is more of social terms, and they are because you couldn't find a better word and you couldn't find a better way to spend your time। ਮੈਨੂੰ ਤਾਂ ਜੇ 5 ਮਿੰਟ ਵੀ ਕਿਤੇ ਮਿਲ ਜਾਣ, ਮੇਰੇ ਕੋਲ ਰੈਡੀ ਹੁੰਦਾ ਮੈਂ ਕੀ ਕਰਨਾ ਹੈਗਾ। I have multiple things to go back to and start doing it। ਤੇ ਜੇ ਪੰਜਾਬੀ 'ਚ ਕਹਾਂ ਤਾਂ 3 ਅੱਖਰ ਨੇ ਜਿਹੜੇ ਨਹੀਂ ਹੋਣੇ ਚਾਹੀਦੇ, ਅਕਣਾ, ਥੱਕਣਾ ਤੇ ਜਕਣਾ। ਅਕਣਾ
ਇੱਕ ਤਰ੍ਹਾਂ ਦਾ ਬੋਰ ਹੋ ਗਿਆ, ਥੱਕਣਾ ਟਾਇਰਡ ਤੇ ਜਕਣਾ ਹੈਜ਼ਿਟੇਟ, ਇਹ ਨਹੀਂ ਹੋਣੀ ਚਾਹੀਦੇ। ਜਿਹੜਾ ਪਹਿਲਾ ਅੱਖਰ ਹੈਗਾ ਅਕਣਾ, ਮੈਨੂੰ ਲੱਗਦਾ ਸਾਰਿਆਂ ਤੋਂ ਜ਼ਰੂਰੀ ਆ। ਅਕਣਾ ਜਿਹੜਾ ਹੈਗਾ ਇਹ ਤੁਹਾਨੂੰ ਕੰਸਿਸਟੈਂਸੀ ਵੱਲ ਨਹੀਂ ਲੈ ਕੇ ਜਾਏਗਾ। ਤੁਸੀਂ ਕੋਈ ਵੀ ਚੀਜ਼ ਕਰਨਾ ਚਾਹੁੰਦੇ ਹੋ ਉਹਦੇ ਲਈ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹੀ ਚੀਜ਼ ਕਰੀ ਜਾਓ ਕਰੀ ਜਾਓ ਕਰੀ ਜਾਓ ਕਰੀ ਜਾਓ ਕਰੀ ਜਾਓ ਤੇ ਕਰੀ ਜਾਓ, ਉਹ ਤਾਂ ਤੁਸੀਂ ਅਕਣਾ ਨਹੀਂ ਹੈਗਾ। ਤੁਸੀਂ ਕਿਤੇ ਵੀ ਦੇਖੋਗੇ, ਜਿਵੇਂ 1000 ਆਰ ਰੂਲ, ਕਿਤੇ ਵੀ ਦੇਖੋਗੇ ਕਿ ਜਿਹੜੇ ਬੰਦੇ ਉੱਪਰ ਗਏ ਨੇ ਉਹ ਇਸ ਕਰਕੇ ਗਏ ਨੇ ਕਿ ਉਹ ਇੱਕ ਕੰਮ ਇੱਕੋ ਕੰਮ ਕਰਦੇ ਰਹੇ ਨੇ, ਨਾ ਕਿ ਉਹ ਇੱਕ ਦਫਾ 100 ਕੰਮ ਕਰਦੇ ਰਹੇ ਨੇ। ਸੋ ਬੀ ਫੋਕਸਡ, ਆਪਣਾ ਇੱਕ ਚੀਜ਼ ਦੇ ਮਗਰ ਲੱਗ ਜਾਓ, ਉਹਨੂੰ ਜ਼ਿੰਦਗੀ ਦਾ ਟੀਚਾ ਬਣਾ ਲਓ, ਕੁਛ ਬਣਾ ਲਓ, ਚਾਹੇ ਕਿਤਾਬ ਲਿਖਣੀ ਹੈਗੀ ਆ, ਚਾਹੇ ਆਪਣੇ ਕੈਰੀਅਰ ਜਾਣਾ ਹੈਗਾ, ਚਾਹੇ ਦੁਨੀਆ ਹੀ ਘੁੰਮਣੀ ਹੈਗੀ ਆ ਜਾਂ ਫੋਟੋਗ੍ਰਾਫੀ ਕਰਨੀ ਹੈਗੀ ਆ। ਪਰ ਇਹ ਨਹੀਂ ਕਿ ਤੁਹਾਡੀ ਹੌਬੀ ਅੱਜ ਫੋਟੋਗ੍ਰਾਫੀ ਆ, ਸਾਲ ਬਾਅਦ ਕੁਛ ਹੋਰ ਆ, 2 ਸਾਲ ਬਾਅਦ ਕੁਛ ਹੋਰ ਆ, ਥੋੜੀ ਜਿਹੀ ਕੀਤੀ ਛੱਡਤੀ। ਹੁਣ ਫੋਟੋਗ੍ਰਾਫੀ ਦਾ ਜਿਹੜਾ ਹੈਗਾ, ਜਿਵੇਂ 71 ਤੋਂ ਮੈਂ ਫੋਟੋਗ੍ਰਾਫੀ ਦੇ ਪਿੱਛੇ ਲੱਗਿਆ ਹੋਇਆ ਹੈਗਾ। ਸੋ ਤੁਸੀਂ ਇਹ ਦੇਖੋ ਕਿ ਇੰਨੇ ਸਾਲਾਂ 'ਚ ਕਿੰਨੀਆਂ ਕਿਤਾਬਾਂ ਪੜ੍ਹੀਆਂ, ਕਿੰਨਾ ਕੁਛ ਸਿੱਖਿਆ, ਕਿੰਨਾ ਪੜ੍ਹਿਆ। ਪਹਿਲਾਂ ਇੱਕ ਮੈਗਜ਼ੀਨ ਹੁੰਦਾ ਸੀ ਲਾਈਫ ਮੈਗਜ਼ੀਨ, ਤੇ ਮੇਰਾ ਹੁੰਦਾ ਸੀ ਕਿ ਮੈਂ ਹਰ ਇਸ਼ੂ ਮੈਗਜ਼ੀਨ ਦਾ ਲੈਣਾ ਹੈਗਾ ਤੇ ਮੈਂ ਉਹਨੂੰ ਸਿਰਫ ਫੋਟੋ ਐਨਾਲਾਈਜ਼ ਕਰਦਾ ਸੀਗਾ ਕਿ ਫੋਟੋ ਬੰਦੇ ਨੇ ਕਿਵੇਂ ਖਿੱਚੀ ਹੈ, ਇਹ ਫੋਟੋ 'ਚ ਕੀ ਚੰਗਾ ਹੈਗਾ, ਇਹ ਫੋਟੋ ਕਿਉਂ ਚੰਗੀ ਲੱਗੀ। ਸਿਮਿਲਰਲੀ ਨੈਸ਼ਨਲ ਜਿਓਗ੍ਰਾਫਿਕ ਦੀਆਂ ਫੋਟੋਆਂ ਮੈਂ ਇੱਕ ਫੋਟੋ ਐਨਾਲਾਈਜ਼ ਕਰਨੀ ਕਿ ਇਹ ਫੋਟੋ ਬਹੁਤ ਸੋਹਣੀ ਲੱਗਦੀ ਹੈ, ਫਿਰ ਇਹਨੂੰ ਸੋਚੋ ਕਿਉਂ ਚੰਗੀ ਲੱਗ ਰਹੀ ਹੈਗੀ, ਤੇ ਜੇ ਮੈਂ ਹੁੰਦਾ ਮੈਂ ਕਿਵੇਂ ਖਿੱਚਦਾ, ਜਾਂ ਮੈਂ ਇਹਨੂੰ ਕਿਵੇਂ ਖਿੱਚ ਸਕਦਾ, ਜਾਂ ਮੈਂ ਇਹਨੀ ਚੰਗੀ ਫੋਟੋ ਕਿਵੇਂ ਖਿੱਚ ਸਕਦਾ ਹੈਗਾ। ਸੋ ਜ਼ਰੂਰੀ ਹੈਗਾ ਕਿ ਤੁਸੀਂ ਜਿਸ ਚੀਜ਼ ਮਗਰ ਪੈ ਜਾਓ ਤੁਸੀਂ ਉਹਦੇ ਤੋਂ ਅਕਣਾ ਨਹੀਂ ਹੈਗਾ। ਐਂਡ ਸੈਕੰਡ ਇਜ਼ ਥੱਕਣਾ, ਅਗੇਨ ਕੰਸਿਸਟੈਂਸੀ। ਤੁਸੀਂ ਇੱਕ ਚੀਜ਼ ਮਗਰ ਲੱਗੇ ਰਹੋਗੇ, ਕੋਈ ਵੀ ਚੀਜ਼ ਆ, ਚਾਹੇ ਮੈਰਾਥਨ ਹੀ ਭੱਜਣੀ ਆ, ਇਹ ਨਹੀਂ ਕਿ ਸਾਲ ਕੁ ਮੈਰਾਥਨ ਕੀਤੀ ਫਿਰ ਉਹਦੇ ਬਾਅਦ ਕੁਛ ਇੱਕ ਚੀਜ਼ ਮਗਰ ਪੈ ਜਾਓ, ਪਕੜ ਲਓ, ਜਿਵੇਂ ਪੰਜਾਬੀ 'ਚ ਕਹਿੰਦਾ, ਫਿਰ ਉਹਦਾ ਲੜ ਪਕੜ ਲਓ, ਫਿਰ ਉਹਨੂੰ ਕਹੋ ਵੀ ਮੈਂ ਪੱਲੇ ਟੰਡੇ ਲਾਗੇ ਵਾਲੀ ਗੱਲ ਹੀ ਹੈਗੀ ਆ। ਤੀਜਾ ਹੈਗਾ ਜਕਣਾ ਇਜ਼ ਦ ਬਿਗੇਸਟ ਬੈਰੀਅਰ ਇਨ ਡੂਇੰਗ ਥਿੰਗ। ਮੈਂ ਕਰਾਂ ਨਾ ਕਰਾਂ, ਮੈਨੂੰ ਸਕਸੈਸ ਮਿਲੇਗੀ ਨਹੀਂ ਕਰੇਗੀ, ਪਰ ਤੁਸੀਂ ਰਿਜ਼ਲਟ ਦੇਖ ਕੇ ਕੰਮ ਕਰੋਗੇ ਤਾਂ ਕੀ ਹੋਏਗਾ। ਸੋ ਡੋਂਟ ਹੈਜ਼ਿਟੇਟ ਇਨ ਐਨੀ ਅਕਣਾ ਥੱਕਣਾ ਜਕਣਾ। ਜੇ ਤੁਸੀਂ 3 ਅੱਖਰ ਆਪਣੀ ਡਿਕਸ਼ਨਰੀ 'ਚੋਂ ਕੱਢ ਦੋਗੇ, ਲੱਗਦਾ ਕੁਛ ਨਾ ਕੁਛ ਫਾਇਦਾ ਤਾਂ ਹੋਏਗਾ ਇਹਦਾ। ਜਿੰਨੀ ਵਾਰ ਵੀ ਤੁਹਾਨੂੰ ਮਿਲੀਦਾ ਸਰ, ਗੱਲ ਕਰੀਦੀ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਥੋੜਾ ਟਾਈਮ ਜ਼ਿਆਦਾ ਲੈ ਲਿਆ, ਆਪਣਾ ਐਕਸਪੈਕਟਡ ਨਹੀਂ ਸੀਗਾ ਨਾ, ਬਟ ਥੈਂਕ ਯੂ ਫॉर योर ਟਾਈਮ। ਬਟ ਲਾਸਟ ਇੱਕ ਚੀਜ਼ ਰਹੂਗੀ ਕਿ ਤੁਸੀਂ ਗੋਡ ਬਿਲੀਵਰ ਹੋ ਬਹੁਤ ਜ਼ਿਆਦਾ, ਜਿੰਨਾ ਆਪਾਂ ਅੱਜ ਗੱਲ ਕੀਤੀ, ਅਦਰਵਾਈਜ਼ ਵੀ ਕਿਹੜੀ ਇੱਕ ਗੁਰਬਾਣੀ ਦੀ ਤੁਕ ਹੈ ਜਿਹਨੂੰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸ਼ਬਦ ਦਾ ਮੈਨੂੰ ਪਤਾ ਹੈ, ਕਿਉਂਕਿ ਬਹੁਤ ਸੋਹਣਾ ਹੁੰਦਾ ਜਦੋਂ ਵੀ ਅਸੀਂ GI ਚਾਹੀਦਾ, ਤੁਹਾਡੇ ਕੋਲ ਇੱਕ ਪ੍ਰੋਪਰ ਬਣੀ ਹੋਈ ਹੈ ਲਿਸਟ ਸ਼ਬਦਾਂ ਦੀ, ਔਰ ਗੁਰਬਾਣੀ ਦੇ ਹਮੇਸ਼ਾ ਚੱਲਦੇ ਰਹਿੰਦੀ ਹੈ ਉਹ ਹੈ ਨਾ। ਅਦਰਵਾਈਜ਼ ਲਾਈਫ 'ਚ ਕਿਹੜੀ ਗੁਰਬਾਣੀ ਦੀ ਇੱਕ ਤੁਕ ਹੈ ਜਿਹਨੂੰ ਤੁਸੀਂ ਫੋਲੋ ਕਰਦੇ ਹੋ ਥਰੂ ਆਊਟ ਯੂਰ ਲਾਈਫ? ਗੁਰਬਾਣੀ ਇਜ਼ ਅ ਮੀਨਸ ਫॉर ਡੈਸਟੀਨੇਸ਼ਨ, ਗੋ ਬਿਯੋਂਡ ਗੁਰਬਾਣੀ। ਓਕੇ, ਸੋ ਇਹਨੂੰ ਤੁਸੀਂ ਗੁਰਬਾਣੀ ਨੂੰ ਐਜ਼ ਅ ਇਟਸ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ, ਤੁਸੀਂ ਕਿਤਾਬ ਕਿਵੇਂ ਪੜ੍ਹਦੇ ਹੋ ਤੇ ਕਿਉਂ ਪੜ੍ਹਦੇ ਹੋ? ਸਮਝਣ ਲਈ, ਯਾਦ ਰੱਖਣ ਲਈ, ਐਵੇਂ ਪੜ੍ਹਦੇ ਹਾਂ। ਮੈਂ ਨਹੀਂ ਐਂ ਪੜ੍ਹਦਾ, ਸਮਝਣ ਲਈ ਤਾਂ ਪੜ੍ਹਦੇ ਹਾਂ ਨਾ। when I read a book, I want to read the mind of the writer. ਉਹਦੇ ਦਿਮਾਗ 'ਚ ਕੀ ਕੁਝ ਚੱਲਦਾ ਸੀ ਤੇ ਉਹਦੇ 'ਚੋਂ ਕਿੰਨਾ ਕੁਝ ਇਹਨੇ ਕਿਤਾਬ 'ਚ ਪਾਇਆ। Book is a mean to go to the mind of the writer. ਤੁਸੀਂ ਗੁਰਬਾਣੀ ਨੂੰ ਕਿਉਂ ਵੀ ਦੇਖਦੇ ਹੋ? It's a means to take you to the next level, ਕਹਿ ਸਕਦੇ ਹੋ। I use the word beyond ਗੁਰਬਾਣੀ। Okay, ਸਮਝ ਸਕਦੇ, ਰਿਲੇਟ ਕਰ ਸਕਦੇ ਹਾਂ। ਹਾਂਜੀ, see ਗੁਰਬਾਣੀ, there is nothing to understand in ਗੁਰਬਾਣੀ. It's not about understanding, it's just about the ਆਪਾਂ ਜਿਵੇਂ followers ਆ, ਆਪਾਂ ਨੂੰ ਸਿੱਖ ਧਰਮ ਚ ਆਏ ਆ ਤਾਂ ਆਪਾਂ ਇੱਕ ਫੋਲੋਅਰ ਆ, ਤਾਂ ਆਪਾਂ ਕਹਿੰਦੇ ਆ ਨਾ ਕਿ ਰਿਲੇਟ ਕਰਕੇ ਚੱਲਦੇ ਆ। ਰਿਚੁਅਲਸ ਆਰ ਡਿਫਰੈਂਟ। ਹਾਂਜੀ, ਰਿਚੁਅਲਸ ਆਰ ਡਿਫਰੈਂਟ, ਰਿਲੀਜਨ ਇਜ਼ ਡਿਫਰੈਂਟ, ਸਪਿਰਿਚੁਅਲਿਜ਼ਮ ਇਜ਼ ਡਿਫਰੈਂਟ, ਮੀ ਐਂਡ ਮਾਈ ਸੋਲ ਇਜ਼ ਡਿਫਰੈਂਟ। ਸੋ ਐਟ ਦਿਸ ਮੂਮੈਂਟ ਤੁਹਾਡੀ ਲਾਈਫ 'ਚ ਕਿਹੜੀ ਸਭ ਤੋਂ ਬੈਸਟ ਚੀਜ਼ ਹੈ ਜਿਹੜੀ ਤੁਹਾਨੂੰ ਸੈਟਿਸਫੈਕਸ਼ਨ ਦਿੰਦੀ ਹੈ? ਇਟਸ ਲਗਜ਼ਰੀ, ਇਟਸ ਯੂਰ ਫੇਮ, ਔਰ ਜਾਂ ਫਿਰ ਤੁਹਾਡੇ ਜਿਹੜੀਆਂ ਹੌਬੀਜ਼ ਹੈ, ਜਾਂ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਵਰਡ ਯੂਜ਼ ਕਰੂੰਗੀ ਮੈਂ? To be with myself.
ਫਿਰ ਵੀ ਸਰ ਪ੍ਰੈਕਟੀਕਲ ਜਾਂ ਨਹੀਂ ਫਿਰ ਵੀ ਨਹੀਂ ਇੱਕ ਹੁੰਦਾ ਨਾ ਮੈਂ ਕਿਉਂ ਪੁੱਛਦੀ ਹਾਂ ਕਿਉਂਕਿ ਜਿਨ੍ਹਾਂ ਕੋਲੇ ਜਿਹੜੇ ਲੋਕ ਬਿਜ਼ਨਸ ਕਰਨਾ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਬਿਜ਼ਨਸਮੈਨ ਕੋਲੇ ਹੈ, ਜਿਹਨਾਂ ਕੋਲੇ ਹਰ ਇੱਕ ਨੂੰ ਲੱਗਦਾ ਦੂਜੇ ਕੋਲ ਜ਼ਿਆਦਾ ਇਹ ਚੀਜ਼, ਦੂਸਰੇ ਕੋਲ ਜ਼ਿਆਦਾ ਇਹ ਚੀਜ਼ ਹੈ। ਤਾਂ ਤੁਹਾਡੇ ਕੋਲੇ ਆਪਾਂ ਕੰਟੈਂਟਮੈਂਟ ਕਹੂੰਗੀ ਮੈਂ ਕਿ ਤੁਸੀਂ ਤੁਹਾਡੇ ਨਾਲ ਗੱਲ ਕਰਦੇ ਆ ਜਾਂ ਤੁਹਾਡੀ ਲਾਈਫ ਦਾ ਦੇਖਦੇ ਆ। ਉਹਦੇ ਲਈ ਨਾ ਇੱਕ ਜਿਹੜੀ ਹੈਗੀ ਆ ਇੱਕ ਹੋਰ ਅੱਖਰ ਡਿਕਸ਼ਨਰੀ ਚੋਂ ਕੱਢਣ ਵਾਲਾ ਹੈਗਾ, ਉਹ ਰਹਿ ਗਿਆ ਹੈਗਾ, that is comparison. Don't compare. No, every problem, every unhappy moment in the mind of every living human being generates from one thing, comparison. उसकी कमीज मेरी कमीज से सफ़ेद क्यों? And you said comparison. Your question was about comparison. If you compare, the word compare is wired in human mind to find the differences. Very true. And whenever we find difference, we go to the negative. We don't go to the positive. You don't see what I have. You see what I don't have. बिल्कुल, exactly.